हाँ जी विद्यार्थियों, ਆਪਾਂ ਅੱਜ ਕਰਾਂਗੇ ਜੀ ਸੋਲਵ ਪੇਪਰ ਆਪਣਾ ਜਿਹੜਾ ਲੈਕਚਰਾਰ ਦਾ ਹੋਇਆ ਸੀਗਾ 2018 ਵਾਲਾ ਪੇਪਰ ਹੈ ਜਿਹੜਾ। ਹਾਂ, ਇਹ ਹੋਇਆ ਸੀਗਾ 2018 ਤਾਂ ਵੈਕੈਂਸੀ ਜਿਹੜੀ ਇਹ ਆਈ ਸੀਗੀ ਤੇ ਪੇਪਰ ਦੀ ਤਰੀਕ ਉੱਪਰ ਲਿਖੀ ਹੋਈ ਹੈ ਇਹਦੇ ਵੀ 13 ਤਰੀਕ ਨੂੰ ਹੋਇਆ ਸੀਗਾ ਜਨਵਰੀ 2020 ਦੇ ਵਿੱਚ। ਤੇ ਇਸੇ ਪੇਪਰ ਦੇ ਵਿੱਚ ਹੀ ਮੇਰਾ ਸਿਲੈਕਸ਼ਨ ਹੋਇਆ ਸੀਗਾ। ਸੋ ਆਪਾਂ ਗੱਲ ਕਰਦੇ ਹਾਂ ਪੇਪਰ ਹੈ ਜਿਹੜਾ ਇਹਦਾ ਲੈਵਲ ਹੈ ਜਿਹੜਾ ਬੜਾ ਹੀ ਸ਼ਾਨਦਾਰ ਸੀਗਾ, ਬਾ ਕਮਾਲ ਸੀਗਾ। ਤੇ ਜਿਵੇਂ ਤੁਸੀਂ ਹੁਣ 60% ਜਿਹੜੇ ਕਲੀਅਰ ਕਰਨੇ ਆ ਤੇ ਇਸ ਲੈਵਲ ਦੇ ਹਿਸਾਬ ਨਾਲ ਦੇਖ ਲਈਏ ਤੇ ਥੋੜਾ ਜਿਹਾ ਔਖਾ ਕੰਮ ਵੀ ਲੱਗਦਾ, ਪਰ ਤੁਸੀਂ ਮੂਲ ਕਿਤਾਬਾਂ ਵੀ ਹੁਣ ਬਹੁਤ ਪੜ੍ਹੀਆਂ ਹੋਣਗੀਆਂ ਹੈ ਨਾ। ਮੂਲ ਕਿਤਾਬਾਂ ਮੈਂ ਬੁੱਕਸ ਵਾਰ-ਵਾਰ ਇਹੀ ਕਿਹਾ ਸਟੂਡੈਂਟਸ ਨੂੰ ਕਿ ਤੁਸੀਂ ਜਿਹੜੀਆਂ ਬੇਸਿਕ ਕਿਤਾਬਾਂ ਮੂਲ ਕਿਤਾਬਾਂ ਉਹ ਜ਼ਰੂਰੀ ਪੜ੍ਹਨੀਆਂ। ਬੇਸਿਕ ਕੁਐਸਚਨ ਹੈ ਜਿਹੜੇ ਉਹ ਬਹੁਤ ਮੇਰੇ ਵੀ ਸਹੀ ਨਹੀਂ ਸੀ ਹੋਏ ਕਿਉਂਕਿ ਮੈਂ ਉਹ ਪੜ੍ਹਿਆ ਨਹੀਂ ਸੀਗਾ। ਸੋ ਇਹ ਤੁਸੀਂ ਧਿਆਨ ਰੱਖਣਾ ਇਹਨਾਂ ਗੱਲਾਂ ਦਾ। ਸੋ ਸਭ ਤੋਂ ਪਹਿਲਾਂ ਜਿਹੜਾ ਪ੍ਰਸ਼ਨ ਲਿਖਿਆ ਹੋਇਆ ਵੀ ਹਾਸ਼ਮ ਦੁਆਰਾ ਰਚਿਤ ਇੱਕ ਸ਼ੀਰਫੀ ਸੱਸੀ ਪੁੰਨੂ ਦਾ ਪ੍ਰਕਾਸ਼ਨ ਕਿਸ ਵਿਦਵਾਨ ਨੇ ਆਪਣੇ ਦੁਆਰਾ ਸੰਪਾਦਿਤ ਸੱਸੀ ਹਾਸ਼ਮ ਵਿੱਚ ਕੀਤਾ ਹੈ। ਅੱਛਾ, ਹਾਸ਼ਮ ਸ਼ਾਹ ਨੂੰ ਆਪਾਂ ਕਿੱਸਾ ਕਵੀ ਦੇ ਤੌਰ ਤੇ ਵੀ ਜਾਣਦੇ ਹਾਂ ਤੇ ਸੂਫੀ ਕਵੀ ਦੇ ਤੌਰ ਤੇ ਵੀ ਜਾਣਦੇ ਹਾਂ। ਹਾਸ਼ਮ ਸ਼ਾਹ ਹੈ ਜਿਹੜਾ ਉਹ ਆਪਣਾ ਪ੍ਰਸਿੱਧ ਕਿੱਸਾ ਹੈ ਜਿਹੜਾ ਸੱਸੀ ਪੁੰਨੂ ਲਿਖਦਾ ਹੈ, ਛੰਦ ਦਵਈਏ ਦੀ ਵਰਤੋਂ ਕਰਦਾ ਹੈ। ਪਰ ਉਸ ਨੇ ਇੱਕ ਕੀ ਹੈ ਵੀ ਇੱਕ ਸ਼ੀਰਫੀ ਦੇ ਵਿੱਚ ਸੱਸੀ ਪੁੰਨੂ ਕਿੱਸਾ ਵੀ ਲਿਖਿਆ, ਦੋਵੇਂ ਤਰੀਕੇ ਨਾਲ ਲਿਖਿਆ। ਇੱਕ ਸੱਸੀ ਪੁੰਨੂ ਕਿੱਸਾ ਆਪਾਂ ਪ੍ਰਸਿੱਧ ਜਿਹੜਾ ਪੜ੍ਹਦੇ ਹਾਂ ਇਹਦਾ ਉਹਦੇ ਬਾਰੇ ਆਪਾਂ ਗੱਲ ਕਰਦੇ ਹਾਂ। ਇੱਕ ਤਾਂ ਸੱਸੀ ਹਾਸ਼ਮ ਜੀ ਦੇ ਨਾਮ ਤੇ, ਕਿਉਂਕਿ ਸੱਸੀ ਪੁੰਨੂ ਕਿੱਸਾ ਹੈ ਜਿਹੜਾ ਉਹ ਪ੍ਰਸਿੱਧ ਹੀ ਉਦੋਂ ਹੁੰਦਾ ਹੈ ਜਦੋਂ ਹਾਸ਼ਮ ਸ਼ਾਹ ਉਹਦੀ ਰਚਨਾ ਕਰਦਾ ਹੈ। ਉਸ ਤੋਂ ਪਹਿਲਾਂ ਹਾਫਿਜ਼ ਬਰਖੁਰਦਾਰ ਹੈ ਨਾ, ਸਭ ਤੋਂ ਪਹਿਲਾ ਕਵੀ ਹੈ ਜਿਹੜਾ ਸੱਸੀ ਪੁੰਨੂ ਦੀ ਰਚਨਾ ਕਰਦਾ ਹੈ ਪੰਜਾਬੀ ਸਾਹਿਤ ਦੇ ਵਿੱਚ। ਪਰ ਸਭ ਤੋਂ ਪ੍ਰਸਿੱਧੀ ਹੈ ਜਿਹੜੀ ਉਹ ਹਾਸ਼ਮ ਸ਼ਾਹ ਦੇ ਹਿੱਸੇ ਦੇ ਵਿੱਚ ਆਉਂਦੀ ਹੈ। ਸੋ ਇਹਦੀ ਇੱਕ ਸ਼ੀਰਫੀ ਸੱਸੀ ਪੁੰਨੂ ਵੀ ਇਹਨੇ ਲਿਖਿਆ ਹੈ ਕਿੱਸਾ ਜਿਹੜਾ ਹੈ ਸ਼ੀਰਫੀ ਕਾਵਿ ਰੂਪ ਦੇ ਵਿੱਚ ਲਿਖਿਆ ਹੈ। ਸ਼ੀਰਫੀ ਹੈ ਜਿਹੜਾ ਉਹ ਫਾਰਸੀ ਦੇ ਅੱਖਰਾਂ ਨੂੰ ਆਧਾਰ ਬਣਾ ਕੇ ਜਿਹੜੀ ਲਿਖੀ ਗਈ ਰਚਨਾ ਹੁੰਦੀ ਹੈ, ਜਿਹੜੇ ਫਾਰਸੀ ਦੇ ਹੈ ਨਾ ਅਲਫ ਬੇ ਪੇ ਤੇ ਟੇ ਸੇ ਜੀਮ ਸੇ ਹੇ ਖੇ ਦਾਲ ਡਾਲ ਇਸ ਤਰ੍ਹਾਂ ਕਰਕੇ ਜੇ ਜ਼ੋਏ, ਇਹ ਜਿਹੜੇ ਅੱਖਰ ਹੈ ਕੁਝ ਫਾਰਸੀ ਦੇ ਆ ਹੈ ਨਾ। ਜਿਵੇਂ ਉਹ ਆਪਾਂ ਤੁਸੀਂ ਗਾਣਾ ਸੁਣਿਆ ਹੋਣਾ, ਸਤਿੰਦਰ ਸਰਤਾਜ ਜਦੋਂ ਗਾਣਾ ਸ਼ੁਰੂ ਕਰਦਾ ਕਹਿੰਦਾ ਜ਼ੋਏ ਜ਼ਾਲਮਾ ਵੇ ਤੂੰ ਨਾ ਸਾਰ ਲੈਂਦਾ ਹੈ ਨਾ। ਸੋ ਇੱਥੇ ਜ਼ੋਏ ਹੈ ਜਿਹੜਾ ਇਹ ਫਾਰਸੀ ਦਾ ਅੱਖਰ ਹੈ, ਇਹ ਸ਼ੀਰਫੀ ਕਾਵਿ ਰੂਪ ਦੇ ਵਿੱਚ ਲਿਖਿਆ ਗਿਆ ਗੀਤ ਹੈ। ਉਹ ਸ਼ੀਰਫੀ ਦੇ ਵਿੱਚ ਸੱਸੀ ਪੁੰਨੂ ਜਿਹੜੀ ਉਹ ਹੈਗੀ ਆ ਉਹਦੇ ਬਾਰੇ ਅੱਛਾ ਸਭ ਤੋਂ ਪਹਿਲੀ ਗੱਲ ਤੁਸੀਂ ਧਿਆਨ ਦੇ ਵਿੱਚ ਰੱਖਣੀ ਹੈ ਵੀ ਹਾਸ਼ਮ ਸ਼ਾਹ ਦੇ ਬਾਰੇ ਜੇ ਕੋਈ ਸਭ ਤੋਂ ਜ਼ਿਆਦਾ ਪ੍ਰਸਿੱਧ ਸਭ ਤੋਂ ਜ਼ਿਆਦਾ ਖੋਜ ਜੇ ਕਿਸੇ ਨੇ ਕੀਤੀ ਆ ਤਾਂ ਉਹ ਕੀਤੀ ਹੈ ਜੀ ਡਾਕਟਰ ਹਰਨਾਮ ਸਿੰਘ ਸ਼ਾਨ ਨੇ। ਇਸ ਸ਼ਖਸ ਦਾ ਤੁਸੀਂ ਨਾਮ ਧਿਆਨ ਦੇ ਵਿੱਚ ਰੱਖਣਾ ਹੈ। ਜਦੋਂ ਮੰਨ ਲਓ ਕੋਈ ਇਸ ਤਰ੍ਹਾਂ ਦੀ ਗੱਲ ਆ ਜੇ ਸੱਸੀ ਹਾਸ਼ਮ ਦਾ ਕੋਈ ਪ੍ਰਸ਼ਨ ਆਵੇ ਤੇ ਜਦੋਂ ਹਰਨਾਮ ਸਿੰਘ ਸ਼ਾਨ ਦਾ ਆਪਸ਼ਨ ਹੈ ਜਿਹੜਾ ਉਹਨੂੰ ਤੁਸੀਂ ਖਾਸ ਧਿਆਨ ਦੇ ਵਿੱਚ ਰੱਖਣਾ। ਜਿਹੜਾ ਹਰਨਾਮ ਸਿੰਘ ਸ਼ਾਨ ਹੈ ਇਹਨੇ ਪੁਸਤਕ ਲਿਖੀ ਹੈ ਜਿਹੜੀ ਇਹਨੇ ਸੰਪਾਦਨ ਕੀਤੀ ਹੈ ਜਿਹੜੀ ਉਹ ਹੈਗੀ ਹੈ ਸੱਸੀ ਹਾਸ਼ਮ। ਅੱਛਾ ਲੋਕ ਨਹੀਂ ਕਿ ਹਾਂ ਹਾਂਜੀ ਇਹਨੇ ਕੀਤੀ ਹੈ ਸੱਸੀ ਹਾਸ਼ਮ। ਡਾਕਟਰ ਗੁਰਦੇਵ ਸਿੰਘ ਵੀ ਦਾ ਵੀ ਨਾਮ ਆਇਆ ਆਪਸ਼ਨ ਦੇ ਵਿੱਚ, ਡਾਕਟਰ ਮੋਹਨ ਸਿੰਘ ਦੀਵਾਨਾ ਵੀ ਆਇਆ, ਬਾਬਾ ਬੁੱਧ ਸਿੰਘ ਦਾ ਵੀ ਨਾਮ ਆਇਆ। ਡਾਕਟਰ ਗੁਰਦੇਵ ਸਿੰਘ ਨੇ ਤਾਂ ਲਿਖੀ ਹੈ ਜਿਹੜੀ ਆਪਣੀ ਪੁਸਤਕ ਹੈ ਜਿਹੜੀ ਉਹ ਹੈਗੀ ਹੈ ਹਾਸ਼ਮ ਦੀ ਕਾਵਿ ਰਚਨਾ। ਕਾਵਿ ਰਚਨਾ ਡਾਕਟਰ ਮੋਹਨ ਸਿੰਘ ਦੀਵਾਨਾ ਦੇ ਬਾਰੇ ਤੁਹਾਨੂੰ ਪਤਾ ਹੀ ਹੈ, ਪੰਜਾਬੀ ਅਦਬ ਦੀ ਮੁਖੱਸਰ ਤਵਾਰੀਖ ਇਹ ਪੁਸਤਕ ਹੈ ਜਿਹੜੀ ਲਿਖਦਾ ਹੈ ਨਾ। ਸੋ ਇਹ ਬਾਬਾ ਬੁੱਧ ਸਿੰਘ ਨੇ ਇਹ ਜਿਹੜਾ ਕਿੱਸਾ ਹੈ ਜਿਹੜਾ ਸੱਸੀ ਹਾਸ਼ਮ ਦਾ ਇਹਦਾ ਜ਼ਿਕਰ ਆਪਣੀ ਪੁਸਤਕ ਬੰਬੀਹਾ ਬੋਲ ਦੇ ਵਿੱਚ ਕੀਤਾ। ਬੰਬੀਹਾ ਬੋਲ ਦੇ ਵਿੱਚ ਮੈਂ ਸਾਰੇ ਆਪਸ਼ਨਾਂ ਤੇ ਮੈਂ ਤੁਹਾਨੂੰ ਕਿਹਾ ਸੀ ਵੀ ਸਾਰੇ ਆਪਸ਼ਨ ਆਪਾਂ ਕਲੀਅਰ ਕਰਾਂਗੇ ਹੈ ਨਾ। ਸੋ ਇਹਦਾ ਸਹੀ ਉੱਤਰ ਤਾਂ ਹੈਗਾ ਵੀ ਇਹ ਜਿਹੜਾ ਸੱਸੀ ਪੁੰਨੂ ਜਿਹੜਾ ਸ਼ੀਰਫੀ 'ਚ ਲਿਖਿਆ ਗਿਆ ਸੀ ਉਹ ਸੱਸੀ ਪੁੰਨੂ ਕਿਸੇ ਨੂੰ ਛੱਡ ਕੇ ਇੱਕ ਹੋਰ ਰਚਨਾ ਜਿਹੜੀ ਹਾਸ਼ਮ ਸ਼ਾਹ ਦੇ ਨਾਮ ਨਾਲ ਜੋੜੀ ਜਾਂਦੀ ਹੈ ਉਹ ਹੈਗੀ ਹੈ ਸੀਰਫੀ ਸੱਸੀ ਪੁੰਨੂ। ਉਹਦੇ ਬਾਰੇ ਜਿਹੜਾ ਜ਼ਿਕਰ ਹੈ ਉਹ ਸੱਸੀ ਹਾਸ਼ਮ ਦੇ ਵਿੱਚ ਹੋਇਆ ਤੇ ਹਰਨਾਮ ਸਿੰਘ ਸ਼ਾਨ। ਅੱਛਾ ਇੱਕ ਗੱਲ ਤਾਂ ਹੈ ਜੇ ਤੁਸੀਂ ਹਰਨਾਮ ਸਿੰਘ ਸ਼ਾਨ ਦੀ ਸੱਸੀ ਹਾਸ਼ਮ ਪਤਾ ਹੁੰਦਾ ਵੀ ਹਰਨਾਮ ਸਿੰਘ ਸ਼ਾਨ ਦੀ ਰਚਨਾ ਸੱਸੀ ਹਾਸ਼ਮ ਆਪਣੇ ਦੁਆਰਾ ਸੰਪਾਦਿਤ ਸੱਸੀ ਹਾਸ਼ਮ ਵਿੱਚ ਕੀਤਾ, ਪ੍ਰਸ਼ਨ ਦੇ ਵਿੱਚ ਹੀ ਇਹਨੇ ਉੱਤਰ ਤਾਂ ਦੇ ਦਿੱਤਾ ਹੈ ਨਾ। ਥੋੜ੍ਹੀਆਂ ਜਿਹੀਆਂ ਗੱਲਾਂ ਥੋੜ੍ਹੀਆਂ ਜਦੋਂ ਧਿਆਨ 'ਚ ਰੱਖੋਗੇ ਨਾ ਫਿਰ ਬੜਾ ਮਤਲਬ ਆਨੰਦ ਜਿਹਾ ਬੜਾ ਆਉਂਦਾ। ਲਓ ਪਹਿਲਾ ਪ੍ਰਸ਼ਨ ਤੁਹਾਡਾ ਕਲੀਅਰ ਹੋ ਗਿਆ ਹੈ ਨਾ। ਹਾਸ਼ਮ ਸ਼ਾਹ ਸੂਫੀ ਕਵੀ ਵੀ ਹੈ, ਦੋਹੜੇ ਤੇ ਡਿਉਢਾਂ ਦੀ ਰਚਨਾ ਜਿਹੜੀ ਕਰਦਾ ਹੈ ਨਾ। ਆਪਾਂ ਬਹੁਤ ਵਾਰੀ ਪੜ੍ਹਿਆ ਸੀ ਇਹ ਗੱਲਾਂ, ਸਾਰੀਆਂ ਹੀ ਗੱਲਾਂ ਇਹਦੇ ਬਾਰੇ ਕੋਈ ਦੇਖਦੇ ਹਾਂ ਆਪਾਂ ਹਾਸ਼ਮ ਸ਼ਾਹ ਦੇ ਬਾਰੇ ਕੋਈ ਹੋਰ ਗੱਲਾਂ ਵੇਖ ਲੈਂਦੇ ਹਾਂ। ਹਾਸ਼ਮ ਸ਼ਾਹ ਜੀ ਆ ਜਾਓ।
हाँ, हाशम शाह दे लो सुनो पहला किस्से दे बारे, है ना। किस्से दे 126 बंदां दे विच लिखिया गया है। 126 पैरे मान लो तुसी, है ना। 126 बंदां दे विच किस्सा लिखिया गया। दवैया छंद है ते नाटकी शैली है ते ये हैगी आ सूत्रक शैली दे विच ये लिखिया गया है। एक किस्सा सूत्रक शैली दे विच, है ना। बाबा बुद्ध सिंह ने ना बड़िया मतलब ये बारे थोड़िया थोड़िया अपनी पुस्तक बंबीहा बोल दे विच गल्लां जड़ियां लिखियां भी इहदा पिता जिहड़ा है कासम शाह है, जात दा ये तरखान है, अनपढ़ है, महाराजा रणजीत सिंह दा दरबारी कवि है जिहड़ा, इहनूं बाबा बुद्ध सिंह ने कहा है भी ये महाराजा रणजीत सिंह दा दरबारी कवि भी रहा है। सो ये थोड़ियां जिहियां ध्यान दे विच रखणियां तुसीं। हाँ, ये गल्लां बाहलियां जरूरी है ना, बाबा बुद्ध सिंह दे जिहड़ी गल है। हाँ, आ देखो मैं ना अपने ये पाया भी सीगा मेरे, मैं ये तुहानूं गल दसी भी हुई है ਜਿਹੜੇ विद्यार्थियों ने ऐप लै रखिया भी हरनाम सिंह शान ने सस्सी हाशम की रची सीरफी सस्सी पुन्नू का प्रकाशन अपनी पुस्तक सस्सी हाशम दे विच कीता है। होतां द्वारा पुन्नू नूं लैके जाण मगरों सस्सी दा अपनी पालक मां नाल होए सवाल जवाब का चित्र है। अच्छा, जिहड़ा तां हैगा किस्सा सस्सी हाशम जिहड़ा लिखिया होया सस्सी पुन्नू वाला, उहदे च तां पूरी कहानी दित्ती हुई है, पर जिहड़ा ये सीरफी है सस्सी हाशम जी की गल कर रहे हैं, सीरफी सस्सी पुन्नू, इहदे विच सिर्फ की है भी जदों होत है जिहड़े ऊठां वाले आ जिहड़े पुन्नू नूं जदों लै जांदे आ तां सस्सी दी जिहड़ी सस्सी दी पालक मां मतलब जिहड़ी मां ने उहनूं पालिया हुंदा ओह सस्सी दी जिहड़ी पालक मां है उहदां दे आपस दे विच जिहड़ा उहनां दा सवाल जवाब जिहड़ा हुंदा है, प्रश्न उत्तर जिहड़े हुंदे आ ओह इस दे विच इन्ना सीरफी सस्सी पुन्नू छोटा ही है। अगला प्रश्न है जिहड़ा ओह प्रसिद्ध सूफी कवि दा है। अल्फ अल्लाह चंबे दी बूटी मेरे मन विच मुर्शिद लाई हूँ, नफ़ी असबात दा पानी मिले अस हर रंगे हर जाई हूँ। अच्छा, ये हैगा जिहड़ा ये रचना जिहड़ी तुहानूं पता ही है भी अंत दे विच हू वाली हेक है जिहड़ी वो सुल्तान बाहू की रचना है। प्रसिद्ध सूफी कवि है साडा सुल्तान बाहू। सुल्तान बाहू ने इसकी रचना की है ते इहदे विच उसने अलफ लिखिया भी उपरोक्त सतरां विच चंबे की बूटी है जिहड़ा किस दा प्रतीक है। सो यह है जिहड़ा यह रब दा परमात्मा दा प्रतीक है। कहण दा मतलब इहदा अगर अशाब्दिक अर्थ करिए कि अल्फ अल्लाह चंबे की बूटी मेरे मन विच मुर्शिद लाई हो, चंबे की बूटी नूं ही अल्लाह मतलब प्रतीक दे रूप विच वरत्या है ना। मेरे मन विच मुर्शिद दा मतलब हुंदा है गुरु। गुरु ने मेरे मन विच रब दे नाम दी चंबे की बूटी है जिहड़ी वो लगाई है, इहदा मतलब यह बनता है ना। सो ये तुसीं ध्यान दे विच रखनी है थोड़ी जी गल, ये गल थोड़ी क्लीयर रखियो इहदी, है ना। सुल्तान बाहू बारे जिन्नियां भी गल्लां वो तुसीं खास ध्यान दे विच रखणियां। लो मैं दो चार गल्लां तुहानूं कोशिश करदा सुल्तान बाहू दे बारे दस्सण दी, जरूरी है ना। मैं क्या चल थोड़ियां थोड़ियां गल्लां दसदा रहूँगा ना, इन्ने ना प्रश्न काफ़ी तुसीं क्लीयर कर सकोगे, वधिया हो जूगे, काफ़ी नॉलेज भी वध जूगा थोड़ा जा। ये डोज ही है तुहाडे वास्ते, ऐ ही समझो एक तरह की। हाँ, सुल्तान बाहू है ना। सुल्तान बाहू का जिवें मौला बख्श कुश्ता ने लिखी है ना पंजाब दे हीरे पुस्तक, उहदे विच उन्होंने लिखिया भी इहदा जन्म है जिहड़ा 1629-30 तो 1690-91 लिखिया एवें, है ना। जीत सिंह शीतल ने जिहड़ा लिखिया पंजाबी साहित्य का आलोचनात्मक इतिहास, उहदे च सुल्तान बाहू का जिहड़ा जीवन काल है वह 1631 तो 1691 दस्सिया। जीवन संबंधी होर भी इहदियां गल्लां मिल जांदियां, जिवें जन्म अवान दे विच होया शेरकोट झंग दे विच। लाजवंती रामा कृष्णन ने लिखिया भी गुलाम सरवर की पुस्तक है जिहड़ी तवारीख सुल्तान बाहू के अनुसार 140 पुस्तकों की रचना इसने की है। बाहू दियां जिहड़ियां सीगियां रचना उन्होंने सब तो पहला मियाँ फजलदीन लाहौरी सी जिहड़ा उन्हें 1925 दे विच अबियाते सुल्तान बाहू, ध्यान रखियो 1925 अबियाते सुल्तान बाहू पंजाबी के नाम हेठ इसका प्रकाशन किया सीगा। पंजाबी दे विच इहदियां बई 186 कशीरफियाँ मिलदियां, दोड़े भी है। डॉक्टर जीत सिंह शीतल कहंदा भी शीरफी काव रूप वरत्या है ते बैत जां दोड़े छंद की वरतों की है।
ਸੋਹਣ ਸਿੰਘ ਪ੍ਰੋਫੈਸਰ ਮੋਹਨ ਸਿੰਘ ਨੇ ਲਿਖਿਆ ਸੁਲਤਾਨ ਬਾਹੂ ਦੇ ਬਾਰੇ ਵੀ ਬਾਹੂ ਨੇ ਤਾਟੰਕ ਛੰਦ ਦੀ ਵਰਤੋਂ ਕੀਤੀ ਹੈ। ਤਾਟੰਕ ਛੰਦ ਜਿਹੜਾ ਉਹਦੇ ਬਾਰੇ ਕਿਹਾ ਜਾਂਦਾ ਵੀ ਇਹ ਸੁਲਤਾਨ ਬਾਹੂ ਦਾ ਹੈ ਨਾ। ਹਾਂਜੀ ठीक है, गल क्लीयर है। सो ये चंबे की बूटी है जी रब का प्रतीक दसी गई है। अगला प्रश्न है जोड़ा वह है कि अगले प्रश्न के जे आप देखो की है चंडी दी वार दे विचों पूछा गया ये प्रश्न है जोड़ा एक्चुअली ये छंदा दे विचों पूछा गया है। ये प्रश्न छंदा दे विचों पूछा है प्रश्न जी। हाँ भी चंडी दी वार विच इत्थे चंती दी वार लिखिया सीगा, ये गलत है। चंडी दी वार विच निशानी ते सिर खंडी छंद दे तोल दियां किन्नियां किन्नियां तुकां हन। सो ये है जिहड़ा ये तुहाडा सही उत्तर है जिहड़ा वो हैगा जी। हाँ चंडी दी वार। अच्छा 3 नंबर प्रश्न, सॉरी 3 नंबर प्रश्न, 4 नंबर नहीं 3 नंबर। देवी दस्तन चाई सीहण सार दी तुक विच किहड़े अलंकार दा प्रतिरूपण है। अनुप्रास अलंकार तो आप पढ़ते ही सीगे, पर अगे जिहड़े भेद पढ़ते हैं ना आप छेक लाट वृत्ति श्रुति अंत है ना, उन्हां दे बारे इन्हें पूछ लिया। सो इहदे विच है तां छेक अनुप्रास है। छेक अनुप्रास हुंदा है जदों कोई इक्को अखर शब्दां दे आरंभ विच आउंदा है उहनूं कहा जांदा है छेक अनुप्रास। छेक अनुप्रास जदों कोई अखर किसी शब्द के आरंभ विच आउंदा है। लो जे इन्नी गल तुहानूं पता है तो फिर तुहाडा उत्तर सही है। देवी दस्त सीहण ते सार इहदे विच की है भी जिहड़ा दै अखर है जिहड़ा वो रिपीट हो रहा, दै दी धुनी रिपीट हो रही है, पर दै है जिहड़ा उहदी स्थिति शब्द दे विच शुरू दे विच है, आरंभ दे विच है। इस करके अखर आरंभ विच आउंदा है जदों तां उसनूं छेक अनुप्रास कहा जाता है। लाट होंदा है, लाट अनुप्रास उहनूं कहिंदे है जदों आपां किसी वाक दा विश्राम बदल दईए ते उहदा अर्थ बदल जावे। ये विश्राम के नाल संबंधित है। लाट अनुप्रास विश्राम बदलो तो अर्थ बदल जाए। जिवें तुसीं एक प्रसिद्ध उदाहरण पढ़ते हैं जिहड़ा यूनीवर्सल उदाहरण टीचर साहबान दिंदे हुंदे आ है ना, भी रोको ना जाण दिओ, ये तो हैगा भी उहनूं रोकना है। दूसरा रोको ना जाण दिओ, दूजे दे विच हैगा नहीं रोकना। सो ये विश्राम के आधारित हो गया। जदों इस तरह का जे मैं कहां भी आ लिख देवां भी रोको ना जाण दिओ, एक तो एवें लिखदा, फिर मैं लिखा भी रोको ना, फिर कोमा लादा ते जाण दिओ। ये दसो जी ये केड़ा हैगा जी ये अलंकार। तो तुसीं इहदा उत्तर दोगे जी सर ये लाट अनुप्रास है ना। वृत्ति अनुप्रास होंदा है एक जां वध अखर जदों शब्दां दे अंत विच आउंदे है तां उस नूं कहा जांदा है वृत्ति अनुप्रास। वृत्ति अनुप्रास वो होंदा है जदों एक जां एक तो वध अखर शब्दां दे अंत विच रिपीट होण। शब्दां दे अंत विच जे तां शब्दां दे शुरू च है तां छेक अनुप्रास है, जे शब्दां दे अंत विच है तां वृत्ति अनुप्रास है। श्री गुरु ग्रंथ साहिब जी का एक उदाहरण है दर्शन परसन सरसन हरसन रंग रंगी करतारी रे। हुण इहदे विच जिहड़े शब्द बोले आ मैं भी एक मैं बोलिया दर्शन, एक मैं बोलिया परसन, एक मैं बोलिया सरसन, एक मैं बोलिया जी हरसन। इहदे विच रसन जिहड़ा शब्द है अंत दे विच रा सा ते न, ये तीनों अखर है जिहड़े ये अंत विच रिपीट हो रहे हैं। इस करके यह वृत्ति अनुप्रास का उदाहरण है। अंत अनुप्रास होंदा है भी जदों किसे तुक दे अखीरले शब्दां दा वजन ते सुर मेल खांदे होण। जिमें किसी कोई तुक है जिहड़े अंत अनुप्रास मतलब किसी तुक दे अंत विच शब्द है जिहड़े आपस दे विच मतलब वो मेल खांदे है। उदाहरण वास्ते जिवें गुरु ग्रंथ साहिब जी दे विच लिखिया है भी खंभ विकांदड़े जे लहां कि ना सावी तोल तन जड़ाई अपने लाह सो सज्जन टोल। तोल ते टोल है जिहड़े ये दोनों अंत दे विच अंत अनुप्रास की उदाहरण है। सो आपां अगले प्रश्न ते चलते हैं जी। अगला प्रश्न हैगा चंडी दी वार निशानी ते सिरखंडी छंद दे तोल दियां किन्नियां किन्नियां पौड़ियां हन। इहदे विच है जी 22 इहदे विच निशानी है ते 30 इहदे विच सिरखंडी है। चंडी दी वार दे विच दोनों छंदां दी वरतों कीती गई है, निशानी दी भी वरतों कीती गई है, सिरखंडी दी भी।
ਨਿਸ਼ਾਨੀ ਦੇ ਵਿੱਚ ਕੀ ਹੈ ਕਿ ਜਿਹੜਾ ਉਹ ਹੁੰਦਾ ਜਿਹੜਾ ਤੁਕਾਂਤ ਤੋਲ ਤੁਕਾਂਤ ਜਿਹੜਾ ਹੁੰਦਾ ਉਹ ਨਿਸ਼ਾਨੀ ਦੇ ਵਿੱਚ ਅੰਤ ਦੇ ਵਿੱਚ ਹੁੰਦਾ, ਸਿਰ ਖੰਡੀ ਦੇ ਵਿੱਚ ਮੱਧ ਦੇ ਵਿੱਚ ਹੁੰਦਾ। ਬਹੁਤ ਸਾਰੀਆਂ ਉਦਾਹਰਨਾਂ ਤੁਹਾਨੂੰ ਦਿੱਤੀਆਂ ਸੀ ਹੈ ਨਾ। ਮੈਂ ਲਓ ਵੀਰ ਕਾਵ ਦੇ ਵਿੱਚ ਨਾ ਥੋੜ੍ਹਾ ਬਹੁਤਾ ਮੈਂ ਦੇਖ ਲੈਣਾ ਅਤੇ ਵਧੀਆ ਥੋੜ੍ਹਾ ਜਿਹਾ ਹੈ ਨਾ, ਥੋੜ੍ਹਾ ਚੰਡੀ ਦੀ ਵਾਰ 'ਤੇ ਥੋੜ੍ਹੀ ਜਿਹੀ ਨਜ਼ਰ ਆਪਾਂ ਪਾਉਂਦੇ ਆਪਣੀ ਚੰਡੀ ਦੀ ਵਾਰ। ਵਾਰ ਦੇ ਨਾਮ ਹੋਰ ਵੀ ਆ ਬਈ, ਇਹਦੇ ਸ਼੍ਰੀ ਭਗਉਤੀ ਜੀ ਕੀ ਵੀ ਕਹਿੰਦੇ ਆ, ਇਹਨੂੰ ਚੰਡੀ ਦੀ ਵਾਰ ਵੀ ਕਹਿੰਦੇ ਆ, ਵਾਰ ਦੁਰਗਾ ਕੀ ਵੀ ਕਹਿੰਦੇ ਆ ਹੈ ਨਾ। ਜਦੋਂ ਗੁਰਦੁਆਰੇ ਸਾਹਿਬ ਜਿਹੜੇ ਗੁਰੂ ਘਰ ਹੈ, ਜਿਹੜੇ ਗੁਰਦੁਆਰੇ ਸਾਹਿਬਾਨ ਹੈ ਜਿਹੜੇ, ਉਹਨਾਂ ਦੇ ਵਿੱਚ ਜਦੋਂ ਅਰਦਾਸ ਸ਼ੁਰੂ ਕਰਦਾ ਹੈ ਨਾ ਗ੍ਰੰਥੀ ਸਿੰਘ, ਤਾਂ ਉਦੋਂ ਉਹ ਇੱਕ ਨਾ ਪੜ੍ਹਦਾ ਹੈ, ਮਤਲਬ ਇੱਕ ਦੋਹਰਾ ਟਾਈਪ ਤੁਸੀਂ ਸੁਣਿਆ ਹੋਣਾ ਵੀ ਪ੍ਰਥਮ ਭਗਉਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ, ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸਾ ਹੋਈ ਸਹਾਏ, ਅਰਜੁਨ ਹਰ ਗੋਬਿੰਦ ਨੋ ਸਿਮਰੋ ਸ੍ਰੀ ਹਰਿ ਰਾਏ, ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿਠੇ ਸਭ ਦੁਖ ਜਾਏ, ਤੇਗ ਬਹਾਦਰ ਸਿਮਰਿਆ ਕਰ ਨੌਨ ਧਿਆਵੈ ਧਾਏ, ਸਭ ਥਾਈ ਹੋਏ ਸਹਾਈ। ਇਹ ਜਿਹੜਾ ਇਹ ਚੰਡੀ ਦੀ ਵਾਰ ਸ਼ੁਰੂ ਹੁੰਦੀ ਹੈ ਇਸ ਸ਼ਬਦ ਤੋਂ, ਇਸ ਜਿਹੜਾ ਇਹ ਇੱਕ ਪੌੜੀ ਛੰਦ ਦਿੱਤਾ ਹੋਇਆ, ਪੌੜੀ ਕਾਵ ਰੂਪ, ਇਹਦੇ ਤੋਂ ਸ਼ੁਰੂ ਹੁੰਦੀ ਹੈ ਇਹ ਵਾਰ। ਸੋ ਇਹ ਆ ਜਿਹੜਾ ਅਰਦਾਸ ਦੇ ਵਿੱਚ ਜੋ ਬੋਲਦੇ ਆ ਬੰਦ ਗ੍ਰੰਥੀ ਸਿੰਘ, ਉਹ ਚੰਡੀ ਦੀ ਵਾਰ ਤੋਂ ਲਿਆ ਗਿਆ ਹੈ। ਉਸ ਤੋਂ ਬਾਅਦ ਇਹ ਵੀ ਜੋੜਿਆ ਜਾਂਦਾ ਮਰਿਆਦਾ ਅਨੁਸਾਰ ਵੀ 10ਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਭ ਤਾਈ ਹੋਏ ਸਹਾਈ। ਚੰਡੀ ਦੀ ਵਾਰ ਦੇ ਵਿੱਚ ਕੇਵਲ 9 ਹੀ ਗੁਰੂਆਂ ਦੇ ਨਾਮ ਹੈ, ਗੁਰੂ ਗੋਬਿੰਦ ਸਿੰਘ ਜੀ ਨੇ ਆਪਣਾ ਨਾਮ ਨਹੀਂ ਲਿਆ ਉਹਦੇ ਵਿੱਚ। ਇਹ ਤੁਸੀਂ ਧਿਆਨ 'ਚ ਰੱਖਣੀ ਹੈ ਗੱਲ, ਜਿਹੜਾ ਉਹ ਬੰਦ ਹੈ 9 ਗੁਰੂਆਂ ਦੇ ਨਾਮ ਲਏ ਆ, ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਆਪਣੇ ਪਿਤਾ ਗੁਰੂ ਤੇਗ ਬਹਾਦਰ ਜੀ ਤੱਕ। ਚੰਡੀ ਦੀ ਵਾਰ ਹੈ ਜਿਹੜੀ 10ਮ ਗ੍ਰੰਥ ਦੇ ਵਿੱਚ ਇਹਦਾ ਸਿਰਲੇਖ ਦਿੱਤਾ ਹੋਇਆ ਵਾਰ ਦੁਰਗਾ ਕੀ, ਕਿਉਂਕਿ ਇਹ 10ਮ ਗ੍ਰੰਥ ਦੇ ਵਿੱਚੋਂ ਲਈ ਗਈ ਹੈ ਨਾ। 10ਮ ਗ੍ਰੰਥ ਦੇ ਵਿੱਚ ਇਹਦਾ ਸਿਰਲੇਖ ਦਿੱਤਾ ਹੋਇਆ ਜਿਹੜਾ ਉਹ ਵਾਰ ਦੁਰਗਾ ਕੀ ਹੈ, ਚੰਡੀ ਦੀ ਵਾਰ ਨਹੀਂ ਹੈ। ਤੁਹਾਨੂੰ ਪਤਾ ਹੀ ਹੈ ਦੁਰਗਾ ਦੀ ਤੇ ਰਾਖਸ਼ਾਂ ਦੀ ਜਿਹੜੀ ਉਹ 2 ਵਾਰ ਇਹਦੇ ਵਿੱਚ ਦਿੱਤਾ ਹੋਇਆ ਲੜਾਈ ਹੋਈ ਹੈ ਜਿਹੜੀ ਹੈ ਨਾ। ਮੈਂ ਪੂਰਾ ਪ੍ਰੋਪਰ ਤਰੀਕੇ ਨਾਲ ਚੰਡੀ ਦੀ ਵਾਰ ਵਾਲੀ ਕਲਾਸ ਦੇ ਵਿੱਚ ਦੱਸੀ ਵੀ ਸੀ ਇਹ ਗੱਲ ਹੈ ਨਾ, ਪੂਰਾ ਦਿੱਤਾ ਹੋਇਆ ਵੀ ਇਹ 55 ਬੰਦ ਤੇ ਜਿਵੇਂ ਮਤਲਬ ਪੂਰਾ ਸਿਸਟਮ ਕਿਵੇਂ ਦਾ ਹੈ ਨਾ। ਇਹਦਾ 6 ਨੰਬਰ ਬੰਦ ਹੈ ਨਾ ਜਿਹੜਾ ਉਹ ਦੋਹਰੇ ਛੰਦ ਦੇ ਵਿੱਚ ਲਿਖਿਆ ਗਿਆ, ਬਾਕੀਆਂ ਦੇ ਵਿੱਚ ਤਾਂ ਨਿਸ਼ਾਨੀ ਤੇ ਸਿਰਖੰਡੀ ਛੰਦ ਹੀ ਹੈ ਨਾ। ਤੇ ਇੱਕ ਜਿਹੜਾ 6 ਨੰਬਰ ਬੰਦ ਹੈ ਜਿਹੜਾ ਉਹਦੇ ਵਿੱਚ ਕੀ ਹੈ, ਉਹ ਦੋਹਰਾ ਛੰਦ ਦੇ ਵਿੱਚ ਲਿਖਿਆ ਗਿਆ। 31 ਨਹੀਂ ਬਣਦੀਆਂ ਗਿਆ, ਮੈਂ ਨਾ ਕਿਤੇ ਸ਼ਾਇਦ ਬੋਲਤਾ ਸੀਗਾ 31 ਦੇ ਵਿੱਚ ਸਿਰਖੰਡੀ, 31 'ਚ ਨਹੀਂ ਬਣਦੀਆਂ। ਉੱਤਰ ਸਹੀ ਹੈ 30 ਦੇ ਵਿੱਚ ਹੀ ਬਣਦੀਆਂ, 31 ਤਾਂ ਕਿਤੇ ਆਪਸ਼ਨ 'ਚ ਨਹੀਂ ਗਾ ਨਾ। ਤੁਸੀਂ ਇਹ ਥੋੜ੍ਹਾ ਜਿਹਾ ਧਿਆਨ ਰੱਖ ਲਿਓ, ਉਹਨੂੰ ਸਹੀ ਕਰ ਲਿਓ ਮਾੜਾ ਜਿਹਾ। 30 ਹੈ ਨਾ, ਮੈਂ ਥੋੜ੍ਹਾ ਜਿਹਾ ਸ਼ਾਇਦ 31 ਕਰਵਾਤਾ ਸੀ ਕਿਤੇ, 30 ਹੈ, ਤੁਸੀਂ ਧਿਆਨ 'ਚ ਰੱਖਣਾ ਇਸ ਨੂੰ। ਹਾਂ, ਵਾਰ ਦੀ ਭਾਸ਼ਾ ਜਿਵੇਂ ਕਿਰਪਾਲ ਸਿੰਘ ਕਸੇਲ ਤੇ ਪਰਮਿੰਦਰ ਸਿੰਘ ਕਹਿੰਦੇ ਜੀ ਨਰੋਲ ਪੰਜਾਬੀ ਹੈ। ਜਗਜੀਤ ਸਿੰਘ ਹੈ ਜਿਹੜਾ, ਡਾਕਟਰ ਜਗਜੀਤ ਸਿੰਘ ਦਾ ਨਾਮ ਪਿੱਛੇ ਆਇਆ ਸੀ ਹੈ ਨਾ, ਉਹ ਕਹਿੰਦਾ ਜੀ ਲਹਿੰਦੀ ਭਾਸ਼ਾ। ਸ਼ਮਸ਼ੇਰ ਸਿੰਘ ਅਸ਼ੋਕ ਕਹਿੰਦਾ ਵੀ ਪਹਿਲਾਂ ਪੂਰਬੀ ਪੰਜਾਬੀ ਹੈ, ਪਹਿਲਾਂ ਪੁਰਾਣੀ ਪੰਜਾਬੀ ਹੈ, ਬਾਅਦ ਵਿੱਚ ਮਲਵਈ ਹੈ। ਪ੍ਰੋਫੈਸਰ ਪ੍ਰੀਤਮ ਸਿੰਘ ਕਹਿੰਦੇ ਜੀ ਬ੍ਰਿਜ ਪ੍ਰਭਾਵਿਤ ਪੰਜਾਬੀ ਹੈ, ਉਹ ਪੰਜਾਬੀ ਹੈ ਜਿਹਦੇ ਵਿੱਚ ਬ੍ਰਿਜ ਭਾਸ਼ਾ ਦਾ ਪ੍ਰਭਾਵ ਹੈ। ਗੋਪਾਲ ਸਿੰਘ ਦਰਦੀ ਕਹਿੰਦਾ ਵੀ ਠੇਠ ਕੇਂਦਰੀ ਪੰਜਾਬੀ 'ਚ ਲਿਖੀ ਗਈ ਹੈ। GL ਸ਼ਰਮਾ ਜਿਹੜਾ ਉਹ ਕਹਿੰਦਾ ਵੀ ਮਾਝੀ, ਲਹਿੰਦੀ ਤੇ ਬ੍ਰਜ ਤਿੰਨੋਂ ਭਾਸ਼ਾਵਾਂ ਦਾ ਇਹ ਸੁਮੇਲ ਹੈ। ਸੋ ਇਹ ਹੈ ਜਿਹੜਾ ਇਹ ਹੈ ਨਾ ਜਿਹੜੀ ਇਹ ਆਪਣੇ ਚੰਡੀ ਦੀ ਵਾਰ ਹੈ ਜਿਹੜੀ, ਇਹ ਜ਼ਿਆਦਾ ਮਤਲਬ ਕੀ ਹੈ ਇਹਦੀ ਗੁਰੂ ਗ੍ਰੰਥ ਸਾਹਿਬ ਜੀ ਦੀ ਭਾਸ਼ਾ ਨਾਲੋਂ ਇਹ ਜ਼ਿਆਦਾ ਵਿਯੋਗਾਤਮਕ ਹੈ। ਵਿਯੋਗਾਤਮਕ ਕਿਵੇਂ? ਕਿਉਂਕਿ ਇਹਦੇ ਵਿੱਚ ਨੇ ਸੰਬੰਧਕ ਦੀ ਵਰਤੋਂ ਕੀਤੀ ਗਈ ਹੈ ਨਾ, ਨੇ ਸੰਬੰਧਕ ਦੀ ਵਰਤੋਂ ਇਹਦੇ ਵਿੱਚ ਹੋਈ ਵੀ ਹੈ। ਸੋ ਇਹ ਹੈ ਜਿਹੜਾ, ਹਾਂ ਅਗਲਾ ਪ੍ਰਸ਼ਨ ਹੈ ਜਿਹੜਾ ਇਹ ਬਹੁਤ ਹੀ ਤੁਹਾਨੂੰ ਪਤਾ ਹੀ ਹੈ, ਫਜ਼ਲ ਸ਼ਾਹ ਦਾ ਜਿਹੜਾ ਪ੍ਰਸਿੱਧ ਕਿੱਸਾ ਹੈ ਸੋਹਣੀ ਮਹੀਵਾਲ ਜਿਹੜਾ, ਇਸ ਨੇ 1848 ਈਸਵੀ ਦੇ ਵਿੱਚ ਇਹ ਲਿਖਿਆ ਸੀਗਾ। ਫਜ਼ਲ ਸ਼ਾਹ ਦੇ ਕਿੱਸੇ ਹੈ ਜਿਹੜੇ ਸਭ ਤੋਂ ਪਹਿਲਾਂ ਹੀ ਇਹਨੇ ਲਿਖਿਆ ਸੀਗਾ, ਸੋਹਣੀ ਫਜ਼ਲ ਸ਼ਾਹ, ਇਹ ਸਭ ਤੋਂ ਪਹਿਲੇ ਨੰਬਰ ਤੇ ਲਿਖਿਆ ਸੀਗਾ। ਫਿਰ ਉਹਨੇ ਲਿਖਿਆ ਸੀਗਾ ਜੀ 2 ਨੰਬਰ ਤੇ ਸੱਸੀ ਪੁੰਨੂ ਲਿਖਿਆ ਸੀਗਾ। ਸੱਸੀ ਪੁੰਨੂ ਦਾ ਹਾਲਾਂਕਿ ਇਹਨਾਂ ਦਾ ਨਹੀਂ, ਕਿਉਂਕਿ ਪ੍ਰਸਿੱਧ ਰਚਨਾ ਦਾ ਹੀ ਸਨ ਜ਼ਿਆਦਾ ਜ਼ਰੂਰੀ ਧਿਆਨ 'ਚ ਹੋਣਾ ਚਾਹੀਦਾ, ਦੂਜੀਆਂ ਦਾ ਨਹੀਂ। ਦੂਜੀਆਂ ਦਾ ਨਾਂ ਵੀ ਧਿਆਨ 'ਚ ਰਹੂ ਤਾਂ ਵੀ ਕੋਈ ਵੱਡੀ ਗੱਲ ਨਹੀਂ ਗਈ ਹੈ ਨਾ। ਹਾਂ, ਸੋ ਇਹਦੇ ਵਿੱਚ ਸੱਸੀ ਪੁੰਨੂ ਹੈ ਜਿਹੜਾ, ਇਹ ਇਸ ਨੇ 1862 ਦੇ ਵਿੱਚ ਲਿਖਿਆ। ਉਸ ਤੋਂ ਬਾਅਦ ਇਸ ਨੇ ਲਿਖਿਆ ਜੀ ਹੀਰ ਰਾਂਝਾ। ਹੀਰ ਰਾਂਝਾ ਇਸ ਨੇ 66 ਦੇ ਵਿੱਚ ਲਿਖਿਆ, 4 ਸਾਲ ਬਾਅਦ। 4 ਨੰਬਰ ਤੇ ਇਹਨੇ ਲਿਖਿਆ ਸੀਗਾ ਲੈਲਾ ਮਜਨੂ। ਲੈਲਾ ਮਜਨੂ ਕਿੱਸਾ ਜਿਹੜਾ ਇਸ ਨੇ ਲਿਖਿਆ ਸੀਗਾ ਇਹ 1870, ਫਿਰ 4 ਸਾਲ ਬਾਅਦ। ਫਿਰ 5ਵਾਂ ਜਿਹੜਾ ਉਹ ਉਸੇ ਸਾਲ 'ਚ ਹੀ ਲਿਖਤਾ ਸੀਗਾ ਯੂਸੁਫ ਜ਼ੁਲੈਖਾ।
यूसुफ जुलैखा जिहड़ा ये भी 70 दे विच ही लिखता सीगा 70। लो जी अगला जिहड़ा प्रश्न वो हैगा भी सरदे हकानी सरदे मुजाहिद ते पोशीदा राजां दा वाकिफकार वर्गे ਸਾਹਿਤਕਾਰਤ लकबां नाल किस सूफी फकीर नूं याद किया जाता है। ये जी बुल्ले शाह नूं याद किया जाता है। ये शब्द है जिहड़े हालांकि इस तरह के प्रश्न है ना जिहड़े एक अद्धे प्रश्न के नाल ना तुहाडा सामना होगा। इस स्थिति च कोई डरन की लोड़ नहीं हुंदी एडी एडा घबराउण की लोड़ नहीं क्योंकि हाई लेवल का ना एग्जाम। सो इस तरह के प्रश्नों के नाल तुहानूं सामना करना पै सकता है। आप सारियां देश जान दीयां किताबां नहीं पढ़ सकते। सो ये जिहड़ा पेपर है जिहड़ा पता नहीं किन्नियां क मतलब एक मतलब तुसीं कह सकते हो भी किन्नियां क रचनावां दा सुमेल है। ये आप सोच नहीं सकते। हैरानगी हुंदी है। एक एक बुक चों एक एक प्रश्न चक्या होया। शाह हुसैन रचित काफियां दी किहड़ी स्वरूपगत विशेषता नहीं है। अच्छा जेड़े ने ना शाह हुसैन दियां काफियां पढ़ियां होणगियां है ना उहदे वास्ते बड़ा सौखा है। कई प्रश्न है जिहड़े डायरैक्ट नहीं हुंदे। मैं तुहानूं कहना हुंदा ना जदों तुहाडा कंसैप्ट क्लीयर है जदों तुसीं किसी गल नूं वारी वारी पढ़ी जांदे हो फिर ओह गल तुहाडे माइंड दे विच सैट हुंदी है। हुण माइंड दे विच सैट किवें होई होऊगी देखो तुसीं पढ़ लिया ये शाह हुसैन दियां काफियां 11वीं दे विच भी है उस तो बाद BA दे विच भी हैगियां। BA वालियां काफियां तुहानूं पता आपां चंगी तरह पढ़ियां सीगियां। हुण सुणो भी ये की कहंदा भी किहड़ी विशेषता नहीं गी शाह हुसैन दियां काफियां दी स्वरूपगत जां रूपगत विशेषता। पद शैली ये किहड़े च लिखियां काफियां जिहड़ियां ये वार्तक दे विच लिखियां जां पद दे विच है ना कविता टाइप है ना कविता टाइप लिखियां इहदा मतलब यह पद शैली ता है गद शैली है कि पद शैली है। तुसीं कहोगे सर जी कविता रूप च लिखियां काव्य रूप दे विच लिखियां क्योंकि शाह हुसैन कवि है कोई वार्तककार थोड़ो है कवि है तो इस करके ये पद शैली है जी। सर ये तो विशेषता जिहड़ी हैगी है इहदी मतलब आ ऑप्शन तो अपना सही नहीं गा। दूसरी राग अनुशासनता। अच्छा जदों शाह हुसैन दियां काफियां जदों शुरू करदे आ उत्ते मैं तुहानूं कहा सी ना रागां दे ध्यान रखियो। काफी बिलावल लिखिया ना मतलब वो बिलावल राग के नाल संबंधित है। राग अनुशासनता तो है जी यदि बिल्कुल है रागां दे विच लिखियां गईयां काफियां ऑप्शन कट गया। संबोधनात्मकता रब्बा मेरे हाल दा महरम तू है ना किवें कहंदा है ना तू जदों वो मतलब तू साईं एवें करके संबोधन करदा ना शाह हुसैन वार वार संबोधनात्मकता तो है परमात्मा नूं संबोधन किया चाहे बंदे नूं संबोधन किया संबोधन शब्द वरते है ना ये तो सर नहीं गा ऑप्शन ये तो क्योंकि विशेषता हैगी। फिर रह गई छंद प्रधानता क्योंकि शाह हुसैन ने लिखी है काफ़ी। अगर तुसी काफ़ी बारे पढ़ते हो अगर तुसी काफ़ी बारे पढ़िया शाह हुसैन ने रचना की है काफ़ियां दी शाह हुसैन ने रचना की काफ़ियां दी काफ़ी वास्ते कोई विशेष छंद है कि नहीं है जी। असी पढ़िया जी काफ़ी जदों 11वीं की बुक दे पढ़िया उहदे विच लिखिया होया भी ये वास्ते कोई विशेष छंद निश्चित नहीं गा। इहदा मतलब काफ़ियां जिहड़ियां छंद प्रधान नहीं गईयां। शाह हुसैन का उत्तर है जिहड़ा सही हो गया कि नहीं। देखिया प्रश्न किड्डे शानदार तरीके नाल सही हुंदा है। लो जी अगला प्रश्न ते आपां आ गए हैं जी। अगला प्रश्न हैगा भी सन 1905 दे विच खालसा कुमार पत्तर विच नादर शाह की जिहड़ी वार है उस दा पाठ किसने प्रकाशित करवाया सी। नादर शाह की वार दा बड़ा ही कोमल जिहा प्रश्न है ये। लो आप गल करते हैं ऑप्शन ये दिते आ भी दोबारे प्रश्न पढ़ो भी 1905 विच खालसा कुमार पत्तर विच नादर शाह की वार का पाठ जिहड़ा वो किसने प्रकाशित करवाया सी। नादर शाह की वार है जिहड़ी तुहानूं पता ही है ना करनाल की लड़ाई है जिहदे विच अपने जिहड़ा भारत ते मतलब वो जिहड़ी हुंदी है तुहानूं पता ही है मैं दस्सिया होया तुहानूं सारियां गल्लां ये क्लीयर कीतियां होईं। नादर शाह की वार ते मैं गल करूँगा एक बारी रुक जाओ थोड़ा जिहा पहला ऑप्शन ते चलदी है। लॉर्ड मैकलोगन पंडित हरिकृष्ण कौल कपूर सिंह IPS जां करम सिंह हिस्टोरीअन। अच्छा इहदा जिहड़ा खालसा कुमार पत्तर विच पाठ प्रकाशित करन वाला जिहड़ा बंदा सीगा वो सीगा सरदार करम सिंह हिस्टोरीअन। जिहड़ा लॉर्ड मैकलोगन सीगा लॉर्ड मैकलोगन ने 1892 दे विच मैं गल कर रहा नादर शाह की वार दी 1892 दे विच नाया अच्छा नाया एवें नहीं पऊगा है ना हाँ इस तरह 1892 विच 1892 दे विच इसने पहली बार इसका कुछ हिस्सा सुनिया
ਤੇ ਪੰਡਤ ਹਰੀ ਕ੍ਰਿਸ਼ਨ ਕੌਲ ਨੂੰ ਇਹਨੇ ਕਿਹਾ ਵੀ ਇਹਦਾ ਸਾਰਾ ਹਿੱਸਾ ਲੱਭ ਤੂੰ, ਇਹਦੀਆਂ ਸਾਰੀਆਂ ਪੌੜੀਆਂ ਲੱਭੀਆਂ ਜਾਣ। ਸਭ ਤੋਂ ਪਹਿਲੀ ਵਾਰ ਸੁਣੀ ਹੈ ਜਿਹੜੀ ਇਹ 1892 ਦੇ ਵਿੱਚ। ਇਹਦਾ ਮਤਲਬ ਕੁਝ ਹਿੱਸਾ ਇਸਨੇ ਕੋਈ ਢਾਡੀਆਂ ਮਰਾਸੀਆਂ ਤੋਂ ਨਾਦਰ ਸ਼ਾਹ ਦੀ ਵਾਰ ਬਾਰੇ ਲਾਰਡ ਮੈਕਲੰਗਨ ਨੇ ਸੁਣੇ ਕੁਝ ਬੰਦ। ਫਿਰ ਇਹਨੇ ਪੰਡਤ ਹਰੀ ਕ੍ਰਿਸ਼ਨ ਕੌਲ ਨੂੰ ਕਾਲ ਕੀਤੀ, ਪੰਡਤ ਹਰੀ ਕ੍ਰਿਸ਼ਨ ਕੌਲ ਨੂੰ ਕਾਲ ਕੀਤੀ ਵੀ ਪੰਡਤ ਜੀ ਤੁਸੀਂ ਪੰਡਤ ਆਦਮੀ ਹੋ, ਤੁਸੀਂ ਹਰੀ ਕ੍ਰਿਸ਼ਨ ਆਦਮੀ ਹੋ, ਤੁਸੀਂ ਮੇਰੀ ਹੈਲਪ ਕਰੋ। ਪੰਡਤ ਜੀ ਕਹਿੰਦੇ ਜੀ ਬਿਲਕੁਲ ਜੀ ਆਪਾਂ ਕਰਾਂਗੇ। ਉਹਨਾਂ ਨੇ ਕੀ ਕੀਤਾ, ਪੰਡਤ ਹਰੀ ਕ੍ਰਿਸ਼ਨ ਜੀ ਨੇ 2 ਮਿਰਾਸੀ ਸੀ ਜਿਨ੍ਹਾਂ ਦੇ ਨਾਮ ਸੀ ਜੀਵਨ ਤੇ ਮੁੱਲਾ ਬਖਸ਼ੀ, ਜੀਵਨ ਤੇ ਮੁੱਲਾ ਬਖਸ਼ੀ ਹੈ ਨਾ, ਜੀਵਨ ਤੇ ਮੁੱਲਾ ਬਖਸ਼ੀ 2 ਹੈ ਜਿਹੜੇ ਇਹ ਮਰਾਸੀ ਸੀਗੇ। ਅੱਛਾ, परमात्मा ने देखो किड्डी वड्डी बख्शिश की है ना। मरासी जिहड़ी कौम है जिहड़ी इन्हां नूं परमात्मा ने जिहड़ा मतलब गायकी का जिहड़ा बख्शिया है ना, ये गायकी का जिहड़ा भंडार गायकी है जिहड़ी कुदरती तौर पर माँ के दुध नाल इन्हां दे हिस्से दे विच आई है ना, बा कमाल गाउंदे है ना। भाई मरदाने बारे भी तुसीं पढ़िओ किते, बड़ा शानदार मतलब है ना, गुरु नानक देव जी दे नाल जिहड़े शख्स रहिंदे सी है ना। जीवन ते मुल्ला बख्शी नाम के 2 मिरासियां कोलों ये पूरी वार सुन के पंडित हरी कृष्ण कौल जी ने एकत्र की सी। ये गल्लां थोड़ियां जिहियां तुसीं याद रखनियां। अगला प्रश्न है जिहड़ा ओह हैगा जी, राजस्थान की पंजाबी कविता विच डॉक्टर शिंदर है जिहड़ा एक चर्चित नाम है, उसका काव्य संग्रह है जिहड़ा ये सुपना नहीं दी रूप बनगी है। ये प्रश्न का उत्तर है जिहड़ा तुहाडी 12वीं वाली बुक दे विच पिया सीधा। सो ये है जिहड़ा ये एक खंड काव्य लिखिया गया, किहड़ा रूप की बनगी है, ये खंड काव्य है जी। ये ना कोई महाकाव्य है, ना कोई गीत है, ना कोई प्रगीत है, ये खंडां दे विच लिखिया गया काव्य खंड काव्य। पंजाबी गज़ल का अगला प्रश्न, पंजाबी गज़ल का मुढ़ किस रचना राही वज्जिया मन्निया जाता है? पंजाबी गज़ल का पंजाबी दे विच गज़ल है जिहड़ी ओह तुहानूं पता ही है अरबी फारसी परंपरा तो अपने विच आई है, पर आधुनिक जिहड़ी गज़ल है वह है जिहड़ी ओह उर्दू गज़ल के रूपाकार तो प्रभावित है। अगर तुसीं चाहो तो 12वीं वाली बुक दे विच गज़ल दे रखिया टॉपिक, वो तुसीं पढ़ सकते हो। सब तो पहली जिहड़ी मतलब की है मुढ़ है जिहड़ा वो दीवान गुलजार शाह मुराद ने एक गज़लों के संग्रह की पुस्तक लिखी सी जिहदा नाम सी दीवान ए गुलजार। दीवान है जिहड़ा, दीवान शब्द मतलब की है गज़लों के संग्रह नूं कहा जाता है, गज़लों के संग्रह नूं दीवान कहा जाता है, दीवान गज़लों के संग्रह नूं। ये जिहड़ा तुसीं ध्यान दे विच रखना थोड़ा जिहा है ना। हाँ जी, अगला प्रश्न है जिहड़ा, माला क्यों तलवार बनी गज़ल संग्रह का करता कौन है जी? ये है जी, माला क्यों तलवार बनी गज़ल संग्रह का करता है जिहड़ा वो हैगा जी दीपक जैतोई ने ये गज़ल संग्रह जिहड़ी ये कीती। बाकी भी तुहानूं पता ही है गुरतेज कुहार वाला ते गुरभजन सिंह गिल, ये 2 कवि तुसीं पढ़ चुके हो, दोवें प्रसिद्ध गज़लकार है। 12वीं वाली जमात दे विच इन्हां दे पाठ बकायदा दे रखे हैं। बाकी भी नाम आउंदे ही है, इन्हां दे 12वीं वाली बुक च नाम आए हैं, इतिहास दे विच आ गए हैं, पंजाबी गज़ल के इतिहास में आए होने है ना। 12 नंबर जिहड़ा प्रश्न है वो हैगा जी, हाँ, इस चौक तो शहर दिसदा है नाट रचना का करता कौन है? अच्छा, अजमेर औलख ने तो एवें दा कोई नहीं है ना, आप सारे नाटक पढ़े सी अजमेर औलख बारे, उहदे च तो कुछ नहीं दे रखे सी है ना भी इस चौक तो शहर दिसदा है। आत्मजीत का भी नहीं कोई सी एवें दा, गुरशरण सिंह का भी नहीं सीगा है ना। सो ये है जिहड़ा ये रचना जिहड़ी है पाली भुपिंदर ने की है। ये तुहानूं लगदा है भी बाहर ही है ये टॉपिक, मतलब तुहानूं लगे किते बाहर है भी पाली भुपिंदर है जिहड़ा वो सिलेबस दे विच तां दे नहीं रखिया, पर बाकी तो दे रखे है ना। अजमेर औलख आत्मजीत ते गुरशरण सिंह ये तीनों दे रखे। गुरशरण सिंह का तो पाठ भी दिता होया 11वीं वाली बुक दे विच, पढ़ लिया उन्होंने, विचों प्रश्न आऊगा। सो गुरशरण सिंह है जिहड़ा ये तिन्ने है जिहड़े दे रखे है, ते आपां पढ़िया ही नहीं किते भी आ नाटक है जिहड़ा इन्हां तिन्नां दे विचों किसी ने लिखिया, ये पाली भुपिंदर ने लिखिया। अगला 13वां प्रश्न है जी, असंगत चुनो। चुन दिंदे हैं जी, बिल्कुल अपना काम ही है असंगत चुनन दा, भी इन्हां दे विचों किहड़ा जिहड़ा संगत नहीं है, असंगत है। गुआच नावलकार लिखे हुए है, सामने उन्हां दीयां नावल रचनावां लिखियां होईयां, नावलों के नाम लिखे है ए ते बी साइड ते नावलकार लिखे हुए। गुआचे सूरज
ਬਲਜੀਤ ਕੌਰ ਬੱਲੀ। ਅੱਛਾ ਇਹਨਾਂ ਦੇ ਵਿੱਚੋਂ ਦੇਖ ਲਓ ਵੀ ਕਿਹੜਾ ਨਾਵਲਕਾਰ ਇਹ ਹੈ ਨਾ। ਸਾਰੇ ਜਿਹੜੇ ਇਹ ਤੁਹਾਨੂੰ ਪਤਾ ਹੀ ਹੈ 12ਵੀਂ ਦੇ ਵਿੱਚ ਜਿਹੜਾ ਨਾਵਲ ਦਾ ਇਤਿਹਾਸ ਹੈ ਨਾ ਉਹਦੇ ਵਿੱਚ ਥੋੜ੍ਹਾ ਥੋੜ੍ਹਾ ਦੇ ਰੱਖਿਆ ਹੈ ਨਾ। ਤੁਹਾਨੂੰ ਕਿਹਾ ਨਾ ਮੈਂ ਬਹੁਤ ਕੁਝ ਪ੍ਰਭਾਵਿਤ ਹੋਊਗਾ। ਲੱਭਦੇ ਰਹੇ ਜੀ ਸਰ ਜੀ ਇੱਕ ਹੀ ਗਾਈਡ ਮਿਲ ਜੇ ਸਾਨੂੰ। ਨਾ ਜੀ ਕਦੇ ਨਹੀਂ ਹੋ ਸਕਦਾ। ਪੰਜਾਬੀ 'ਚ ਜੇ ਤੁਸੀਂ ਲੈਕਚਰਰ ਸੈਕੰਡ ਗ੍ਰੇਡ ਦੀ ਤਿਆਰੀ ਕਰ ਰਹੇ ਹੋ ਕੋਈ ਇੱਕ ਬੁੱਕ ਤੁਹਾਡੇ ਕਿਸੇ ਕੰਮ ਨਹੀਂ ਆਉਣੀ। ਆਹ ਦੇਖ ਲਓ ਤੁਸੀਂ ਆ 12ਵੀਂ ਵਾਲੀ ਬੁੱਕ ਦੇ ਵਿੱਚੋਂ ਪ੍ਰਸ਼ਨ। ਗੁਆਚੇ ਸੂਰਜ ਹੈ ਜਿਹੜਾ ਉਹ ਬਲਜੀਤ ਕੌਰ ਬੱਲੀ ਦਾ ਨਾਵਲ ਬਿਲਕੁਲ ਸਹੀ ਆ। ਕੰਧੀ ਉੱਤੇ ਰੁੱਖੜਾ ਜਿਹੜਾ ਉਹ ਸੁਰਜੀਤ ਸਿੰਘ ਸੇਠੀ ਦਾ। ਅੱਛਾ ਸੁਰਜੀਤ ਸਿੰਘ ਸੇਠੀ ਤੁਹਾਨੂੰ ਪਤਾ ਹੀ ਹੈ ਪ੍ਰਸਿੱਧ ਨਾਟਕਕਾਰ ਹੈ ਪਰ ਇਸ ਨੇ ਕੁਝ ਨਾਵਲਾਂ ਦੀ ਵੀ ਰਚਨਾ ਕੀਤੀ ਆ ਉਹ ਵੀ ਨਾਮ ਆ ਗਿਆ। ਮੋਹਨ ਕਾਲੋਂ ਦੀ ਧੁੱਪ ਵਾਲਾ ਸ਼ਹਿਰ ਤੇ ਰਾਤ ਦਾ ਚਿਹਰਾ ਸੁਖਬੀਰ ਇਹ ਤਾਂ ਸਹੀ ਹੈ ਪਰ ਧੁੱਪ ਵਾਲਾ ਸ਼ਹਿਰ ਹੈ ਜਿਹੜਾ ਇਹ ਨਾਵਲ ਹੈ ਜਿਹੜਾ ਇਹ ਮੋਹਨ ਕਾਲੋਂ ਨੇ ਨਹੀਂ ਲਿਖਿਆ ਇਹ ਅਜੀਤ ਕੌਰ ਨੇ ਲਿਖਿਆ ਬਈ। ਇਹ ਤਾਂ ਪਤਾ ਆ ਗਿਆ ਹੋਣਾ ਤੁਹਾਨੂੰ। ਅਜੀਤ ਕੌਰ ਨਾਵਲਿਸਟ ਪੜ੍ਹਿਆ ਹੀ ਹੈ ਤੁਸੀਂ ਹੈ ਨਾ। ਉਹ ਦੁਬਾਰੇ ਪੜ੍ਹ ਲਿਓ ਅਜੀਤ ਕੌਰ ਬਾਰੇ। ਉਹਦੇ ਵਿੱਚ ਆਪਾਂ ਪੜ੍ਹਿਆ ਸੀਗਾ ਮੈਂ ਤੁਹਾਨੂੰ ਬਕਾਇਦਾ ਦੱਸਿਆ ਸੀਗਾ ਹੈ ਨਾ ਜਦੋਂ ਨਾਵਲਾਂ ਦੇ ਨਾਮ ਗਣਾਏ ਸੀ ਤੇ ਉਦੋਂ ਧੁੱਪ ਵਾਲਾ ਸ਼ਹਿਰ ਨਾਵਲ ਹੈ ਜਿਹੜਾ ਇਹਦਾ ਵੀ ਜ਼ਿਕਰ ਵਿੱਚ ਆਇਆ ਸੀ ਜਦੋਂ ਆਪਾਂ ਅਜੀਤ ਕੌਰ ਪੜ੍ਹੀ ਸੀ। ਅਗਲਾ ਪ੍ਰਸ਼ਨ ਆਪਕੀ ਸਕਰੀਨ ਪਰ ਇਹ ਰਹਾ। ਹਾਂਜੀ ਅਗਲਾ ਪ੍ਰਸ਼ਨ ਹੈ ਜਿਹੜਾ ਉਹਦੇ ਵਿੱਚ ਵੀ ਇਹੀ ਹੈ ਵੀ ਆਹ ਸੰਗਤ ਚੁਣੋ। ਇੱਕ ਕਹਾਣੀ ਸੰਗ੍ਰਹਿ ਦੇ ਰੱਖਿਆ ਕਹਾਣੀ ਦੀਆਂ ਰਚਨਾਵਾਂ ਤੇ ਅੱਗੇ ਕਹਾਣੀਕਾਰ। ਆਸ ਦੀ ਤੰਦ ਹੀਰਾ ਸਿੰਘ ਦਰਦ ਦੀ ਅਦਬੀ ਅਫਸਾਨੇ ਜਸੂਆ ਫਜ਼ਲਦੀਨ ਭੁੱਖੀਆਂ ਕੂਹਾਂ ਨਹੀਂ ਭੁੱਖੀਆਂ ਰੂਹਾਂ ਇਹ ਨੌਰੰਗ ਸਿੰਘ ਤੇ ਗਮਲੇ ਦੀ ਵੇਲ ਅਤਰਜੀਤ ਸਿੰਘ। ਆਸ ਦੀ ਤੰਦ ਤਾਂ ਤੁਹਾਨੂੰ ਪਤਾ ਹੀ ਹੈ ਜਦੋਂ ਆਪਾਂ ਸ਼ੁਰੂ ਕਰਦੇ ਹਾਂ ਨਾ ਪੰਜਾਬੀ ਕਹਾਣੀ ਦੇ ਇਤਿਹਾਸ ਦਾ ਜਦੋਂ ਪਹਿਲਾ ਪੜਾਵ ਕਰਦੇ ਹਾਂ ਤੇ ਉਦੋਂ ਆਪਾਂ ਇਹਨਾਂ ਬਾਰੇ ਪੜ੍ਹਦੇ ਹਾਂ। ਹੀਰਾ ਸਿੰਘ ਦਰਦ ਦੀ ਲਿਖੀ ਹੋਈ ਹੈ ਇਹ ਕਹਾਣੀ ਸੰਗ੍ਰਹਿ। ਆਸ ਦੀ ਤੰਦ ਸਹੀ ਹੈ ਤਾਂ। ਜਸੂਆ ਫਜ਼ਲਦੀਨ ਦੀ ਹੈ ਆ ਤਾਂ ਸਹੀ ਹੈ ਤਾਂ ਇਹ ਸੰਗਤ ਨਹੀਂ ਗਾ ਇਹ ਵੀ ਜਸੂਆ ਫਜ਼ਲਦੀਨ ਨੇ ਲਿਖੀ ਅਦਬੀ ਅਫਸਾਨੇ। ਨੌਰੰਗ ਸਿੰਘ ਨੇ ਭੁੱਖੀਆਂ ਰੂਹਾਂ ਤੇ ਗਮਲੇ ਦੀ ਵੇਲ ਹੈ ਜਿਹੜੀ ਇਹ ਬਈ ਅਤਰਜੀਤ ਨੇ ਨਹੀਂ ਲਿਖੀ ਇਹ ਗੁਲਜ਼ਾਰ ਸਿੰਘ ਸੰਧੂ ਨੇ ਲਿਖਿਆ ਇਹ ਕਹਾਣੀ ਸੰਗ੍ਰਹਿ ਗਮਲੇ ਦੀ ਵੇਲ ਗੁਲਜ਼ਾਰ ਸਿੰਘ ਸੰਧੂ। ਠੀਕ ਹੈ ਬਈ। ਅਗਲਾ ਪ੍ਰਸ਼ਨ ਦੇਖੋ ਆ ਸੰਗਤ ਚੁਣੋ। ਇਸ ਤਰ੍ਹਾਂ ਦੇ ਪ੍ਰਸ਼ਨ ਤੁਹਾਡੇ ਸਾਹਮਣੇ ਆਉਣਗੇ। ਇਹ ਪ੍ਰਸ਼ਨ ਤੁਹਾਡੀਆਂ 12ਵੀਂ ਦੇ ਵਿੱਚ ਜਿਹੜਾ ਸਾਹਿਤ ਦਾ ਇਤਿਹਾਸ ਦੇ ਰੱਖਿਆ ਉਹਦੇ ਵਿੱਚੋਂ ਕਲੀਅਰ ਹੈ ਤੁਹਾਡੇ ਸਾਰੇ ਕੋਈ ਦਿੱਕਤ ਨਹੀਂ ਤੁਹਾਨੂੰ। ਨਾਟਕ ਦੇ ਰੱਖਿਆ ਅੱਗੇ ਨਾਟਕਕਾਰਾਂ ਦੇ ਨਾਮ ਦੇ ਰੱਖੇ ਹੈ। ਮਿੱਠਾ ਪਾਣੀ ਕਰਤਾਰ ਸਿੰਘ ਦੁੱਗਲ ਛਲੇਡਾ ਪਰਿਤੋਸ਼ ਗਾਰਗੀ ਚੂਹੇ ਦੌੜ ਕੇਵਲ ਧਾਲੀਵਾਲ ਕੁਲੱਛਣੇ ਹਰਸਰਨ ਸਿੰਘ। ਇਹ ਹੈ ਜਿਹੜੇ ਇਹ ਸਾਰੇ ਸਹੀ ਹੈ ਪਰ ਚੂਹੇ ਦੌੜ ਹੈ ਜਿਹੜੀ ਇਹ ਕੇਵਲ ਪਾਲੀਵਾਲ ਨਹੀਂ ਕੇਵਲ ਧਾਲੀਵਾਲ ਹੈ। ਕੇਵਲ ਧਾਲੀਵਾਲ ਦੀ ਰਚਨਾ ਨਹੀਂ ਗੀ ਇਹ। ਸੋ ਇਹ ਸੰਗਤ ਹੈ ਜਿਹੜਾ ਉਹ ਤੁਹਾਡਾ ਉੱਤਰ ਹੈਗਾ ਚੂਹੇ ਦੌੜ। ਬਾਕੀ ਤਾਂ ਸਾਰੇ ਜਿਹੜੇ ਸਹੀ ਹੈ। ਹਾਂਜੀ ਅਗਲਾ ਫੇਰ ਪ੍ਰਸ਼ਨ ਆ ਵੀ ਇਹ ਸੰਗਤ ਚੁਣੋ। ਵਾਰਤਕ ਤੇ ਵਾਰਤਕਕਾਰ ਦੇਖੋ ਇਹ ਸੰਗਤ ਹੈ ਜਿਹੜੇ ਸਾਰਿਆਂ ਦੇ ਵਿੱਚੋਂ ਆਏ ਆ ਵੇਖ ਲਓ। ਇਹ ਸੰਗਤ ਹੈ ਜਿਹੜੇ ਇਹ ਪ੍ਰਸ਼ਨ ਨਾਵਲ ਦੇ ਵਿੱਚੋਂ ਵੀ ਆ ਗਿਆ ਕਹਾਣੀ ਦੇ ਵਿੱਚੋਂ ਵੀ ਆ ਗਿਆ ਨਾਟਕ ਦੇ ਵਾਰਤਕ ਦੇ ਤੇ ਸਫ਼ਰਨਾਮੇ ਦੇ ਵਿੱਚੋਂ ਆਇਆ। ਅਗਲਾ ਪ੍ਰਸ਼ਨ ਦੇ ਵਿੱਚ ਵਾਰਤਕ ਦਿੱਤੇ ਹੋਏ ਹੈ ਸਾਹਮਣੇ ਵਾਰਤਕਕਾਰਾਂ ਦੇ ਨਾਮ ਦਿੱਤੇ ਹੋਏ ਹੈ। ਆਤਮ ਸੁਧਾਰ ਪ੍ਰੋਫੈਸਰ ਸਾਹਿਬ ਸਿੰਘ ਨੂੰ ਧਿਆਨ ਨਾਲ ਪੜ੍ਹ ਲਿਓ। ਇਹ ਦੇਖ ਲਿਓ ਵੀ ਕੀ ਉਹਨੇ ਕੋਈ ਵਾਰਤਕ ਰਚਨਾ ਇਹੋ ਜਿਹੀ ਕੀਤੀ ਹੈ ਵੀ ਜਿਹਦੇ ਵਿੱਚ ਇਹਦਾ ਨਾਮ ਹੋਵੇ ਆਤਮ ਸੁਧਾਰ। ਇਹ ਬਈ ਥੋੜਾ ਜਿਹਾ ਚੈੱਕ ਕਰ ਲਿਓ ਤੁਸੀਂ ਠੀਕ ਹੈ। ਆਤਮ ਸੁਧਾਰ ਬਹੁ ਵਿਸਤਾਰਤਾ ਕਪੂਰ ਸਿੰਘ ਦੀ ਹੈ। ਦਿਵਸ ਰੈਣ ਡਾਕਟਰ ਜੀਤ ਸਿੰਘ ਸ਼ੀਤਲ ਨੇ ਲਿਖਿਆ। ਕਲਮ ਦੇ ਧਨੀ ਪਿਆਰਾ ਸਿੰਘ ਪਦਮ ਦੀ ਰਚਨਾ ਪਰ ਆਤਮ ਸੁਧਾਰ ਹੈ ਜਿਹੜੀ ਇਹ ਕੋਈ ਰਚਨਾ ਦਾ ਨਾਮ ਨਹੀਂ ਹੈ ਉਹੀ ਲਿਖਿਆ ਬਸ ਹਵਾ 'ਚ। ਪ੍ਰੋਫੈਸਰ ਸਾਹਿਬ ਸਿੰਘ ਨੇ ਆਤਮ ਸੁਧਾਰ ਨਾਮ ਦੀ ਕੋਈ ਰਚਨਾ ਨਹੀਂ ਕੀਤੀ ਇਸ ਕਰਕੇ ਇਹ ਉੱਤਰ ਤੁਹਾਡਾ ਸਹੀ ਹੈ। ਅਗਲਾ ਪ੍ਰਸ਼ਨ ਹੈ ਆ ਸੰਗਤ ਚੁਣੋ। ਸਫ਼ਰਨਾਮਿਆਂ ਬਾਰੇ ਆ ਮੇਰੀ ਰੂਸ ਯਾਤਰਾ ਸੋਹਣ ਸਿੰਘ ਜੋਸ਼ ਪੈਰਿਸ ਦੇ ਪੋਰਟਰੇਟ ਇਹ ਤਾਰਾ ਸਿੰਘ ਇੰਗਲੈਂਡ ਦੀ ਯਾਦ SS ਅਮੋਲ ਤੇ ਦੋਸਤੀ ਦੇ ਪੰਧ ਨਵਤੇਜ ਸਿੰਘ। ਸਫ਼ਰਨਾਮੇ 'ਚ ਆਇਆ ਪ੍ਰਸ਼ਨ। ਮੇਰੀ ਰੂਸ ਯਾਤਰਾ ਤਾਂ ਸਹੀ ਹੈ ਬਈ ਸੋਹਣ ਸਿੰਘ ਜੋਸ਼ ਦਾ ਹੀ ਲਿਖਿਆ ਹੋਇਆ ਇਹ ਸਫ਼ਰਨਾਮਾ। ਪੈਰਿਸ ਦੇ ਪੋਰਟਰੇਟ ਹੈ ਜਿਹੜਾ ਇਹ ਕਰਨਲ ਨਰਿੰਦਰਪਾਲ ਸਿੰਘ ਦਾ ਲਿਖਿਆ ਹੋਇਆ ਬਈ ਸਫ਼ਰਨਾਮਾ ਇਹ ਲਿਖਿਆ ਹੋਇਆ ਕਰਨਲ ਨਰਿੰਦਰਪਾਲ ਸਿੰਘ। ਕਿਹੜਾ ਪਾਲ ਸਿੰਘ? ਨਰਿੰਦਰਪਾਲ ਸਿੰਘ ਕਰਨਲ ਨਰਿੰਦਰਪਾਲ ਸਿੰਘ। ਤਾਰਾ ਸਿੰਘ ਨੇ ਜਿਹੜਾ ਸਫ਼ਰਨਾਮਾ ਲਿਖਿਆ ਉਹਦਾ ਨਾਮ ਹੈ ਫਰਾਂਸ ਦੀਆਂ ਰਾਤਾਂ। ਉਹਦਾ ਨਾਮ ਹੈ ਫਰਾਂਸ ਦੀਆਂ ਰਾਤਾਂ।
ਇਹ ਸਫ਼ਰਨਾਮਾ ਜਿਹੜਾ ਇਹ ਤਾਰਾ ਸਿੰਘ ਨੇ ਲਿਖਿਆ, ਤਾਰਾ ਸਿੰਘ ਕਾਮਲ ਜਿਹਨੂੰ ਕਹਿੰਦੇ ਤੁਸੀਂ। SS ਅਮੋਲ ਨੇ ਲਿਖਿਆ ਇੰਗਲੈਂਡ ਦੀ ਯਾਦ, ਇਹ ਤਾਂ ਸੰਗਤ ਹੀ ਹੈ। ਦੋਸਤੀ ਦੇ ਪੰਧ, ਦੋਸਤੀ ਦੇ ਪੰਥ ਨਹੀਂ, ਦੋਸਤੀ ਦੇ ਪੰਧ, ਨਵਤੇਜ ਸਿੰਘ। ਸੋ ਇਹਦੇ ਵਿੱਚ ਇਹ ਸੰਗਤ ਹੈ ਜਿਹੜਾ ਉਹ ਪੈਰਿਸ ਦੇ ਪੋਰਟਰੇਟ, ਜਿਹੜਾ ਤੁਹਾਡਾ ਉੱਤਰ ਸਹੀ ਹੈ। ਅੱਗੇ ਸਵੈ ਜੀਵਨੀ ਬਾਰੇ ਹੈ ਇੱਕ ਪ੍ਰਸ਼ਨ, ਤੇ ਜਿਹਦਾ ਜਿਹੜਾ ਸਹੀ ਉੱਤਰ ਹੈ ਜਿਹੜਾ ਉਹ ਆਂਦਰੋ ਮੋਰਿਸ ਨੇ ਇਹ ਪਰਿਭਾਸ਼ਾ ਜਿਹੜੀ ਦਿੱਤੀ ਹੈ ਸਵੈ ਜੀਵਨੀ ਬਾਰੇ। ਇਹ ਵੀ ਥੋੜ੍ਹਾ ਜਿਹਾ ਤੁਸੀਂ ਧਿਆਨ 'ਚ ਰੱਖਣਾ। ਅਗਲੇ ਦੇਖੋ ਕਾਮਨ ਸੈਂਸ ਵਾਲੇ ਪ੍ਰਸ਼ਨ ਆਏ ਆ, ਇਹ ਜਿਹੜੇ ਆਏ ਆ ਛੰਦਾਂ ਦੇ ਵਿੱਚੋਂ। ਵਿਸ਼ਰਾਮ ਚਿੰਨ੍ਹ ਲੱਗਣ ਨਾਲ ਤੁਕ ਦੇ ਜੋ ਅੰਸ਼ ਨਿਰਮਿਤ ਹੁੰਦੇ ਹਨ ਉਹਨਾਂ ਨੂੰ ਛੰਦਾਬੰਦੀ ਵਿੱਚ ਕੀ ਕਿਹਾ ਜਾਂਦਾ? ਵਿਸ਼ਰਾਮ, ਵਿਸ਼ਰਾਮ ਤਾਂ ਆ ਹੀ ਗਿਆ, ਵਿਸ਼ਰਾਮ ਤਾਂ ਚਿੰਨ੍ਹ ਹੈ ਇੱਕ ਤਰ੍ਹਾਂ ਦੇ, ਉਹ ਤਾਂ ਆ ਗਿਆ, ਉਹ ਤਾਂ ਨਹੀਂ ਗਾ, ਇੱਕ ਆਪਸ਼ਨ ਤਾਂ ਕੱਟ ਗਿਆ। ਤੁਕਾਂਤ ਤਾਂ ਤੁਕ ਦੇ ਅੰਤ ਨੂੰ ਕਹਿੰਦੇ ਆ, ਤੁਕ ਦੇ ਜੋ ਅੰਸ਼ ਨਿਰਧਾਰਿਤ ਕੀਤੇ ਗਿਆ, ਮਤਲਬ ਵਿਚਾਲੇ ਕੁਛ, ਅੰਤ 'ਚ ਨਹੀਂ, ਇਸ ਕਰਕੇ ਆ ਵੀ ਆਪਸ਼ਨ ਕੱਟ ਗਿਆ। ਗਣ, ਗਣ ਤਾਂ ਹੁੰਦੇ ਆ ਵੀ ਅੰਤ ਦੇ ਵਿੱਚ ਜਿਹੜੀ ਕੋਈ ਉਹ ਸ਼ਬਦਾਂ ਦੀ ਜਿਹੜੀ ਇੱਕ ਮੇਲ ਬਣਦੀ ਆ, ਹੈ ਨਾ, ਮੇਲ ਜੋਲ ਬਣਦਾ, ਉਸ ਨੂੰ ਗਣ ਕਿਹਾ ਜਾਂਦਾ। 8 ਤਰ੍ਹਾਂ ਦੇ ਗਣ ਜਿਹੜੇ ਆਪਾਂ ਪੜ੍ਹਦੇ ਹਾਂ, ਇਹ ਵੀ ਨਹੀਂ ਗਾ। ਇਹ ਬਣਦਾ ਤੁਕਾਂਗ, ਤੁਕਾਂਗ ਮਤਲਬ ਤੁਕ ਦਾ ਅੰਗ, ਤੁਕ ਦਾ ਹਿੱਸਾ। ਜਦੋਂ ਵਿਸ਼ਰਾਮ ਚਿੰਨ੍ਹ ਲੱਗ ਜਾਂਦੇ ਆ, ਜਦੋਂ ਕਿਸੇ ਤੁਕ ਨੂੰ ਇੱਥੇ ਆ ਗਈ, ਐਵੇਂ ਪੂਰੀ ਤੁਕ ਆ, ਇੱਕ ਵਿਸ਼ਰਾਮ ਤੁਸੀਂ ਇੱਥੇ ਲਾਤਾ, ਇੱਕ ਇੱਥੇ, ਇੱਕ ਇੱਥੇ, ਆ ਵਿਸ਼ਰਾਮ ਚਿੰਨ੍ਹਾਂ ਦੇ ਕਾਰਨ ਇੱਕ ਹਿੱਸਾ, 2 ਹਿੱਸਾ, 3 ਹਿੱਸਾ, 4 ਹਿੱਸਾ, ਇੱਕ ਪੂਰੀ ਤੁਕ ਹੈ ਜਿਹੜੀ 4 ਹਿੱਸਿਆਂ 'ਚ ਵੰਡੀ ਗਈ। ਇਹਨਾਂ 4 ਹਿੱਸਿਆਂ ਨੂੰ ਆਪਾਂ ਤੁਕਾਂਗ ਕਿਹਾ ਜਾਂਦਾ ਹੈ। ਉਹਨਾਂ ਨੂੰ ਜੋ ਅੰਸ਼ ਨਿਰਮਿਤ ਹੁੰਦੇ ਹਨ, ਅੰਸ਼ੀ ਹੈ ਨਾ, ਇਹਨਾਂ ਅੰਸ਼ਾਂ ਨੂੰ ਆਪਾਂ ਕੀ ਕਹਿੰਦੇ ਆ? ਤੁਕਾਂਗ, ਤੁਕ ਦੇ ਅੰਗ, ਤੁਕ ਦੇ ਹਿੱਸੇ। ਅਗਲਾ ਪ੍ਰਸ਼ਨ ਦੇਖੋ, ਕਿਹੜੇ ਛੰਦ ਵਿੱਚ ਚਾਰੋਂ ਤੁਕਾਂ ਦਾ ਤੁਕਾਂਤ ਮੇਲ ਸਮਾਨ ਰੂਪ ਵਿੱਚ ਹੁੰਦਾ? ਸਭ ਤੋਂ ਪਹਿਲਾਂ ਸ਼ਰਤ ਤਾਂ ਇਹ ਹੋਣੀ ਚਾਹੀਦੀ ਹੈ ਵੀ ਉਹ ਛੰਦ ਹੈ ਜਿਹੜਾ ਉਹ 4 ਤੁਕਾਂ ਵਾਲਾ ਹੈ। 4 ਤੁਕਾਂ ਵਾਲਾ, ਦੋਹਰਾ ਤਾਂ ਨਹੀਂ ਹੈ, 4 ਤੁਕਾਂ ਵਾਲਾ, ਇੱਕ ਤਾਂ ਕੱਟ ਗਿਆ। ਦਵਈਆ, ਕਵਿੱਤ, ਕੋਰੜਾ। ਸੋ ਇਹਦੇ ਵਿੱਚ ਦੇਖੋ ਤੁਸੀਂ, ਹਾਂ ਦਵਈਆ ਬਣ ਸਕਦਾ, ਕਵਿੱਤ ਬਣ ਸਕਦਾ, ਬਾਕੀ ਨਹੀਂ। ਕਿਉਂਕਿ ਜਦੋਂ ਕੋਰੜਾ ਪੜ੍ਹਦੇ ਆ ਤੇ ਚਾਰੋਂ ਤੁਕਾਂ ਦਾ ਇੱਕ ਸਮਾਨ ਰੂਪ 'ਚ ਨਹੀਂ ਹੁੰਦਾ ਗਾ। ਜਿਵੇਂ ਤੂੜੀ ਤੰਦ ਸਾਹ ਬਹਾੜੀ ਵਿੱਚ ਵੱਟ ਕੇ, ਲੰਬੜਾ ਤੇ ਸਾਹ ਦਾ ਹਿਸਾਬ ਕੱਟ ਕੇ 2 ਦਾ ਹੋ ਗਿਆ, ਫਿਰ ਅੱਗੇ ਫਿਰ ਤੁਕਾਂਤ ਬਦਲ ਜੂਗਾ, ਇਸ ਕਰਕੇ ਇਹਦਾ ਵੀ ਨਹੀਂ ਹੁੰਦਾ ਕੋਰੜੇ ਦਾ। ਸੋ ਰਹਿ ਗਏ ਦਵਈਆ ਤੇ ਕਵਿੱਤ, 2 ਰਹਿ ਗਏ। ਇਹਦੇ ਵਿੱਚੋਂ ਕੀ ਹੈ? ਕਵਿੱਤ ਛੰਦ ਹੈ ਜਿਹੜਾ, ਇਹਦਾ ਉੱਤਰ ਸਹੀ ਹੈ, ਕਿਉਂਕਿ ਕਵਿੱਤ ਛੰਦ ਦਾ ਤੁਸੀਂ ਦੇਖ ਲਿਓ ਉਦਾਹਰਣ। ਹੁਣ ਮੈਨੂੰ ਕੋਈ ਵੈਸੇ ਯਾਦ ਨਹੀਂ ਆ ਰਿਹਾ ਇੱਕ ਤਾਂ, ਨਹੀਂ ਤਾਂ ਦੱਸ ਦਿੰਦਾ ਤੁਹਾਨੂੰ। ਕਵਿੱਤ ਦਾ ਥੋੜ੍ਹਾ ਜਿਹਾ ਉਦਾਹਰਣ ਤੁਸੀਂ ਦੇਖ ਲਓ ਵੀ ਅੰਤ ਦੇ ਵਿੱਚ ਤੁਕਾਂਤ ਮੇਲ ਹੈ ਜਿਹੜਾ ਉਹ ਸਮਾਨ ਰੂਪ ਦੇ ਵਿੱਚ ਹੁੰਦਾ, ਦਵਈਏ ਦੇ ਵਿੱਚ ਨਹੀਂ ਹੁੰਦਾ। 21 ਨੰਬਰ ਪ੍ਰਸ਼ਨ ਹੈ ਜਿਹੜਾ, ਕਿਹੜਾ ਤੱਤ ਰੂਪਕ ਅਲੰਕਾਰ ਲੋਪ ਹੈ? ਰੂਪਕ ਅਲੰਕਾਰ ਦੇ ਵਿੱਚ ਲੋਪ ਹੈ, ਪਰੰਤੂ ਉਪਮਾ ਅਲੰਕਾਰ ਦੇ ਵਿੱਚ ਮੌਜੂਦ ਹੈ। ਬਹੁਤ ਵਾਰੀ ਦੱਸਿਆ ਰੀਟ ਦੀਆਂ ਕਲਾਸਾਂ ਦੇ ਵਿੱਚ ਵੀ 3 ਚੀਜ਼ਾਂ ਜਿਹੜੀਆਂ ਇਹ ਕਾਮਨ ਹੁੰਦੀਆਂ ਉਪਮਾ ਤੇ ਰੂਪਕ ਦੇ ਵਿੱਚ, ਪਰ ਵਾਚਕ ਸ਼ਬਦ ਹੈ ਜਿਹੜਾ ਜਿਉਂ, ਜਿਵੇਂ, ਹੈ ਨਾ, ਇਹ ਸ਼ਬਦ ਹੈ ਜਿਹੜੇ ਇਹ ਰੂਪਕ ਅਲੰਕਾਰ ਦੇ ਵਿੱਚ ਨਹੀਂ ਹੁੰਦੇ। ਇੱਕ ਦੇ ਵਿੱਚ ਤਾਂ ਉਪਮਾ ਹੁੰਦੀ ਹੈ, ਤੁਲਨਾ ਕੀਤੀ ਹੁੰਦੀ ਹੈ, ਇੱਕ ਦੇ ਵਿੱਚ ਇੱਕ ਚੀਜ਼ ਨੂੰ ਦੂਸਰੀ ਦਾ ਹੀ ਰੂਪ ਦੱਸਿਆ ਜਾਂਦਾ ਹੈ। ਇਹਦਾ ਸਹੀ ਉੱਤਰ ਹੈ ਜਿਹੜਾ ਉਹ ਵਾਚਕ ਸ਼ਬਦ ਹੈ। ਡਾਕਟਰ ਸਤਿੰਦਰ ਸਿੰਘ, ਨਿਬੰਧਾਂ ਦਾ ਵਰਗੀਕਰਨ ਹੈ ਜਿਹੜਾ ਉਹ ਕਿੰਨੇ ਠੋਸ ਆਧਾਰ ਕਲਪਦਾ ਹੈ? ਉਹਦੀ 2 ਆਧਾਰ ਉਹਨੇ ਕਲਪੇ ਆ ਡਾਕਟਰ ਸਤਿੰਦਰ ਸਿੰਘ ਨੇ। ਭਾਸ਼ਾ ਦਾ ਮੂਲ ਪ੍ਰੇਰਣਾ ਸਰੋਤ ਕੀ ਹੈ? ਬੁੱਧੀ ਹੈ ਜਾਂ ਮਨ ਹੈ ਜਾਂ ਲਹਿਜਾ ਹੈ ਜਾਂ ਅੰਤःਕਰਨ ਹੈ? ਅੱਛਾ, ਆਪਣੇ ਆਪਸ਼ਨ ਹੈ ਜਿਹੜੇ ਉੱਤੇ, ਇਹ ਸਾਈਕੋਲੋਜੀ ਦਾ ਪ੍ਰਸ਼ਨ ਹੈ। ਕਾਮਨ ਤੁਸੀਂ ਸਾਈਕੋਲੋਜੀ ਪੜ੍ਹਦੇ ਰਹਿੰਦੇ ਹੋ, ਹੈ ਨਾ। ਲਹਿਜਾ ਤੇ ਅੰਤःਕਰਨ ਤਾਂ ਕੋਈ ਸ਼ਬਦ ਨਹੀਂ ਬਣਦੇ ਇੰਨੇ ਕੋ ਖਾਸ, ਇਹਨਾਂ ਦੇ ਉੱਪਰ ਤਾਂ ਨਹੀਂ ਜਾਣਾ ਆਪਾਂ, ਕਿਉਂਕਿ ਜਦੋਂ ਪੜ੍ਹਦੇ ਹਾਂ ਸਾਈਕੋਲੋਜੀ ਤੇ ਉਦੋਂ ਆਪਣੇ ਮਨ ਦੇ ਵਿੱਚ ਬੁੱਧੀ ਮਾਨਸਿਕਤਾ ਆਹੀ ਕੁਛ ਚੱਲਦਾ ਹੁੰਦਾ। ਭਾਸ਼ਾ ਦਾ ਮੂਲ ਪ੍ਰੇਰਣਾ ਸਰੋਤ ਹੈ ਜਿਹੜਾ ਉਹ ਬੁੱਧੀ ਹੈ ਜਾਂ ਮਾਨਸਿਕਤਾ ਹੈ, ਬੁੱਧੀ ਹੈ ਜਾਂ ਮਨ ਹੈ, ਇੱਥੇ ਹੀ ਅੜਿਆ ਖੜਾ। ਅਸਲ ਦੇ ਵਿੱਚ ਇਹਦਾ ਸਹੀ ਉੱਤਰ ਹੈ ਮਨ। ਮੂਲ ਪ੍ਰੇਰਣਾ ਸਰੋਤ ਹੈ ਉਹ ਹੈਗਾ ਜੀ ਮਨ। ਬੁੱਧੀ ਕਿਉਂ ਨਹੀਂ ਗੀ? ਔਰ ਤੁਹਾਡੇ ਮਨ ਦੇ ਵਿੱਚ ਆ ਸਕਦਾ ਵੀ ਸਰ ਭਾਸ਼ਾ ਦਾ ਨਿਰਮਾਣ ਤਾਂ ਹੋ ਸਕਦਾ ਬੁੱਧੀ ਕਰਦੀ ਹੋਵੇ, ਮਨ ਕਿਵੇਂ ਕਰ ਲੂਗਾ, ਹਨ? ਇਹ ਹੈ ਜਿਹੜੀ ਇਹ ਮਾਨਸਿਕਤਾ ਦੀ ਦੇਣ ਹੈ ਸਾਡੀ। ਭਾਵਾਂ ਨੂੰ ਪ੍ਰਗਟ ਕਰਨ ਵਾਸਤੇ ਬੰਦਾ ਵਿਚਾਰਾਂ ਦਾ ਸਥਾਨ ਬਾਅਦ 'ਚ ਹੈ। ਭਾਵਾਂ ਨੂੰ ਪ੍ਰਗਟ ਕਰਨ ਵਾਸਤੇ ਮਨ ਦੀ ਲੋੜ ਪੈਂਦੀ ਹੈ ਸਾਨੂੰ, ਮਨ ਦੇ ਵਿੱਚੋਂ, ਕਿਉਂਕਿ ਭਾਵ ਹੈ ਜਿਹੜੇ ਮਨ 'ਚੋਂ ਉਪਜਦੇ ਆ। ਇਸ ਕਰਕੇ ਭਾਵਾਂ ਨੂੰ ਪ੍ਰਗਟ ਕਰਨ ਵਾਸਤੇ ਸਭ ਤੋਂ ਪਹਿਲਾਂ ਜਿਹੜੀ ਉਹ ਭਾਸ਼ਾ ਦਾ ਨਿਰਮਾਣ ਕੀਤਾ ਗਿਆ ਸੀ, ਨਾ ਕਿ ਵਿਚਾਰਾਂ ਨੂੰ ਪ੍ਰਗਟ ਕਰਨ ਵਾਸਤੇ। ਕਹਿਣ ਦਾ ਮਤਲਬ ਇਹ ਹੈ, ਥੋੜ੍ਹਾ ਜਿਹਾ ਅਗਰ ਇਸ ਨੂੰ ਸੈਂਸੀਬਲ ਤਰੀਕੇ ਨਾਲ ਆਪਾਂ ਪੜ੍ਹੀਏ, ਸੋ ਇਹਦਾ ਸਹੀ ਉੱਤਰ ਹੈ ਜਿਹੜਾ ਮਨ ਬਣਦਾ। ਹਾਂ, ਬੁੱਧੀ ਦੀ ਸਹਾਇਤਾ ਨਾਲ ਭਾਸ਼ਾ ਦਾ ਵਿਕਾਸ ਕੀਤਾ ਜਾ ਸਕਦਾ ਹੈ, ਪਰ ਭਾਸ਼ਾ ਦੇ ਜਨਮ ਦੇ ਵਿੱਚ ਕੀ ਹੈ? ਭਾਸ਼ਾ ਦਾ ਮੂਲ ਪ੍ਰੇਰਣਾ ਸਰੋਤ ਹੈ ਜਿਹੜਾ ਉਹ ਮਨ ਹੈ। 24 ਨੰਬਰ ਪ੍ਰਸ਼ਨ ਦੇ ਵਿੱਚ ਗੁਰਮੁਖੀ ਲਿਪੀ ਬਾਰੇ ਇੱਕ ਪਰਿਭਾਸ਼ਾ ਸੀਗੀ ਜੀ।
ਇਹ ਹੈ ਜਿਹੜਾ ਇਹਦਾ ਉੱਤਰ ਹੈ ਜਿਹੜਾ ਇਹ 2 ਨੰਬਰ ਉੱਤਰ ਹੈ। ਵੇਦ ਅਗਨੀਹੋਤਰੀ ਦੀ ਦਿੱਤੀ ਹੋਈ ਪ੍ਰਭਾਸ਼ਾ ਹੈ। ਅਗਲਾ ਪ੍ਰਸ਼ਨ ਹੈ ਜਿਹੜਾ ਵੀ ਗੁਰਮੁਖੀ ਲਿਪੀ ਦੇ ਕਿੰਨੇ ਲਿਪਾਂਕ ਬ੍ਰਹਮੀ ਲਿਪੀ ਨਾਲ ਸਮਾਨਤਾ ਰੱਖਦੇ ਆ। ਤੁਹਾਨੂੰ ਸਾਰੇ ਨਾ ਦੱਸੇ ਸੀ ਮੈਂ ਨਾ ਵੀ ਕਿਹੜੀ ਨਾਲ ਕਿੰਨੇ ਰੱਖਦੇ ਆ, ਥੋੜੀ ਜਿਹੀ ਗੱਲ ਵੀ ਕਲੀਅਰ ਕੀਤੀ ਸੀ। ਸੋ ਇਹ 25 ਨੰਬਰ ਪ੍ਰਸ਼ਨ ਹੈ ਜਿਹੜਾ ਇਹਦੇ ਵਿੱਚ ਹੈਗਾ ਵੀ ਬ੍ਰਹਮੀ ਲਿਪੀ ਦੇ ਨਾਲ 8 ਲਿਪਾਂਕ ਹੈ ਜਿਹੜੇ ਉਹ ਸਮਾਨ ਹੈਗੇ ਆ। ਯੁਕਤ ਲਿਪਾਂਕ ਹਨ ਵਿਅੰਜਨ, ਪੈਰਬਿੰਦੀ ਲਿਪਾਂਕ, ਸਵਰ ਵਾਹਕ ਜਾਂ ਗੁੜ ਜਾਂ ਗੂੜ ਲਿਪਾਂਕ ਲਿਖਿਆ ਹੁੰਦਾ। ਗੁੜ ਤਾਂ ਕੀ ਹੁੰਦਾ? ਗੁੜ ਤਾਂ ਇੱਕ ਖਾਣ ਵਾਲੀ ਚੀਜ਼ ਹੈ। ਗੂੜ ਲਿਪਾਂਕ। ਅੱਛਾ ਕੀ ਹੈ ਅੱਗੇ ਇੱਕ ਹੋਰ ਵੀ ਦਿੱਤਾ ਹੋਇਆ ਜਿਹੜਾ ਪ੍ਰਸ਼ਨ, ਉਹ ਵੀ ਨਾਲ ਪੜੋ। 26 ਤੇ 27 ਦੋਨਾਂ ਨੂੰ ਮਿਲਾ ਕੇ ਪੜੋ। 27 ਨੰਬਰ ਪ੍ਰਸ਼ਨ ਕਹਿੰਦਾ ਵੀ ਗੁਰਮੁਖੀ ਦੇ ਲਿਪਾਂਕਾਂ ਦੀ ਮੌਜੂਦਾ ਗਿਣਤੀ 4 ਹੈ। 4 ਨਹੀਂ, ਮੌਜੂਦਾ ਗਿਣਤੀ 41 ਹੈ। ਇੱਥੇ ਥੋੜੀ ਜਿਹੀ ਗਲਤੀ ਹੋ ਗਈ ਸੀ, ਪ੍ਰਿੰਟਿੰਗ ਮਿਸਟੇਕ ਹੈ। ਮੌਜੂਦਾ ਗਿਣਤੀ ਹੈ ਜਿਹੜੀ ਉਹ ਲਿਪਾਂਕਾਂ ਦੀ। ਤੁਹਾਨੂੰ ਪਤਾ ਹੀ ਹੈ ਗੁਰਮੁਖੀ ਦੇ ਵਿੱਚ ਵਰਨ ਹੈ ਜਿਹੜੇ ਉਹਨਾਂ ਨੂੰ ਹੀ ਲਿਪਾਂਕ ਕਿਹਾ ਗਿਆ। ਵਰਨਾਂ ਨੂੰ ਜਿਹੜੇ ਹੈਗੇ ਆ ਵਰਨ 41 ਹੈ। ਵਰਤਮਾਨ ਦੇ ਵਿੱਚ ਮੌਜੂਦਾ ਦੇ ਵਿੱਚ 41 ਹੈ। ਇਹਨਾਂ ਦੇ ਕਾਰਜ ਦੀ ਦ੍ਰਿਸ਼ਟੀ ਤੋਂ ਕਿੰਨੇ ਪ੍ਰਕਾਰ ਹਨ? ਕਾਰਜ ਦੀ ਦ੍ਰਿਸ਼ਟੀ ਤੋਂ ਇਹਨਾਂ ਦੇ 2 ਪ੍ਰਕਾਰ ਹਨ। ਇੱਕ ਨੂੰ ਕਿਹਾ ਜਾਂਦਾ ਮੁਕਤ ਲਿਪਾਂਕ, ਇੱਕ ਨੂੰ ਕਿਹਾ ਜਾਂਦਾ ਯੁਕਤ ਲਿਪਾਂਕ। ਬਸ ਉਵੇਂ ਹੀ ਆ, ਆਪਾਂ ਇਹ ਰੀਟ ਦੇ ਵਿੱਚ ਪੜ੍ਹਿਆ ਪਰ ਇਹ ਸ਼ਬਦ ਨਹੀਂ ਪੜ੍ਹੇ ਹੋਏ, ਬਸ ਇੰਨਾ ਹੀ ਆ। ਆਪਾਂ ਪੜ੍ਹਦੇ ਆ ਨਾ ਖੰਡੀ ਤੇ ਅਖੰਡੀ ਧੁਨੀਆਂ, ਬਸ ਉਹੀ ਆ ਇਹ। ਮੁਕਤ ਲਿਪਾਂਕ ਦੇ ਵਿੱਚ ਖੰਡੀ ਧੁਨੀਆਂ ਆ ਗਈਆਂ, ਯੁਕਤ ਦੇ ਵਿੱਚ ਅਖੰਡੀ ਆ ਗਈਆਂ, ਕੁਝ ਹੋਰ ਆ ਗਿਆ ਜੋ ਵੀ ਦੇਖਦੇ ਆ। ਕਹਿੰਦੇ ਆ ਮੁਕਤ ਲਿਪਾਂਕ ਹੈ ਜਿਹੜਾ। ਸੋ ਆਪਾਂ ਗੱਲ ਕਰਦੇ ਹਾਂ, ਆ ਜਾਓ ਮੁਕਤ ਲਿਪਾਂਕ ਦੀ ਗੱਲ ਕਰੀਏ ਸਭ ਤੋਂ ਪਹਿਲਾਂ ਤਾਂ। ਹਾਂਜੀ ਦੋ ਹੈ ਮੁੱਖ ਰੂਪ ਦੇ ਵਿੱਚ। ਇੱਕ ਤਾਂ ਹੁੰਦਾ ਸਾਡਾ ਮੁਕਤ, ਇੱਕ ਹੁੰਦਾ ਸਾਡਾ ਯੁਕਤ, ਜਿਹਨੂੰ ਜੜੋਤ ਲਿਪਾਂਕ ਵੀ ਕਹਿ ਦਿੰਦੇ ਆਪਾਂ। ਇੱਕ ਤਾਂ ਮੁਕਤ ਹੋ ਗਿਆ ਬਈ, ਹਾਂ ਇੱਕ ਮੁਕਤ ਲਿਪਾਂਕ ਹੋ ਗਿਆ, ਇੱਕ ਹੋ ਗਿਆ ਜੀ ਯੁਕਤ ਲਿਪਾਂਕ। ਯੁਕਤ ਨੂੰ ਦੂਸਰਾ ਨਾਮ ਜੜੋਤ ਵੀ ਕਿਹਾ ਜਾਂਦਾ ਹੈ। ਜੜੋਤ ਜੜਿਆ ਹੋਇਆ ਸੰਯੁਕਤ ਯੁਕਤ ਨਾਲ ਹੀ, ਮੁਕਤ ਤੇ ਯੁਕਤ। ਇਹ ਜਿਹੜਾ ਇਹਨੂੰ ਕਾਰਜ ਦੇ ਆਧਾਰ ਤੇ 2 ਭਾਗਾਂ ਦੇ ਵਿੱਚ ਵੰਡਿਆ ਗਿਆ। ਕਾਰਜ ਦੇ ਆਧਾਰ ਤੇ ਅੱਗੇ 2 ਭਾਗ ਹੈ ਇਹਦੇ ਵੀ। ਇਹ 2 ਭਾਗ ਹੈ ਜਿਹੜੇ ਉਹ ਕਿਹੜੇ ਕਿਹੜੇ ਆ? ਇੱਕ ਤਾਂ ਹੈਗੇ ਆ ਸਵਰ ਲਿਪਾਂਕ, ਇੱਕ ਹੈਗੇ ਆ ਵਿਅੰਜਨ ਲਿਪਾਂਕ। ਇੱਕ ਤਾਂ ਸਵਰ ਹੈ ਇਹ ਤੇ ਇੱਕ ਹੈਗਾ ਜੀ ਵਿਅੰਜਨ। ਸਵਰ ਦੇ ਵਿੱਚ ਤੁਹਾਨੂੰ ਪਤਾ ਹੀ ਹੈ 3 ਸਵਰ ਵਾਹਕ ਹੈ ਜਿਹੜੇ ਉਹ ਆ ਜਾਂਦੇ ਆ। ਲਿਪਾਂਕ ਦਾ ਚਿੰਨ੍ਹ ਆ ਹੁੰਦਾ ਹੈ ਬਾਈ, ਊੜਾ, ਐੜਾ ਤੇ ਈੜੀ। ਲਿਪਾਂਕ ਦਾ ਚਿੰਨ੍ਹ ਅੱਗੇ ਆਹ ਇਸ ਤਰ੍ਹਾਂ ਦਾ ਹੀ ਕੁਛ ਆਹ। ਵਿਅੰਜਨ ਇਹ ਸਵਰ ਲਿਪਾਂਕ ਹੈ ਜਿਹੜੇ ਉਹ ਤਾਂ ਹੈਗੇ ਆ 3, ਬਾਕੀ ਰਹਿ ਗਏ 38। ਇਹ 38 ਦੇ 38 ਸਾਡੇ ਵਿਅੰਜਨ ਲਿਪਾਂਕ ਹਨ। ਇਹ ਆ ਜਿਹੜੇ ਸਾਡੇ ਸੱਸੇ ਤੋਂ ਲੈ ਕੇ ਤੇ ਲੱਲੇ ਪੈਰ ਬਿੰਦੀ ਤੱਕ ਜਿਹੜੇ ਹੈਗੇ ਆ, ਇਹ ਸਾਡੇ ਹੈਗੇ ਵਿਅੰਜਨ ਲਿਪਾਂਕ। ਯੁਕਤ ਜਾਂ ਜੜੋਤ ਲਿਪਾਂਕ ਕਿਹੜੇ ਕਿਹੜੇ ਆ? ਇੱਕ ਤਾਂ ਹੈਗੇ ਆ ਲੱਗ ਲਿਪਾਂਕ ਇਹਦੇ ਵਿੱਚ। ਇੱਕ ਤਾਂ ਆਪਾਂ ਪੜ੍ਹਦੇ ਆ ਲੱਗ ਲਿਪਾਂਕ, ਮਤਲਬ ਜਿਹੜੇ ਹੁੰਦੇ ਆ ਲਗਾ ਨੂੰ ਆਪਾਂ ਕਹਿ ਦਿੰਦੇ ਆ ਲੱਗ ਲਿਪਾਂਕ, ਲਗਾ। ਅੱਛਾ ਹੁਣ ਮੇਰੀ ਗੱਲ ਇੱਥੇ ਧਿਆਨ ਨਾਲ ਸੁਣ ਲਓ, ਪਹਿਲਾਂ ਤੁਸੀਂ ਪੜ੍ਹਦੇ ਆਏ ਹੋ ਪੰਜਾਬੀ ਵਿੱਚ ਲਗਾ ਮਾਤਰਾ 10 ਹੁੰਦੀਆਂ। ਲੱਗ ਲਿਪਾਂਕ ਹੈ ਜਿਹੜੇ, ਲਿਪੀ ਅੰਕ ਹੈ ਜਿਹੜੇ, ਚਿੰਨ੍ਹ ਹੈ ਜਿਹੜੇ, ਤੁਹਾਨੂੰ ਦੱਸਿਆ ਸੀ ਮੈਂ ਵੀ ਉਹ 9 ਹੀ ਹੁੰਦੇ ਆ। ਮੁਕਤੇ ਨੂੰ ਲੱਗ ਲਿਪਾਂਕ ਦੀ ਸ਼੍ਰੇਣੀ ਦੇ ਵਿੱਚ ਨਹੀਂ ਗਿਣਿਆ ਜਾਂਦਾ, ਇਸ ਕਰਕੇ ਇਹ ਹੁੰਦੇ ਆ 9 ਲੱਗ ਲਿਪਾਂਕ ਜਿਹੜੇ ਹੁੰਦੇ ਆ। ਇਹ ਹੈਗੀ ਆ ਭਾਸ਼ਾ ਵਿਗਿਆਨ ਦੀ ਜਿਹੜੀ ਭਾਸ਼ਾ ਹੈ, ਇਹ ਵਿਗਿਆਨ ਦੀ ਭਾਸ਼ਾ ਹੈ, ਇਸ ਕਰਕੇ ਇਸ ਤਰ੍ਹਾਂ ਦੀ ਹੈ। ਤਾਂ ਹੀ ਤੈਨੂੰ ਲਗਾ ਮਾਤਰਾ ਨਾਮ ਨਹੀਂ ਦਿੱਤਾ ਗਿਆ, ਵੈਸੇ ਹੀ ਮੈਂ ਲਗਾ ਲਿਖਤਾ, ਪਰ ਇਹਨੂੰ ਲੱਗ ਲਿਪਾਂਕ ਕਿਹਾ ਜਾਂਦਾ ਹੈ। ਇਹਨਾਂ ਦੀ ਗਿਣਤੀ 9 ਹੈ। ਜਿਵੇਂ ਐ ਨੂੰ ਅੰਕਿਤ ਕਰਨਾ ਜਿਹੜਾ ਮੁਕਤਾ ਐ ਜਿਹੜਾ ਇਹ ਮੁਕਤੇ ਰੂਪ ਵਿੱਚ ਹੈ, ਇਸ ਕਰਕੇ ਐ ਨੂੰ ਅੰਕਿਤ ਕਰਨ ਵਾਸਤੇ ਕੋਈ ਲਿਪਾਂਕ ਨਹੀਂ ਹੈ। ਠੀਕ ਹੈ ਬਈ। ਅੱਗੇ ਦੇਖੋ ਅਗਲਾ ਹੈਗਾ ਜੀ, ਜਿਵੇਂ ਇਹਦੇ ਵਿੱਚ ਲਗਾਖਰ ਵੀ ਹੈ ਤਾਂ ਨਾਲ ਹੀ ਲਗਾਖਰ ਵੀ ਤਾਂ ਆ ਜਾਂਦੇ ਹੈ ਨਾ। ਇੱਕ ਤਾਂ ਲੱਗ ਲਿਪਾਂਕ ਹੈ ਜਿਹੜੇ 9 ਹੈ, ਤੇ ਲਗਾਖਰ ਤੁਸੀਂ ਪੜ੍ਹਦੇ ਹੀ ਹੋ 3 ਬਿੰਦੀ ਟਿੱਪੀ ਤੇ ਅਦਕ ਹੈ ਨਾ, ਬਿੰਦੀ ਟਿੱਪੀ ਅਦਕ। ਫਿਰ ਅੱਗੇ ਆਪਾਂ ਪੜ੍ਹਦੇ ਹਾਂ ਪਾਰਖੰਡੀ ਲਿਪਾਂਕ 2 ਨੰਬਰ ਤੇ। ਯੁਕਤ ਦੇ ਜੜੋਤ ਲਿਪਾਂਕਾਂ ਦੇ ਵਿੱਚ 2 ਨੰਬਰ ਤੇ ਪਾਰਖੰਡੀ ਲਿਪਾਂਕ ਹੈ ਜਿਹੜੇ ਉਹ ਸਾਡੇ ਹੈਗੇ ਆ ਜੀ। ਹਾਂ ਪਾਰਖੰਡੀ ਲਿਪਾਂਕ ਹੈ ਜਿਹੜੇ ਉਹ ਸੁਰ, ਬਲ ਤੇ ਨਾਸਿਕਤਾ ਨੂੰ ਆਪਾਂ ਕਹਿ ਦਿੰਦੇ ਆ, ਇਹ ਸਾਡੇ ਪਾਰਖੰਡੀ। ਨਾਸਿਕ ਜਿਨ੍ਹਾਂ ਨੂੰ ਅਖੰਡੀ ਧੁਨੀਆਂ ਵੀ ਕਹਿ ਦਿੰਦੇ ਆਪਾਂ ਨਾ, ਉੱਥੇ ਨਾਸਿਕਤਾ ਨੂੰ, ਸੁਰ, ਬਲ ਤੇ ਨਾਸਿਕਤਾ ਨੂੰ। ਇਹਦੇ ਵਿੱਚ ਕੀ ਹੈ, ਬਲ ਤੇ ਨਾਸਿਕਤਾ, ਇਹਨਾਂ ਨੂੰ ਅੰਕਿਤ ਕਰਨ ਵਾਸਤੇ ਤਾਂ ਕੋਈ ਨਾ ਕੋਈ ਚਿੰਨ੍ਹ ਤਾਂ ਹੈਗਾ। ਜਿਵੇਂ ਬਲ ਨੂੰ ਆਪਾਂ ਅਦਕ ਦੇ ਨਾਲ ਆਪਾਂ ਅੰਕਿਤ ਕਰ ਸਕਦੇ ਹਾਂ, ਬਲ ਨੂੰ ਅਦਕ ਦੇ ਨਾਲ। ਨਾਸਿਕਤਾ ਨੂੰ ਆਪਾਂ ਬਿੰਦੀ ਤੇ ਟਿੱਪੀ ਨਾਲ, ਬਿੰਦੀ ਤੇ ਟਿੱਪੀ ਨਾਲ ਅੰਕਿਤ ਕਰ ਸਕਦੇ ਹਾਂ, ਪਰ ਸੁਰ ਨੂੰ ਅੰਕਿਤ ਕਰਨ ਵਾਸਤੇ ਕੋਈ ਚਿੰਨ੍ਹ ਨਹੀਂ ਹੈ। ਇਹ ਤੁਸੀਂ ਧਿਆਨ ਦੇ ਵਿੱਚ ਰੱਖਣੀ ਹੈ ਗੱਲ।
ਵੀ ਪਾਰਖੰਡੀ ਲਿਪਾਂਕਾਂ ਦੇ ਵਿੱਚ ਕਿਹੜੇ ਲਿਪਾਂਕ ਨੂੰ ਅੰਕਿਤ ਕਰਨ ਵਾਸਤੇ ਕੋਈ ਚਿੰਨ੍ਹ ਮੌਜੂਦ ਨਹੀਂ ਗਾ ਜੀ, ਉਹ ਸੁਰ ਨੂੰ। ਠੀਕ ਹੈ, ਪਾਰਖੰਡੀ ਸਭ ਤੋਂ ਪਹਿਲਾਂ 3 ਹੈ, ਇਹ ਧਿਆਨ ਦੇ ਵਿੱਚ ਰੱਖਣਾ ਹੈ। ਅੱਗੇ ਹੈ ਜੀ ਪੈਰ ਲਿਪਾਂਕ। ਪੈਰ ਲਿਪਾਂਕ ਹੈ ਜਿਹੜੇ ਉਹ 3 ਹੈ ਜੀ ਸਾਡੇ, ਹਾਹਾ, ਰਾਰਾ ਤੇ ਵਾਵਾ। ਓਹੋ ਹਾਂ, ਉਸੇ ਚੀਜ਼ ਜੜੋਤ ਲਿਪਾਂਕ 'ਚ ਤੀਜਾ ਨੰਬਰ ਆ ਗਿਆ। ਤੀਜਾ ਨੰਬਰ ਹੈਗਾ ਜੀ ਪੈਰ ਲਿਪਾਂਕ। ਪੈਰਾਂ ਦੇ ਵਿੱਚ ਜਿਹੜੇ ਲਿਪੀ ਅੰਕ ਲੱਗਦੇ ਆ ਉਹਨਾਂ ਨੂੰ ਪੈਰ ਲਿਪਾਂਕ, ਹੈ ਨਾ। ਹਾਹਾ, ਰਾਰਾ ਤੇ ਵਾਵਾ ਤੁਹਾਨੂੰ ਪਤਾ ਲੱਗ ਹੀ ਗਿਆ। ਇਹਨਾਂ ਨੂੰ ਆਪਾਂ ਕੀ ਪੜ੍ਹਦੇ ਹਨ, ਦੁੱਤ ਅੱਖਰ ਪੜ੍ਹਦੇ ਹਾਂ। ਉੱਥੇ ਕਈ ਸਟੂਡੈਂਟ ਕਹਿੰਦੇ ਸਰ ਦੂਤ ਅੱਖਰ, ਦੂਤ ਨਹੀਂ ਹੋਏ, ਦੁੱਤ ਅੱਖਰ ਹੁੰਦੇ ਆ। ਇਹਨਾਂ ਦੀ ਵਰਤੋਂ ਹੈ ਜਿਹੜੀ ਹੈ ਮੁਕਤ ਲਿਪਾਂਕ ਤੇ ਪੈਰ ਬਿੰਦੀ ਲਿਪਾਂਕ ਦੋਨੋਂ ਤਰ੍ਹਾਂ ਦੇ ਨਾਲ ਹੋ ਜਾਂਦੀ ਹੈ। ਪੈਰ ਲਿਪਾਂਕਾਂ ਦੀ ਵਰਤੋਂ ਹੈ ਜਿਹੜੀ ਇਹ ਮੁਕਤ ਲਿਪਾਂਕ ਤੇ ਪੈਰ ਬਿੰਦੀ ਦੋਨਾਂ ਦੇ ਨਾਲ ਹੀ ਹੋ ਜਾਂਦੀ ਹੈ, ਕੋਈ ਦਿੱਕਤ ਨਹੀਂ, ਹੈ ਨਾ। ਇਹਦੇ ਵਿੱਚ ਪੈਰ ਲਿਪਾਂਕ ਹਾਂ ਤੁਹਾਨੂੰ ਪਤਾ ਹੀ ਹੈ ਵੀ ਸੁਰ ਦਾ ਸੂਚਕ ਹੈ ਨਾ। ਅੱਛਾ, ਮੁਕਤ ਲਿਪਾਂਕਾਂ ਦੇ ਵਿੱਚ ਨਾ 2 ਹੋਰ ਹੈ, ਇਹ ਵੀ ਥੋੜੇ ਜਿਹੇ ਨਾ ਮੈਂ ਜ਼ਿਕਰ ਕਰ ਹੀ ਲਵਾਂ। ਹਾਂ ਆ ਰਿਹਾ, ਇਹਦੇ ਵਿੱਚ ਸਵਰ ਤੇ ਵਿਅੰਜਨ ਹੋ ਗਏ। ਇੱਕ ਹੋ ਗਏ ਪੈਰ ਬਿੰਦੀ ਲਿਪਾਂਕ ਤੇ ਇੱਕ ਹੋ ਗਏ ਗੂੜ ਲਿਪਾਂਕ। ਪੈਰ ਬਿੰਦੀ ਲਿਪਾਂਕ ਵੀ ਹੈ, ਸਵਰ ਵਿਅੰਜਨ ਤੇ ਪੈਰ ਬਿੰਦੀ ਲਿਪਾਂਕ ਅਲੱਗ ਆਉਂਦੇ ਆ ਇਹਦੇ ਵਿੱਚ, ਇਹ ਵੀ ਤੁਸੀਂ ਧਿਆਨ 'ਚ ਰੱਖਣਾ। ਮਤਲਬ ਕੀ ਹੈ ਵੀ ਜਿਹੜੇ 6 ਆ ਲਾਸਟ ਦੇ ਵਿੱਚ, ਜਿਹੜਾ ਅੰਤਮ ਜਿਹੜਾ ਨਵੀਨ ਵਰਗ ਹੈ ਜਿਹੜਾ ਵਰਣਮਾਲਾ ਦਾ, ਉਹਦੇ ਅੰਤਮ 6 ਅੱਖਰ ਹੈ ਜਿਹੜੀ ਸੱਸੇ ਪੈਰ ਬਿੰਦੀ, ਕੱਕੇ ਪੈਰ ਬਿੰਦੀ, ਗੱਗੇ ਪੈਰ ਬਿੰਦੀ, ਜੱਜੇ ਪੈਰ ਬਿੰਦੀ, ਫੱਫੇ ਪੈਰ ਬਿੰਦੀ ਤੇ ਲੱਲੇ ਪੈਰ ਬਿੰਦੀ, 6 ਹੈ ਜਿਹੜੇ। ਉਹ ਕੀ ਹੈ ਵੀ ਉਹ ਵਿਅੰਜਨ ਲਿਪਾਂਕਾਂ ਦੀ ਸ਼੍ਰੇਣੀ 'ਚ ਵੀ ਆਉਂਦੇ ਆ ਤੇ ਪੈਰ ਬਿੰਦੀ ਲਿਪਾਂਕ ਵੀ ਆ, ਉਹ ਧਿਆਨ 'ਚ ਰੱਖਣਾ। 6 ਹੈ ਜਿਹੜੇ ਇਹ ਪੈਰ ਬਿੰਦੀ ਲਿਪਾਂਕ ਹੈ। ਉਸ ਤੋਂ ਬਾਅਦ ਇੱਕ ਹੈ ਜੀ ਗੂੜ ਲਿਪਾਂਕ। ਗੂੜ ਲਿਪਾਂਕ ਹੈ ਜਿਹੜੇ ਮੁਕਤ ਲਿਪਾਂਕਾਂ ਦੀ ਸ਼੍ਰੇਣੀ 'ਚ ਹੀ ਆਉਂਦੇ ਆ। ਸਵਰ ਲਿਪਾਂਕ, ਵਿਅੰਜਨ ਲਿਪਾਂਕ, ਪੈਰ ਬਿੰਦੀ ਲਿਪਾਂਕ ਤੇ ਗੂੜ ਲਿਪਾਂਕ। ਗੂੜ ਲਿਪਾਂਕ ਹੈ ਜਿਹੜੇ ਉਹ ਹੈਗੇ ਆ ਜੀ, ਹਾਂ ਇੱਥੇ ਮੁਕਤ ਲਿਪਾਂਕਾਂ ਦੇ ਵਿੱਚ ਇੱਥੇ ਕਰ ਲੈਣਾ ਨਾਲ ਗੂੜ ਲਿਪਾਂਕ। ਗੁੜ ਨਹੀਂ ਗੂੜ, ਘੱਗਾ, ਝੱਜਾ, ਢੱਡਾ, ਧੱਦਾ ਤੇ ਪੱਬਾ, ਇਹ ਹੈ ਜਿਹੜੇ ਇਹ। ਤੇ ਇੱਕ ਹੈਗਾ ਜੀ ਹਾਹਾ। ਇਹ ਤੁਹਾਨੂੰ ਪਤਾ ਹੀ ਹੈ ਪੰਜਾਬੀ ਦੇ ਵਿੱਚ, ਪੰਜਾਬੀ ਇੱਕ ਸੁਰਾਤਮਕ ਭਾਸ਼ਾ ਹੈ ਤੇ ਸੁਰ ਨੂੰ ਅੰਕਿਤ ਕਰਨ ਵਾਸਤੇ ਤੁਹਾਨੂੰ ਪਤਾ ਹੀ ਹੈ ਵੀ ਜਦੋਂ ਸੁਰ ਦੀ ਗੱਲ ਚੱਲੇ ਤੇ ਉਦੋਂ ਆਹ ਜਿਹੜੀਆਂ ਧੁਨੀਆਂ ਘੱਗਾ, ਝੱਜਾ, ਢੱਡਾ, ਧੱਦਾ, ਪੱਬਾ, ਇਹਨਾਂ ਦੀ ਵਰਤੋਂ ਤੇ ਹਾਹਾ ਤਾਂ ਹੈ ਹੀ ਸੁਰ ਯੰਤਰੀ, ਤੁਹਾਨੂੰ ਪਤਾ ਹੀ ਹੈ ਨਾ। ਇਹਨਾਂ ਦੇ ਕਾਰਨ ਇਹਨੂੰ ਕੀ ਹੈ ਗੂੜ ਲਿਪਾਂਕ ਕਿਹਾ ਜਾਂਦਾ, ਕਿਉਂਕਿ ਇਹ ਹੈ ਜਿਹੜੀ ਇਹਨਾਂ ਦਾ ਉਚਾਰਨ ਹੈ ਜਿਹੜਾ ਉਹ ਇਹ ਇੱਕ ਤੋਂ ਵੱਧ ਧੁਨੀਆਂ ਦੇ ਸੂਚਕ ਹੈ ਉਚਾਰਨ ਦੇ। ਇਹਨਾਂ ਦਾ ਉਚਾਰਨ ਦੋਹਰਾ ਕਹਿ ਲਓ, ਹੈ ਨਾ ਤੁਸੀਂ, ਹੁੰਦਾ ਹੈ ਨਾ। ਜਿਵੇਂ ਆਪਾਂ ਜੇ ਤਾਂ ਮੰਨ ਲਓ ਵੀ ਇਹਨੂੰ ਸ਼ੁਰੂ 'ਚ ਪੜ੍ਹੀਏ ਤਾਂ ਇਹ ਪੂਰਾ ਘੱਗਾ ਹੈ ਨਾ, ਇਹ ਜਦੋਂ ਐਵੇਂ ਮੰਨ ਲਓ ਹੈ ਨਾ ਇਹ ਹੈਗਾ। ਤੇ ਦੂਸਰਾ ਜਿਵੇਂ ਮੰਨ ਲਓ, ਹਾਂ ਜਿਵੇਂ ਕਿਸੇ ਦਾ ਨਾਮ ਹੈ ਰਾਘਵ, ਹੈ ਨਾ, ਰਾਘਵ। ਮੈਨੂੰ ਵੈਸੇ ਹੀ ਉਦਾਹਰਨ ਯਾਦ ਨਹੀਂ ਆਇਆ ਕੋਈ, ਮੈਂ ਆਹੀ ਲਿਖਤਾ, ਹਾਂ ਰਾਘਵ। ਹੁਣ ਇਹਦੇ ਵਿੱਚ 2 ਥਾਈਂ ਘੱਗਾ, ਇੱਥੇ ਵੀ ਘੱਗਾ ਹੈ, ਕਹੀ ਹੈ ਨਾ, ਆਹ ਹੀ ਅੱਖਰ ਹੈ ਨਾ। ਇਹਦੀ ਵੇਖ ਲਓ ਦੋਨਾਂ ਸਥਿਤੀਆਂ ਦੇ ਵਿੱਚ ਉਚਾਰਨ ਅਲੱਗ-ਅਲੱਗ ਆ। ਪਹਿਲੇ 'ਚ ਘੋੜਾ, ਪਹਿਲੇ ਦੇ ਵਿੱਚ ਤਾਂ ਇਹ ਕੈ ਦੇ ਨਾਲ ਮੇਲ ਖਾਂਦਾ, ਘੋੜਾ ਕ, ਤੇ ਦੂਸਰੇ 'ਚ ਰਾਘਵ ਗੈ ਨਾਲ ਮੇਲ ਖਾਂਦਾ, ਹੈ ਨਾ। ਇਹਦੀ ਮਤਲਬ ਕੀ ਹੈ ਵੀ ਦੋਹਰੇ ਉਚਾਰਨ ਦਾ ਕਰਕੇ ਇਹਨਾਂ ਨੂੰ ਗੂੜ ਲਿਪਾਂਕ ਕਿਹਾ ਜਾਂਦਾ। ਹਾਹਾ ਜਿਹੜਾ ਉਹ ਤੁਹਾਨੂੰ ਪਤਾ ਹੀ ਹੈ ਕਈ ਸਥਿਤੀਆਂ 'ਚ ਬੋਲਿਆ ਨਹੀਂ ਜਾਂਦਾ, ਸ਼ੁਰੂ 'ਚ ਬੋਲਿਆ ਜਾਂਦਾ ਹੁੰਦਾ ਜਿਵੇਂ ਹਵਾ, ਹੈ ਨਾ, ਪਰ ਜਦੋਂ ਲਾਸਟ ਦੇ ਵਿੱਚ ਆ ਜਾਏ ਤਾਂ ਉਦੋਂ ਆਪਾਂ ਸਿੱਧਾ ਹੀ ਚਾਹ ਨਹੀਂ ਬੋਲਦੇ, ਆਪਾਂ ਚਾਹ ਬੋਲਦੇ ਆਪਾਂ। ਸੁਰ ਨੂੰ ਧੱਕਾ ਜਿਹਾ ਲੱਗਦਾ, ਆਪਣੀ ਆਵਾਜ਼ ਨੂੰ ਧੱਕਾ ਜਿਹਾ ਲਗਾਉਂਦੇ। ਲਓ ਬੇਟਾ ਜੀ, ਆਪਣੀਆਂ ਗੱਲਾਂ ਹੋ ਗਈਆਂ ਵਾਹਵਾ ਕਲੀਅਰ। ਤੇ ਆ ਜਿਹੜੇ ਗੁਰਮੁਖੀ ਦੇ ਲਿਪਾਂਕਾਂ ਦੀ ਮੌਜੂਦਾ ਗਿਣਤੀ 41 ਹੈ। ਇਹਨਾਂ ਦੇ ਕਾਰਜ ਦੀ ਦ੍ਰਿਸ਼ਟੀ ਤੋਂ ਕਿੰਨੇ ਪ੍ਰਕਾਰ ਹੈ ਜੀ? 2 ਹੈ ਜੀ, ਹੈ ਨਾ, ਮੁਕਤ ਤੇ ਯੁਕਤ। ਯੁਕਤ ਨੂੰ ਜੜੋਤ ਲਿਪਾਂਕ ਵੀ ਕਿਹਾ ਜਾਂਦਾ। ਅਗਲਾ ਪ੍ਰਸ਼ਨ ਹੈ ਜਿਹੜਾ, ਹਾਂ ਪੰਜਾਬੀ ਵਿੱਚ ਸ਼ਬਦ ਰੂਪ ਦਾ ਇੱਕ ਅਨਿੱਖੜ ਮਹੱਤਵਪੂਰਨ ਅੰਗ ਹੈ ਜਿਹੜਾ ਉਹ ਹੈਗਾ ਜੀ ਸੁਰ। ਬਸ ਇਹ ਗੱਲ ਧਿਆਨ 'ਚ ਰੱਖਣੀ ਹੈ। ਪੰਜਾਬੀ ਸੁਰਾਤਮਕ ਭਾਸ਼ਾ, ਸਹੀ ਹੈ, ਸੁਰ ਹੈ ਇਹਦਾ ਉੱਤਰ। ਭਾਸ਼ਾ ਵਿੱਚ ਧੁਨੀ ਪਰਿਵਰਤਨ ਦਾ ਪ੍ਰਮੁੱਖ ਸੋਮਾ ਕਿਹੜਾ ਹੈ ਜੋ ਵਾਰ-ਵਾਰ ਵਾਪਰਦਾ ਹੈ? ਇਹ ਹੈਗਾ ਜੀ ਸਮੀਕਰਨ। ਔਖਾ ਜਿਹਾ ਪ੍ਰਸ਼ਨ ਹੈ ਕੋਈ, ਫਿਰ ਵੀ ਚਲੋ ਕੋਈ ਨਹੀਂ, ਧਿਆਨ ਦੇ ਵਿੱਚ ਰੱਖਿਓ ਇਸ ਨੂੰ। ਸਮੀਕਰਨ ਬਣਦਾ ਹੈ। ਅਸੰਗਤ ਚੁਣੋ ਜੀ, ਕਹਿੰਦੇ ਅਸੰਗਤ ਚੁਣਨਾ ਜੀ। ਇਹਦੇ ਵਿੱਚੋਂ
मतलब की है भी आ जिहड़ा ये साडे जिवें मैं तुहानूं वारी वारी कहना हुंदा ना भी BA वालीआं बुक्स आ जिहड़ियां उन्हां दे विच मगर औखे शब्दां दे अर्थ दित्ते आ जिहड़े उन्हां दे विचों एक जां दो प्रश्न श्योर आउणगे ही आउणगे। ये उहदे विचों प्रश्न है तगादड़ा, तगादा नूं कहंदे आ जी सतरखाना, हरम, कीर, कामा, जहीर दा मतलब कमज़ोर। तगादड़ा, तगादा, तगादा दा मतलब होंदा है कोई झगड़ा हो जाना, कोई औख आ जानी, उस नूं कहा जांदा है तगादा, तगादड़ा, कोई झगड़ा जां औख है ना, झगड़ा जां औख नूं कह दिंदे। सतरखाना नूं हरम कह दिंदे आ। हरम वो जगह हुंदी है, हरम मतलब हुंदा जिथे जाना विवर्जित होवे, वर्जित होवे, जिथे आपां ना जा सकीए, कह लो तुसी हरम विवर्जित, हरम तो ही हराम शब्द बनिया। कीर, कीर दा अर्थ कामा है ना, कीर, कीर वैसे कह दिंदे इहनूं अपने किरपन कंजूस जिहड़ा हुंदा है सोम, उस नूं कह दिंदे आ कीर कामा, ये तो चलो सही है। जहीर नहीं, ये नहीं गा सही तुहाडा। कीर, कीर दा मतलब तो हुंदा है जिहड़ा बंदा होवे कंजूस, पर कामा जिहड़ा हुंदा है वो हुंदा भी काम करने वाला बंदा, मेहनत करने वाला, कामा उसनूं कह दिंदे। जहीर दा मतलब कमज़ोर हैगा ही हैगा, कोई दिक्कत। जहीर दा मतलब हुंदा कमज़ोर, थक्या टुੱਟਿਆ जिहड़ा बंदा होवे उसनूं आपां जहीर कह दिंदे। 184 जून विच उत्तम जून सो मानस देही भाई गुरदास जी की किहड़ी वार दे विचों लिया गया है पंक्तियां। ये वार तुहानूं पता ही है भी BA दे विचों प्रश्न है, BA वाली बुक दे विचों प्रश्न देख लियो तुसीं इसनूं। हाँ कितना 31 नंबर प्रश्न है साडा। हाँ इहदा जिहड़ा उत्तर है सही, ये 15वीं वार दे विचों आ। 184 जून विच उत्तम जून सो मानस दे भाई गुरदास जी ते बड़ी खोज चर्चा की है आपां। फरीद बाणी दे करता संबंधी संख्या का आरंभ किहड़ी पुस्तक की प्रकाशना नाल हुंदा है? तुहानूं पता ही है द सिख रिलीजन दे नाल हुंदा है ना। बाबे शेख फरीद की बाणी के बारे सब तो पहला भुलेखा भी ये बाणी है जिहड़ी शेख फरीद की नहीं है, किसी शेख ब्रह्म नाम के शख्स की है। ये सब तो पहला भुलेखा जिहड़ा ये सिख रिलीजन पुस्तक तो पैंदा है। पंजाबी सूफी पोइट्स तो उन्हें लिखी है जिहड़ी वो लाजवंती रामा कृष्णा ने, है ना। हाँ अगला प्रश्न है बुल्ले शाह दीआं काफियां संबंधी सब तो व्यवस्थित संकलन 1964 दे विच कुलियात ए बुल्ले शाह नां अधीन प्रकाशित होया। इहदा संपादक जिहड़ा कौन सीगा? इहदा संपादक सीगा डॉक्टर मोहन सिंह दीवाना। ठीक है भाई, चलो ठीक है। शाह हुसैन दीआं काफियां विच वरते शब्द वत, ब्याह, कीतम, विहूणा ये किहड़ी उपभाषा दे है जी? ये लहिंदी दे है। शाह हुसैन दीआं काफियां जिहड़ियां लहिंदी भाषा दे, तुहानूं पता ही है बहुत प्रभाव है उहदे शाह हुसैन दीआं काफियां ते, इस करके लहिंदी भाषा दे शब्द है जी। कीतम, वत, ब्याह, विहूणा ये शब्द लहिंदी भाषा दे है। दीवान ए बाहू की मूल भाषा जिहड़ी वो हैगी है जी फारसी। दीवान ए बाहू ये मूल भाषा इहदी फारसी है। अगला प्रश्न है सुल्तान बाहू के कलाम का मूलाधार अते रहस अनुभव का प्रेरक सोमा यह हैगा जी इश्क, क्योंकि सूफी है जिहड़े उन्हां दे विचों सुल्तान बाहू के हिस्से जिहड़ी गल आई है वो इश्क ही है, बाकी तो वैसे ही नहीं बनती है ना। उच्चे महल उसार विछाए विछावने बड़े दुनियादार नाव गवावने, ये भी तुसीं देख लियो भाई गुरदास जी की वार दे विच आउंदी है ये गल। ये जिहड़ी इन्हां दा तुकां दा रचनाकार है जिहड़ा ये भाई गुरदास जी है। अगला प्रश्न है जिहड़ा वार नादर शाह विच आए वर्णन मुताबक कातल कुली ते शाह तवाचा नूं चुगत्तियां दा किहड़ा योद्धा मारदा है? इन्हां नूं चुगत्तियां दा योद्धा जिहड़ा ओह मुजफ्फर मारदा है ना। आकल मिर्जा नूर बेगे दी कहानी मैं पूरी दसी सी, तुहानूं पता ही है। अगला प्रश्न है जिहड़ा सस्सी हाशम विच पेश वेरवे मुताबक सस्सी द्वारा कैद बलोचां नूं छडाउण लई किहड़ा बलोच सरदार पुन्नू नूं लैण लई केचम शहर जांदा है? सस्सी हाशम दे विच जिहड़ा वेरवा आउंदा है उहदे विच किहड़े किहड़े आ देख लो नाम आए बबीहा, बब्बन, अली ते गनिया। बबीहा ते बब्बन ये दोने साथी हुंदे आ, है ना। जदों सस्सी है जिहड़ी बलोच जाते हैं जिहड़े वो बड़ियां तड़ा मारते हैं भी असी पुन्नू नूं जाणदे असी ये वो। सस्सी है जिहड़ी उन्हां नूं कैद कर लैंदी है, वो कहंदी भी हुण वो ही छड़ाउण आऊगा तुहानूं। तो वह बबीहा ते बब्बन होंदे आ दोने, वो की करदे आ आपस दे विच सलाह करदे आ भी आपां की करिए भी केशम शहर दे विच पुन्नू नूं लैण जाइए। सब बबीहा ते बब्बन दोने सलाह करदे आ ते जांदा कौन है इन्हां दे विचों? बब्बन जांदा है। ठीक है भाई, बब्बन कहंदा भी मैं जाऊँगा, मैं बब्बन लो जी बब्बन गया तो बब्बन पुन्नू नूं जाके कहंदा बई बड़ी सोहनी है बई सस्सी। सस्सी कहंदा भी बड़ी मतलब बड़ी तारीफ करदा, बड़ी रज के बड़े मतलब उन्होंने
ਟੋਰੇ ਟਰਪੱਲੇ ਮਾਰ ਕੇ ਆਉਂਦਾ ਫਿਰ ਉਹ ਆ ਜਾਂਦਾ ਪੁੰਨੂ ਇਹਦੇ ਨਾਲ ਬੱਬਣ ਦੇ ਨਾਲ। ਅਲੀ ਇਹਦੇ ਵਿੱਚ ਕੌਣ ਹੈ? ਅਲੀ ਹੈ ਜਿਹੜਾ ਇਹਦਾ ਨਾਮ ਹੋਤ ਅਲੀ ਲਿਖਿਆ ਹੋਇਆ, ਇਹਦਾ ਨਾਮ ਇਸ ਕਿੱਸੇ ਦੇ ਵਿੱਚ ਹੋਤ ਅਲੀ ਵੀ ਆਉਂਦਾ, ਅਲੀ ਜਾਂ ਹੋਤ ਅਲੀ। ਇਹ ਕੇਚਮ ਸ਼ਹਿਰ ਦਾ ਵਾਲੀ ਹੈ ਜਿਹੜਾ, ਕੇਚਮ ਦਾ ਵਾਲੀ ਅਲੀ, ਕੇਚਮ ਸ਼ਹਿਰ ਪੁੰਨੂ ਦਾ ਸ਼ਹਿਰ ਹੈ ਜਿਹੜਾ ਇਹ ਕੇਚਮ ਹੈ। ਕੇਚਮ ਦਾ ਵਾਲੀ ਜਿਹੜਾ, ਕੇਚਮ ਸ਼ਹਿਰ ਦਾ ਮੁਖੀਆ ਜਿਹੜਾ ਉਹ ਹੋਤ ਅਲੀ ਹੈ। ਤੇ ਗਨੀਆਂ ਜਿਹੜਾ, ਗਨੀਆਂ ਸਰਦਾਰ ਹੈ ਜਿਹੜਾ, ਗਨੀਆਂ ਇੱਕ ਸੌਦਾਗਰ ਹੈ ਤੇ ਇਸ ਗਨੀਆਂ ਦੇ ਬੇਟੇ ਨੇ ਪੁੰਨੂ ਦੀ ਤਸਵੀਰ ਹੈ ਜਿਹੜੀ ਉਹ ਸੱਸੀ ਦੇ ਬਾਗ ਵਿੱਚ ਬਣਾਈ ਸੀ। ਪੁੰਨੂ ਦੀ ਤਸਵੀਰ ਨੂੰ ਵੇਖ ਕੇ ਸੱਸੀ ਮੋਹਿਤ ਹੋ ਜਾਂਦੀ ਹੈ, ਗਨੀਆਂ ਦਾ ਬੇਟਾ। ਗਨੀਆਂ ਦਾ ਮਤਲਬ ਬੇਟੇ ਦਾ ਨਾਮ ਹੈ, ਉਹਦੇ ਪਿਤਾ ਦਾ ਨਾਮ ਆਇਆ ਮਤਲਬ ਜਿਹੜੇ ਮੁੰਡੇ ਨੇ ਤਸਵੀਰ ਬਣਾਈ ਹੈ। ਹਾਂਜੀ, ਅਗਲਾ ਪ੍ਰਸ਼ਨ ਹੈ ਜਿਹੜਾ 40 ਨੰਬਰ ਪ੍ਰਸ਼ਨ ਦੇ ਵਿੱਚ ਹੈ ਵੀ 1983 ਦੇ ਵਿੱਚ ਡਾਕਟਰ ਜਗਤਾਰ, ਪ੍ਰਸਿੱਧ ਕਵੀ ਹੈ ਨਾ ਡਾਕਟਰ ਜਗਤਾਰ, ਉਹਦੇ ਦੁਆਰਾ ਸੰਪਾਦਿਤ ਕਿੱਸਾ ਹੀਰ ਦਮੋਦਰ ਦਾ ਪਾਠ ਕਿੱਥੋਂ ਮਿਲੇ ਨੁਸਖੇ ਦੇ ਉੱਪਰ ਆਧਾਰਿਤ ਹੈ। ਇਹ ਜੀ ਮੁਲਤਾਨ ਦੇ ਵਿੱਚੋਂ ਕਿਸੇ ਹੀਰ ਦਮੋਦਰ ਦਾ ਇੱਕ ਮਿਲਿਆ ਸੀਗਾ ਨੁਸਖਾ, ਉਹਦੇ ਤੇ ਆਧਾਰਿਤ ਹੈ। ਇਹਦਾ ਉੱਤਰ ਹੈ ਮੁਲਤਾਨ। ਕਿਹੜਾ ਵਿਦਵਾਨ ਪੀਲੂ ਨੂੰ ਪਿੰਡ ਠੱਠੀ ਬਲੋਚ ਦਾ ਵਸਨੀਕ ਦੱਸਦਾ ਹੈ? ਤੁਹਾਨੂੰ ਦੱਸਿਆ ਸੀ ਮੈਂ ਆਪਣੀ ਐਪ ਦੇ ਵਿੱਚ ਜਿਹੜਾ ਕੋਰਸ ਸੀ ਉਹਦੇ ਵਿੱਚ ਮੈਂ ਇਹ ਗੱਲ ਵੀ ਕੀਤੀ ਸੀ। ਆ ਜਾਓ ਫਿਰ ਹੋਰ ਗੱਲ ਦੱਸਦੇ ਹਾਂ ਇਹਦੇ ਵਿੱਚ, ਤੁਹਾਨੂੰ ਮੈਂ ਦੱਸਦਾ। 41 ਨੰਬਰ ਦੇ ਵਿੱਚ ਜਿਹੜੇ ਆਪਸ਼ਨ ਦਿੱਤੇ ਹੋਏ ਆ, ਮੌਲਾ ਬਖਸ਼ ਕੁਸ਼ਤਾ ਤਾਂ ਪੀਲੂ ਨੂੰ ਕਹਿੰਦਾ ਹੈ ਜੀ, ਪੀਲੂ ਦਾ ਪਿੰਡ ਵੈਰੋਵਾਲ, ਤਹਿਸੀਲ ਤਰਨਤਾਰਨ, ਜ਼ਿਲ੍ਹਾ ਅੰਮ੍ਰਿਤਸਰ। ਮੌਲਾ ਬਖਸ਼ ਕੁਸ਼ਤਾ ਕਹਿੰਦਾ ਜੀ ਪੀਲੂ ਦਾ ਪਿੰਡ ਵੈਰੋਵਾਲ ਹੈ ਜੀ, ਤਹਿਸੀਲ ਤਰਨਤਾਰਨ। ਹੁਣ ਤਾਂ ਤਹਿਸੀਲ ਨਹੀਂ ਰਹੀ ਤਰਨਤਾਰਨ, ਇਹ ਡਿਸਟ੍ਰਿਕਟ ਬਣ ਗਿਆ, ਹੁਣ ਤਾਂ ਜ਼ਿਲ੍ਹਾ ਬਣ ਗਿਆ। ਡਾਕਟਰ ਮੋਹਨ ਸਿੰਘ ਦੀਵਾਨਾ ਕਹਿੰਦਾ ਜੀ ਪੀਲੂ ਦਾ ਜਿਹੜਾ ਪਿੰਡ ਹੈ ਉਹ ਅਟਾਰੀ, ਅਟਾਰੀ ਬਾਰਡਰ ਦਾ ਨਾਮ ਸੁਣਿਆ, ਅਟਾਰੀ ਅੰਮ੍ਰਿਤਸਰ। ਠੀਕ ਹੈ ਜੀ। ਕਹਿੰਦੇ ਅਬਦੁਲ ਗਫੂਰ ਕੁਰੈਸ਼ੀ ਕਹਿੰਦਾ ਜੀ ਇਹ ਤਰਨਤਾਰਨ ਅੰਮ੍ਰਿਤਸਰ ਦਾ ਸੀਗਾ, ਵੈਸੇ ਨੇ ਕੋਈ ਪਿੰਡ ਦਾ ਨਾਮ ਨਹੀਂ ਲਿਆ, ਤਰਨਤਾਰਨ ਲਿਖਦਾ ਸਿੱਧਾ। ਡਾਕਟਰ ਫਕੀਰ ਮੁਹੰਮਦ ਫਕੀਰ ਕਹਿੰਦਾ ਜੀ ਇਹਦੇ ਪਿੰਡ ਦਾ ਨਾਮ ਹੈ ਠੱਠੀ ਬਲੋਚ, ਠੱਠੀ ਬਲੋਚ ਇਸ ਦੇ ਪਿੰਡ ਦਾ ਨਾਮ ਹੈ, ਜੋ ਕਿੱਥੇ ਹੈ? ਜੋ ਹੈਗਾ ਜੀ ਵਜ਼ੀਰਾਬਾਦ, ਵਜ਼ੀਰਾਬਾਦ ਗੁਜਰਾਂਵਾਲਾ ਜ਼ਿਲ੍ਹਾ, ਜ਼ਿਲ੍ਹਾ ਗੁਜਰਾਂਵਾਲਾ ਦੀ ਤਹਿਸੀਲ ਵਜ਼ੀਰਾਬਾਦ, ਗੁਜਰਾਂਵਾਲਾ। ਠੀਕ ਹੈ ਵੀ। ਅਗਲਾ ਪ੍ਰਸ਼ਨ, ਹਾਫਿਜ਼ ਬਰਖੁਰਦਾਰ ਰਚਿਤ ਕਿੱਸਾ ਸੱਸੀ ਪੁੰਨੂ ਦੇ ਵਿੱਚ ਵਰਤੋਂ ਕਿਹੜੇ ਛੰਦ ਦੀ ਕੀਤੀ ਗਈ ਹੈ ਜੀ? ਤੁਹਾਨੂੰ ਪਤਾ ਹੀ ਹੈ ਵੀ ਇਸ ਨੇ ਹਾਫਿਜ਼ ਬਰਖੁਰਦਾਰ ਨੇ ਕਿੱਸਾ ਸੱਸੀ ਪੁੰਨੂ ਤੇ ਪੀਲੂ ਵਾਲਾ ਕਿੱਸਾ ਮਿਰਜ਼ਾ ਸਾਹਿਬਾਂ ਦੀ ਕਹਾਣੀ ਨੂੰ ਇਹਨੇ ਹਨਾ ਅੱਗੇ ਮਿਰਜ਼ਾ ਸਾਹਿਬਾਂ ਤੇ ਸੱਸੀ ਪੁੰਨੂ ਦੋਨੇ ਇਹਨੇ ਸੱਧ ਕਾਵਿ ਰੂਪ 'ਚ ਲਿਖਿਆ ਜੀ। ਸੱਸੀ ਪੁੰਨੂ ਵਿੱਚ ਵਰਤੋਂ ਜਿਹੜੀ ਕੀਤੀ ਹੈ ਇਹਨੇ ਸੱਧ ਦੀ ਵਰਤੋਂ ਕੀਤੀ ਹੈ, ਸੱਧ ਕਾਵਿ ਰੂਪ ਦੀ ਵਰਤੋਂ ਕੀਤੀ ਹੈ। ਸੱਧ ਦੇ ਵਿੱਚ ਲਿਖਿਆ ਗਿਆ ਹੈ ਨਾ, ਸੱਧ ਦਾ ਮਤਲਬ ਵੀ ਸੱਦਾ, ਸੱਧ ਬਾਣੀ ਹੈ ਜਿਹੜੀ ਆਉਂਦੀ ਹੈ ਨਾ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ, ਰਾਮਕਲੀ ਸੱਧ ਜਿਹੜੀ ਬਾਬਾ ਸੁੰਦਰ ਜੀ ਦੀ ਰਚਨਾ ਹੈ ਨਾ, ਗੁਰੂ ਅਮਰਦਾਸ ਜੀ ਜਦੋਂ ਮਤਲਬ ਕੀ ਹੈ ਵੀ ਜਦੋਂ ਆਪਣੇ ਅੰਤਮ ਸਮੇਂ 'ਤੇ ਆ ਉਦੋਂ ਉਹ ਲਿਖੀ ਗਈ ਜਿਹੜੀ ਰਚਨਾ ਸੱਧ, ਪ੍ਰਭੂ ਵੱਲੋਂ ਬੁਲਾਵਾ। ਅਗਲਾ ਪ੍ਰਸ਼ਨ ਹੈ ਕਿਹੜੀ ਵਾਰ ਵਿਅਕਤੀ ਨਾਇਕ ਦੀ ਥਾਂ ਰਾਸ਼ਟਰ ਨਾਇਕ ਦੇ ਚਰਿੱਤਰ ਦੀ ਧਾਰਨੀ ਹੈ? ਇਹ ਤਾਂ ਪਤਾ ਹੀ ਹੈ ਜੀ, ਇਹ ਜਿਹੜੀ ਵਾਰ ਨਾਦਰ ਸ਼ਾਹ ਜਿਹੜੀ ਇਹ ਹਿੰਦੁਸਤਾਨੀ ਨਜ਼ਰੀਏ ਤੋਂ ਲਿਖੀ ਗਈ ਹੈ ਨਾ। ਵਾਰ ਜਿਹੜੀ ਨਾਦਰ ਸ਼ਾਹ ਚੰਡੀ ਦੀ ਵਾਰ ਤੁਹਾਨੂੰ ਪਤਾ ਹੀ, ਗੁਰੂ ਗੋਬਿੰਦ ਸਿੰਘ ਜੀ ਦੀ ਪ੍ਰਸਿੱਧ ਰਚਨਾ। ਵਾਰ ਨਾਦਰ ਸ਼ਾਹ ਦੀ ਜਿਹੜੀ ਹੈਗੀ ਆ ਉਹ ਹਿੰਦੁਸਤਾਨ ਦੇ ਉੱਪਰ ਹਮਲਾ ਹੁੰਦਾ ਜਦੋਂ, ਹਿੰਦੁਸਤਾਨੀ ਨਜ਼ਰੀਏ ਤੋਂ ਲਿਖੀ ਗਈ ਹੈ, ਇਸ ਕਰਕੇ ਇਹ ਰਾਸ਼ਟਰ ਨਾਇਕ ਹੋ ਗਿਆ ਕਿ ਨਹੀਂ, ਰਾਸ਼ਟਰ ਦੀ ਗੱਲ ਆ ਗਈ। ਚੱਠਿਆਂ ਦੀ ਵਾਰ ਹੈ ਜਿਹੜੀ ਇਹ ਹੈਗੀ ਹੈ ਜੀ ਪੀਰ ਮੁਹੰਮਦ ਕਾਸਬੀ ਦੀ ਰਚਨਾ, 11ਵੀਂ ਵਾਲੀ ਬੁੱਕ ਦੇ ਵਿੱਚ ਦੇ ਰੱਖੇ ਆ ਸਾਰੇ ਇਹ, ਪੀਰ ਮੁਹੰਮਦ ਕਾਸਬੀ। ਕਾਨ ਭਗਵਾਨ ਦੀ ਵਾਰ ਦਾ ਕਰਤਾ ਹੈ ਕਵੀ ਤੇਜਭਾਨ, ਕਵੀ ਤੇਜਭਾਨ। ਅਗਲਾ ਪ੍ਰਸ਼ਨ ਹੈ ਸ਼ਾਹ ਮੁਹੰਮਦ ਰਚਿਤ ਕਿੱਸਾ ਸੱਸੀ ਪੁੰਨੂ ਦੇ ਸਿਰਫੀ ਵਿੱਚ ਲਿਖੇ 2 ਬੰਦ ਕਿਹੜੀ ਪੁਸਤਕ ਦੇ ਵਿੱਚ ਦਰਜ ਹਨ? ਸੋ ਇਹ ਹੈ ਜਿਹੜਾ ਇਹ ਪੰਜਾਬ ਦੇ ਹੀਰੇ ਮੌਲਾ ਬਖਸ਼ ਕੁਸ਼ਤਾ ਦੀ ਜਿਹੜੀ ਪੁਸਤਕ ਹੈ ਉਹਦੇ ਵਿੱਚ ਹੈ। ਅਗਲਾ ਪ੍ਰਸ਼ਨ ਹੈ ਜਿਹੜਾ ਪ੍ਰੋਫੈਸਰ ਸੀਤਾਰਾਮ ਕੋਹਲੀ ਸ਼ਾਹ ਮੁਹੰਮਦ ਰਚਿਤ ਸਿੰਘਾਂ ਤੇ ਅੰਗਰੇਜ਼ਾਂ ਦਾ ਰਚਨਾਕਾਲ ਕਦੋਂ ਦਾ ਬਣਦਾ ਹੈ? ਪ੍ਰੋਫੈਸਰ ਸੀਤਾਰਾਮ ਕੋਹਲੀ ਹੈ ਜਿਹੜਾ ਉਹ ਕਹਿੰਦਾ ਹੈ ਜੀ 1846। 1846 ਦੇ ਵਿੱਚ ਵੀ ਉਹ ਅੱਗੇ ਗੱਲ ਕਰਦਾ ਹੈ,
ਉਹ ਕਹਿੰਦਾ ਵੀ ਇਹ ਜਿਹੜਾ ਹੈਗਾ ਇਹ ਰਚਨਾ ਕਾਲ ਹੈ ਜਿਹੜੀ ਇਹ ਰਚਨਾ ਸ਼ੁਰੂ ਹੋਈ ਸੀਗੀ ਜੂਨ 1846 ਤੋਂ ਨਵੰਬਰ 1846 ਦੇ ਵਿੱਚ ਰਚਿਆ ਗਿਆ। ਕਹਿੰਦਾ ਜੂਨ 1846 ਤੋਂ ਨਵੰਬਰ 1846 ਦੇ ਵਿੱਚ ਇਹ ਕਿੱਸਾ ਰਚਿਆ ਗਿਆ ਸੀ। ਇਹ ਜੰਗਨਾਮਾ ਜਿਹੜਾ ਰਚਿਆ ਗਿਆ ਸੀਗਾ ਸ਼ਾਹ ਮੁਹੰਮਦ ਦਾ ਜੰਗਨਾਮਾ ਸਿੰਘਾਂ ਤੇ ਫਰੰਗੀਆਂ, ਸਿੰਘਾਂ ਤੇ ਅੰਗਰੇਜ਼ਾਂ ਦਾ। ਸੀਤਾਰਾਮ ਕੋਹਲੀ ਨੇ ਇਹਦਾ ਰਚਨਾ ਕਾਲ 1846 ਦੱਸਿਆ। ਅਗਲਾ ਪ੍ਰਸ਼ਨ ਹੈ ਡਾਕਟਰ ਜੀਤ ਸਿੰਘ ਸ਼ੀਤਲ ਬਾਰਿਸ਼ਾਹ ਦਾ ਜੀਵਨ ਕਾਲ ਮੰਨਦੇ ਹਨ। ਡਾਕਟਰ ਜੀਤ ਸਿੰਘ ਸ਼ੀਤਲ ਨੇ ਬਈ ਮੰਨਿਆ 1720 ਤੋਂ 1795। ਕਾਮਨ ਪ੍ਰਸ਼ਨ ਹੈ ਦਿੱਤਾ ਹੋਇਆ, ਬਾਕੀ ਦੇਖ ਲਓ ਕਿਹੜੇ ਕਿਹੜੇ ਆ। ਅੱਛਾ SS ਅਮੋਲ ਹੈ ਜਿਹੜਾ ਉਹ ਕਹਿੰਦਾ ਜੀ SS ਅਮੋਲ ਕਹਿੰਦਾ ਵੀ 1735 ਤੋਂ 1765। ਅਮੋਲ ਤਾਂ ਕਹਿੰਦਾ ਵੀ 35 ਤੋਂ 65 ਹੈ ਜੀ। ਠੀਕ ਹੈ ਜੀ, ਉਮਰ ਹੀ ਸਾਰੀ 30 ਸਾਲ ਹੀ ਦੱਸੀ ਹੈ SS ਅਮੋਲ ਨੇ ਤਾਂ 35 ਤੋਂ 65। ਮੌਲਾ ਬਖਸ਼ ਕੁਸ਼ਤਾ ਨੇ ਜਨਮ ਹੀ ਦੱਸਿਆ ਵੀ 1738 ਦੇ ਵਿੱਚ ਹੋਇਆ। ਮੌਲਾ ਬਖਸ਼ ਕੁਸ਼ਤਾ ਕਹਿੰਦਾ ਜੀ ਜਨਮ ਹੈ ਜਿਹੜਾ ਇਹ 1738 ਦੇ ਵਿੱਚ ਹੋਇਆ। ਹਾਂ, ਬਾਬਾ ਬੁੱਧ ਸਿੰਘ ਨੇ ਕਿਹਾ ਹੈ ਜੀ ਇਹਦਾ ਜਨਮ 1720 ਦੇ ਵਿੱਚ ਹੋਇਆ। ਬਸ ਇੰਨਾ ਹੀ ਕਿਹਾ। ਬਾਬਾ ਬੁੱਧ ਸਿੰਘ ਨੇ ਕਿਹਾ ਵੀ ਜਨਮ 1720 ਹੈ। ਸੁਰਿੰਦਰ ਕੋਹਲੀ ਨੇ ਜਨਮ 38 ਤੋਂ 98 ਦੱਸਿਆ ਹੈ। ਸੁਰਿੰਦਰ ਕੋਹਲੀ ਜੋ ਕਿ ਵਿਰਾਟ ਕੋਹਲੀ ਦਾ ਕੁਝ ਨਹੀਂ ਲੱਗਦਾ। ਸੁਰਿੰਦਰ ਕੋਹਲੀ ਨੇ ਦੱਸਿਆ 38 ਚ ਜਨਮ ਤੇ 98 ਚ ਮ੍ਰਿਤਿੂ। 17 ਤਾਂ ਆਪੇ ਲਾ ਲਓਗੇ। ਹਾਂ, ਸੰਤ ਸਿੰਘ ਸੇਖੋਂ ਨੇ ਦੱਸਿਆ ਹੈ ਜਿਹੜਾ 1735 ਤੋਂ 1784 ਹੈ ਜਿਹੜਾ ਸਮਾਂ, ਇਹ ਸੰਤ ਸਿੰਘ ਸੇਖੋਂ ਨੇ ਦੱਸਿਆ ਇਹਦਾ ਜਨਮ। ਤੇ ਗੋਪਾਲ ਸਿੰਘ ਦਰਦੀ ਨੇ 1730 ਤੋਂ 1760। ਦਰਦੀ ਮਤਲਬ ਗੋਪਾਲ ਸਿੰਘ ਦਰਦੀ ਕਹਿੰਦਾ ਵੀ 1730 ਤੋਂ 1760। ਠੀਕ ਹੈ ਬਈ, ਇੰਨੇ ਕੁ ਧਿਆਨ ਦੇ ਵਿੱਚ ਰੱਖਣੇ। ਅਗਲਾ ਪ੍ਰਸ਼ਨ, ਕਿੱਸਾ ਯੂਸੁਫ ਜ਼ੁਲੈਖਾ ਹਾਫਿਜ਼ ਬਰਖੁਰਦਾਰ ਦਾ ਨਾਇਕ ਯੂਸੁਫ ਕਿੱਥੋਂ ਦਾ ਰਹਿਣ ਵਾਲਾ ਸੀ? ਅੱਛਾ, ਇਹਦੇ ਵਿੱਚ ਨਾ ਮਿਸਰ, ਇਸਤੰਬੁਲ, ਕੇਚਮ ਤੇ ਕਨਿਆਨ ਇਹਨਾਂ ਦੇ ਨਾਮ ਆਏ ਆ। ਇਸਤੰਬੁਲ ਤੇ ਕੇਚਮ ਸ਼ਹਿਰ ਦਾ ਤੇ ਇਸ ਕਿਸੇ ਦੇ ਨਾਲ ਕੋਈ ਸੰਬੰਧ ਨਹੀਂ ਗਾ। ਇਸਤੰਬੁਲ ਤੇ ਕੇਚਮ ਸ਼ਹਿਰ ਆ ਜਿਹੜੇ ਇਹਨਾਂ ਦਾ ਸੰਬੰਧ ਹੈਗਾ ਸੱਸੀ ਪੁੰਨੂ ਦੇ ਕਿਸੇ ਨਾਲ। ਕੇਚਮ ਸ਼ਹਿਰ ਦਾ ਤੁਹਾਨੂੰ ਪਤਾ ਹੀ ਹੈ। ਦੂਜੇ ਦੋ ਹੀ ਆਪਸ਼ਨ ਰਹਿ ਗਏ, ਮਿਸਰ ਤੇ ਕਨਿਆਨ। ਮਿਸਰ ਦੇ ਵਿੱਚ, ਮਿਸਰ ਦੇ ਬਾਜ਼ਾਰ ਦੇ ਵਿੱਚ ਤਾਂ ਯੂਸੁਫ ਦੀ ਬੋਲੀ ਲੱਗਦੀ ਹੈ ਤੇ ਇਹ ਆ ਜਿਹੜਾ ਇਹ ਕਿੱਥੋਂ ਦਾ ਵਸਨੀਕ ਸੀਗਾ? ਇਹ ਕਨਿਆਨ ਦਾ ਸੀ। ਕਨਿਆਨ ਦੇ ਯਾਕੂਬ ਨਬੀ ਦਾ ਪੁੱਤਰ ਸੀਗਾ। ਕਨਿਆਨ ਦੇ ਵਿੱਚ ਯਾਕੂਬ ਨਬੀ ਦਾ ਪੁੱਤਰ ਸੀ। ਤੇ ਜਿਹੜੀ ਸੀਗੀ ਜ਼ੁਲੈਖਾ ਇਹ ਸੀਗੀ ਤੈਮੂਸ ਦੀ ਬੇਟੀ। ਤੈਮੂਰ ਨਹੀਂ, ਤੈਮੂਸ। ਬਾਰਿਸ਼ਾਹ ਕਿਸੇ 'ਚ ਲਿਖਦਾ ਨਾ ਕਿ ਸੂਰਤ ਯੂਸੁਫ ਦੀ ਦੇਖ ਤੈਮੂਸ ਬੇਟੀ ਸਣੇ ਮਾਲਕੇ ਬਹੁਤ ਹੈਰਾਨ ਹੋਈ। ਅਗਲਾ ਪ੍ਰਸ਼ਨ ਦੇਖੋ ਜੀ, ਖੇਤਰੀ ਉਪ ਭਾਸ਼ਾਵਾਂ ਦੀ ਪਛਾਣ ਸਥਾਪਿਤ ਕਰਨ ਲਈ ਮਾਡਲ ਹੈ ਜਿਹੜਾ ਤੁਹਾਨੂੰ ਪਤਾ ਹੀ ਹੈ, ਬੰਸ ਬ੍ਰਿਸ਼ ਮਾਡਲ ਚੱਲਦਾ ਵੀ ਮਤਲਬ ਕੀ ਹੈ ਜਿਹੜੀਆਂ ਉਪ ਭਾਸ਼ਾਵਾਂ ਜਿਹੜੀਆਂ ਉਹ ਇੱਕ ਬੰਸ ਬ੍ਰਿਸ਼ ਮਾਡਲ ਹੈ। ਕਹਿੰਦਾ ਵੀ ਜਿਹੜਾ ਮਤਲਬ ਮੁੱਢ ਹੈ ਜਿਹੜਾ ਇਹ ਮਤਲਬ ਇੱਕ ਬ੍ਰਿਕਸ਼ ਦਾ, ਇਹ ਪੰਜਾਬੀ ਭਾਸ਼ਾ ਹੈ। ਅੱਗੇ ਜਿਹੜੀਆਂ ਉੱਪਰ ਜਿਹੜੀਆਂ ਹੋਈਆਂ ਆਹ ਮਤਲਬ ਬ੍ਰਿਕਸ਼ ਦੀਆਂ ਜਿਹੜੇ ਬੰਸ਼ਾਂ ਅੱਗੇ ਇਹ ਜਿਹੜੀਆਂ ਇਹਦੀਆਂ ਉਪ ਭਾਸ਼ਾਵਾਂ ਸਾਰੀਆਂ ਹੈ ਨਾ। ਪੰਜਾਬੀ ਦੇ ਵਿੱਚ ਲਹਿੰਦੀ ਜਿਹੜੀ ਤੁਹਾਡੀ ਹੋ ਗਈ, ਲਹਿੰਦੀ ਦੀਆਂ ਉਪ ਭਾਸ਼ਾਵਾਂ ਹੋ ਗਈਆਂ ਮੁਲਤਾਨੀ, ਡੋਗਰੀ, ਕੋਈ ਪੋਠੋਹਾਰੀ ਹੈ ਨਾ। ਡੋਗਰੀ ਹੈ ਜਿਹੜੀ ਇਹ ਤਾਂ ਆਪਣੀ ਹੈ ਜੰਮੂ ਕਸ਼ਮੀਰ ਦੇ ਇਲਾਕੇ ਦੀ। ਫਿਰ ਪੂਰਬੀ ਪੰਜਾਬ ਦੇ ਵਿੱਚ ਆ ਜਿਵੇਂ ਮਾਝੀ, ਮਲਵਈ, ਦੁਆਬੀ, ਪੁਆਧੀ, ਇਹ ਜਿਹੜੀਆਂ ਭਾਸ਼ਾਵਾਂ। ਸੋ ਇਹ ਬੰਸ਼ ਬ੍ਰਿਸ਼ ਮਾਡਲ ਹੈ ਜਿਹੜਾ ਵਰਤਮਾਨ ਦੇ ਵਿੱਚ ਤਾਂ ਇੱਕ ਹੋਰ ਚੱਲੀ ਜਾਂਦਾ, ਲਹਿਰ ਸਿਧਾਂਤ ਚੱਲੀ ਜਾਂਦਾ ਹੈ ਨਾ, ਇਹਦੇ ਤੇ ਵੀ ਚੱਲੀ ਜਾ ਰਿਹਾ। ਅਗਲਾ ਪ੍ਰਸ਼ਨ, ਗੁਰਮਤਿ ਕਾਵਿ ਤੁਹਾਨੂੰ ਐਪ ਦੇ ਵਿੱਚ ਆਪਣੀ ਸੰਤਵੀਰ ਸਰ ਐਪ 'ਚ ਸਭ ਤੋਂ ਸ਼ਾਨਦਾਰ ਕਰਵਾਇਆ। ਗੁਰਮਤਿ ਕਾਵਿ ਇਹ ਨਿਰਣਾ ਕਰੂਗਾ ਵੀ ਤੁਹਾਡਾ ਸਿਲੈਕਸ਼ਨ ਹੋਣਾ ਕਿ ਨਹੀਂ। ਗੁਰਮਤਿ ਕਾਵਿ ਸ੍ਰੀ ਗੁਰੂ ਅਰਜਨ ਦੇਵ ਜੀ ਦੁਆਰਾ ਆਸਾ ਰਾਗ ਵਿੱਚ ਬਿਰਹੜੇ ਸਿਰਲੇਖ ਅਧੀਨ ਕਿੰਨੇ ਸ਼ਬਦਾਂ ਨੂੰ ਤੁਹਾਨੂੰ ਦੱਸਿਆ ਸੀਗਾ। ਆਸਾ ਰਾਗ ਦੇ ਵਿੱਚ ਬਿਰਹੜੇ ਦੇ 3 ਸ਼ਬਦ ਗੁਰੂ ਅਰਜਨ ਦੇਵ ਜੀ ਨੇ ਰਚੇ ਹੈ। ਸੋ ਇਹਦਾ ਉੱਤਰ ਹੈ 3। ਫੋਕਲੋਰ ਸ਼ਬਦ ਤੇ ਵੀ ਬਕਾਇਦਾ ਵਧੀਆ ਕਲਾਸਾਂ ਸੀ ਨਾ ਆਪਣੀਆਂ। ਫੋਕਲੋਰ ਤੇ ਸਾਰੀਆਂ ਧਿਆਨ ਰੱਖਿਓ, ਜਿਹੜੀਆਂ ਲੋਕ ਧਾਰਾ ਤੇ ਸੱਭਿਆਚਾਰ ਵਾਲੀਆਂ। ਫੋਕਲੋਰ ਸ਼ਬਦ ਦੀ ਵਰਤੋਂ ਸਭ ਤੋਂ ਪਹਿਲਾਂ ਕਿਹਨੇ ਕੀਤੀ ਸੀ? ਜੌਨ ਵਿਲੀਅਮ ਟੌਰਸ ਨੇ ਕੀਤੀ ਸੀਗੀ। ਤੇ ਇਹ ਕਦੋਂ ਕੀਤੀ ਹੈ ਜੀ? 1846 ਦੇ ਵਿੱਚ। 1846 ਇੱਕ ਹੋਰ ਵੀ ਪ੍ਰਸ਼ਨ ਦਾ ਉੱਤਰ ਸੀਗਾ, ਹੈ ਨਾ। ਹਾਂ, ਅਗਲਾ ਪ੍ਰਸ਼ਨ ਹੈ ਜਿਹੜਾ, ਕਿਹੜਾ ਵਿਦਵਾਨ ਸੱਭਿਆਚਾਰ ਤੇ ਸੱਭਿਅਤਾ ਨੂੰ ਇੱਕ ਦੂਜੇ ਦੇ ਸਮਾਨਾਰਥੀ ਪਰਿਆਇਵਾਚੀ ਮੰਨਦਾ? ਤਾਂ ਉਸ ਸ਼ਖਸ ਦਾ ਨਾਮ ਹੈ ਟਾਇਲਰ।
ਅੱਗੇ ਆ ਜਿਹੜਾ ਜੀ ਵਣਜਾਰਾ ਬੇਦੀ, ਮੋਹਿੰਦਰ ਸਿੰਘ ਨਹੀਂ ਸੋਹਿੰਦਰ ਸਿੰਘ ਵਣਜਾਰਾ ਬੇਦੀ, SS ਵਣਜਾਰਾ ਬੇਦੀ। ਇਹਨੇ ਲੋਕਧਾਰਾ ਦੇ 3 ਤੱਤ ਮੰਨੇ ਆ। ਕਰਨੈਲ ਸਿੰਘ ਥਿੰਦ ਨੇ 4 ਮੰਨੇ, ਸਾਰੇ ਤੁਹਾਨੂੰ ਪਤਾ ਹੀ ਹੈ, ਸਾਰੇ ਮੈਂ ਦੱਸੇ ਹੋਏ, ਸਾਰੇ ਕਲੀਅਰ ਕੀਤੇ ਐਪ ਦੇ ਵਿੱਚ ਸਾਰੀਆਂ ਗੱਲਾਂ। ਇਹਨੇ ਕਿਹੜਾ ਤੱਤ ਆ ਜਿਹੜਾ ਚੌਥਾ ਤੱਤ ਮੰਨਿਆ ਇਹਦੇ ਵਿੱਚੋਂ 4 ਦੇ ਵਿੱਚੋਂ? ਇਹ ਵਣਜਾਰਾ ਬੇਦੀ ਨੇ ਤਾਂ 3 ਮੰਨੇ ਹੋਏ, 3 ਹੀ ਉਹਨੇ ਮੰਨੇ ਆ, ਪਰ ਕਾਮਨ ਤਾਂ 3 ਹੈ। ਇੱਕ ਅੱਡ ਕਿਹੜਾ ਮੰਨਿਆ? ਉਹ ਕਰਨੈਲ ਸਿੰਘ ਥਿੰਦ ਨੇ ਮੰਨਿਆ ਲੋਕ ਪ੍ਰਵਾਨਗੀ। ਲੋਕ ਪ੍ਰਵਾਨਗੀ ਬਹੁਤ ਹੀ ਸ਼ਾਨਦਾਰ ਤੱਤ ਮੰਨਿਆ ਉਹਨੇ। ਅਗਲਾ ਪ੍ਰਸ਼ਨ ਹੈ, ਬੱਲੇ ਬੱਲੇ ਵੀ ਕਾਲੀ ਗਾਨੀ ਮਿੱਤਰਾਂ ਦੀ, ਰਾਤੀ ਭਿੱਜ ਗਈ ਨੀਂਦ ਨਾ ਆਈ ਵੀ ਕਾਲੀ ਗਾਨੀ ਮਿੱਤਰਾਂ ਦੀ। ਇਹ ਹੈ ਕੀ ਹੈ? ਕਹਿੰਦੇ ਇਹ ਕਿਹੜਾ ਕਾਵਿ ਰੂਪ ਹੈ? ਇਹ ਬੋਲੀ ਹੈ, ਟੱਪਾ ਹੈ, ਢੋਲਾ ਹੈ ਜਾਂ ਮਾਹੀਆ? ਢੋਲਾ ਤੇ ਮਾਹੀਆ 2 ਤਾਂ ਕੱਟੇ ਗਏ, ਢੋਲਾ ਮਾਹੀਆ ਤਾਂ ਹੈ ਨਹੀਂ, ਹੈ ਨਾ। ਢੋਲਾ ਤੇ ਮਾਹੀਆ ਇੱਕ ਦੂਜੇ ਨੂੰ ਸੰਬੋਧ ਨਹੀਂ ਜੇ ਕਾਵਿ ਰੂਪ ਆ ਨਾ। ਜਿਵੇਂ ਮੈਂ ਤੁਹਾਨੂੰ ਪੂਰਾ ਐਪ 'ਚ ਪੂਰੀ ਗੱਲ ਦੱਸੀ ਸੀ ਹੈ ਨਾ, ਆਪਣੀ ਐਪ 'ਚ ਜਿਹੜਾ ਕੋਰਸ ਚੱਲੀ ਜਾਂਦਾ ਪੂਰਾ ਪ੍ਰੋਪਰ ਦੱਸਿਆ ਸੀਗਾ ਢੋਲਾ ਮਾਹੀਆ ਬਾਰੇ। ਇਹ ਤਾਂ ਉਹਦਾ ਮਤਲਬ ਹੈ ਨਹੀਂ ਹੈ, ਇਹ ਤਾਂ ਸਿੱਧਾ ਹੀ ਬੱਲਾ ਜਾਂ ਬੋਲੀ ਆ ਤੇ ਜਾਂ ਟੱਪਾ, ਹੈ ਨਾ। ਬੋਲੀ ਤਾਂ ਤੁਹਾਨੂੰ ਪਤਾ ਹੀ ਹੈ ਨਾ, ਬੋਲੀ ਹੈ ਜਿਹੜੀ ਉਹਦਾ ਅਲੱਗਾ ਹੁੰਦਾ ਹੈ ਨਾ, ਥੋੜ੍ਹਾ ਜਿਹਾ ਮਤਲਬ ਟੈਸਟ ਅਲੱਗ ਹੁੰਦਾ, ਬੋਲੀ ਬਾਰੇ ਵੀ ਦੱਸਿਆ ਸੀਗਾ। ਸੋ ਇਹਦਾ ਉੱਤਰ ਬਣਦਾ ਟੱਪਾ। ਪੰਜਾਬੀ ਵਿੱਚ ਬਹੁਤਾਤ ਸਵਰ ਸੰਜੋਗ ਹੈ ਜਿਹੜੇ ਉਹ ਕਿਹੜੀ ਤਰਤੀਬ ਵਾਲੇ ਆ? ਦੀਰਘ ਵਾਲੇ ਆ। ਜ਼ਿਆਦਾਤਰ ਸਵਰ ਸੰਜੋਗ ਹੈ ਨਾ ਜਿਹੜੇ ਉਹ ਦੀਰਘ ਵਾਲੇ ਆ, ਦੀਰਘ। ਅਗਲਾ ਪ੍ਰਸ਼ਨ, ਵਿਆਕਰਣ ਦੇ ਪੱਖ ਤੋਂ ਮਲਵਈ ਉਪਭਾਸ਼ਾ ਦਾ ਸਭ ਤੋਂ ਵੱਖਰਾਪਨ? ਮੈਂ ਕਹਿੰਦਾ ਵੀ ਉਪਭਾਸ਼ਾਵਾਂ ਦਾ ਵਰਗੀਕਰਨ ਜਿੰਨਾ ਸ਼ਾਨਦਾਰ ਕੀਤਾ ਆਪਣਾ, ਤੁਹਾਨੂੰ ਪਤਾ ਹੀ ਹੈ ਨਾ। ਪ੍ਰਸ਼ਨ ਗਲਤ ਨਹੀਂ ਹੋਊਗਾ ਤੁਹਾਡਾ, ਗਰੰਟੀ ਹੈ। ਆ ਦੇਖ ਲਿਓ, ਭਾਵੇਂ ਮਲਵਈ ਦਾ ਵੱਖਰਾਪਨ ਤੁਹਾਨੂੰ ਦੱਸਿਆ ਹੀ ਸੀਗਾ, ਇਹਦਾ ਕੀ ਨਿਰਾਲਾਪਨ ਹੈ। ਨਾਮ ਪੜਨਾਮ ਵਿਸ਼ੇਸ਼ਣ ਜਾਂ ਕਿਰਿਆ ਦੇ ਪੜਨਾਮ, ਮਲਵਈ ਭਾਸ਼ਾ ਦੇ ਪੜਨਾਮ ਹੈ ਨਾ ਅਲੱਗ ਦੱਸੇ ਸੀਗੇ। ਗੁਰੂ ਅਰਜਨ ਦੇਵ ਜੀ ਦੁਆਰਾ ਰਚਿਤ ਗੁਣਵੰਤੀ ਸਰਲੇਖ ਅਧੀਨ ਇੱਕ ਸ਼ਬਦ ਹੈ, ਇਹ ਕਿਹੜੇ ਰਾਗ ਦੇ ਵਿੱਚ ਹੈ? ਇਹ ਹੈਗਾ ਜੀ ਸੂਹੀ ਰਾਗ ਦੇ ਵਿੱਚ। ਦੇਖੋ ਸੂਹੀ ਰਾਗ ਦੇ ਵਿੱਚ ਇਹਦੇ ਵਿੱਚ ਸੀਗਾ ਪ੍ਰਸ਼ਨ ਵੀ ਗੁਣਵੰਤੀ ਸਰਲੇਖ ਅਧੀਨ ਜਿਹੜਾ ਗੁਰੂ ਅਰਜਨ ਦੇਵ ਜੀ ਦਾ ਸ਼ਬਦ ਹੈ ਉਹ ਕਿਹੜੇ ਰਾਗ ਦੇ ਵਿੱਚ ਹੈ? ਇਹ ਹੈਗਾ ਜੀ ਸੂਹੀ ਰਾਗ ਦੇ ਵਿੱਚ। ਸੂਹੀ ਰਾਗ ਦੇ ਵਿੱਚ ਇਸ ਤਰ੍ਹਾਂ ਦੇ 3 ਆਉਂਦੇ ਆ। ਇੱਕ ਆਉਂਦਾ ਕੁਚੱਜੀ, ਇੱਕ ਆਉਂਦਾ ਸੁਚੱਜੀ, ਇੱਕ ਆਉਂਦਾ ਗੁਣਵੰਤੀ। ਕੁਚੱਜੀ ਤੇ ਸੁਚੱਜੀ ਇਹ ਦੋਨੋਂ ਤਾਂ ਹੈਗੇ ਗੁਰੂ ਨਾਨਕ ਦੇਵ ਜੀ ਦੇ। ਕੁਚੱਜੀ ਰਾਗ ਇੱਕੋ ਹੀ ਆ, ਸੂਹੀ ਰਾਗ ਦੇ ਵਿੱਚ ਇੱਕੋ ਜਗ੍ਹਾ 'ਤੇ ਹੀ ਹੈ। ਤੇ ਸੂਹੀ ਰਾਗ ਦੇ ਵਿੱਚ ਪਹਿਲਾਂ ਕੁਚੱਜੀ ਆਉਂਦਾ, ਫਿਰ ਸੁਚੱਜੀ ਆਉਂਦਾ, ਫਿਰ ਗੁਰੂ ਅਰਜਨ ਦੇਵ ਜੀ ਦਾ ਗੁਣਵੰਤੀ ਹੈ। ਵੀ ਕੁਚੱਜੀ ਮਤਲਬ ਜਿਹਨੂੰ ਚੱਜ ਨਹੀਂ, ਸੁਚੱਜੀ ਜਿਹਨੂੰ ਚੱਜ ਹੈ, ਗੁਣਵੰਤੀ ਗੁਣਾਂ ਵਾਲੀ। ਮਤਲਬ ਉਹ ਕੀ ਹੈ? ਆਪਣੇ ਆਪ ਨੂੰ ਇਸਤਰੀ ਰੂਪ ਵਿੱਚ ਰੱਖ ਕੇ ਪਰਮਾਤਮਾ ਦੀ ਜਿਹੜੀ ਮਤਲਬ ਪਰਮਾਤਮਾ ਨੂੰ ਪਤੀ, ਹੈ ਨਾ। ਅਧਿਆਤਮਿਕਤਾ ਦੇ ਵਿੱਚ ਐਵੇਂ ਹੀ ਹੁੰਦਾ ਵੀ ਮਨੁੱਖ ਨੂੰ ਇਸਤਰੀ ਮੰਨਿਆ ਜਾਂਦਾ ਤੇ ਪਰਮਾਤਮਾ ਨੂੰ ਉਸ ਦਾ ਪਤੀ ਮੰਨਿਆ ਜਾਂਦਾ। ਜਿਹੜੀ ਕੁਚੱਜੀ ਆ ਆਪਣੇ ਪਤੀ ਪਰਮਾਤਮਾ ਨੂੰ ਨਹੀਂ ਮਨਾ ਸਕਦੀ। ਜਿਹੜੀ ਸੁਚੱਜੀ ਹੈ, ਜਿਹੜੀ ਉਹਨੂੰ ਪਤਾ ਹੈ ਉਹਦੇ ਮਤਲਬ ਅਲੱਗ ਗੁਣ ਹੈ। ਗੁਣਵੰਤੀ ਹੈ ਜਿਹੜੀ ਉਹ ਕਿਵੇਂ ਦੇ ਗੁਣ ਹੋਣੇ ਚਾਹੀਦੇ, ਇਹ ਸਾਰਾ ਜ਼ਿਕਰ ਹੈ ਜਿਹੜਾ ਇਹ ਜਿਹੜਾ ਸੂਹੀ ਰਾਗ ਦੇ ਵਿੱਚ ਕੀਤਾ ਹੋਇਆ। ਸੂਹੀ ਰਾਗ ਹੈ, ਇਹਦਾ ਉੱਤਰ ਹੈ ਜਿਹੜਾ ਸਹੀ ਉਹ ਬਣਦਾ ਜੀ ਰਾਗ ਸੂਹੀ। ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਮੌਜੂਦ ਅਸ਼ਟਪਦੀ ਕਾਵਿ ਰੂਪ ਵਿੱਚ ਵੱਧ ਤੋਂ ਵੱਧ ਕਿੰਨੇ ਪਦੇ ਰਚੇ ਮਿਲਦੇ ਆ ਜੀ? ਵੱਧ ਤੋਂ ਵੱਧ ਜੀ 34 ਮਿਲ ਜਾਂਦੇ ਆ। ਇੱਕ ਪਦਾ ਵੀ ਹੈ, ਕਿਤੇ ਕਿਤੇ 34 ਵੀ ਹੈਗੇ ਆ ਮੈਕਸੀਮਮ। ਆਹ ਤਾਂ ਪ੍ਰਸ਼ਨ ਹੀ ਅੱਡ ਜੇ ਹੈ, ਖਤਰਨਾਕ ਪ੍ਰਸ਼ਨ। ਇਸ ਤੋਂ ਬਾਅਦ ਇੱਕ ਹੋਰ ਕਲਾਸ ਰਿਕਾਰਡ ਹੋਊਗੀ, ਇੱਕ ਹੋਰ ਕਲਾਸ ਹੈ ਜਿਹੜੀ ਉਹਦੇ ਵਿੱਚ ਕੁਝ ਨਿਕਸਕ ਬਾਰੇ ਜਾਣਕਾਰੀ ਵੀ ਦੇਵਾਂਗੇ। ਆਹ ਜਿਹੜਾ ਪ੍ਰਸ਼ਨ ਹੈ 11ਵੀਂ ਦੀ ਪੁਸਤਕ ਦੇ ਵਿੱਚ ਆ, ਤੁਸੀਂ ਦੇਖ ਸਕਦੇ ਹੋ। ਮਾਲਵੇ ਦੇਸ਼ ਦੀ ਰਟਨ ਸਾਖੀ ਕਿਸ ਗੁਰੂ ਸਾਹਿਬ ਦੇ ਜੀਵਨ ਚਰਿੱਤਰ ਬਾਰੇ ਇਹਦੇ ਵਿੱਚ ਸਾਖੀਆਂ ਹਨ ਜੀ। ਆਪਾਂ ਭੱਜ ਕੇ ਕਹਾਂਗੇ ਸਾਖੀਆਂ ਦਾ ਸੰਬੰਧ ਤਾਂ ਗੁਰੂ ਨਾਨਕ ਦੇਵ ਜੀ ਦੇ ਨਾਲ ਹੀ ਹੈ ਨਾ। ਪਰ ਇਹਦਾ ਸਹੀ ਉੱਤਰ ਹੈ ਗੁਰੂ ਤੇਗ ਬਹਾਦਰ ਜੀ। ਘਰੇ ਆ ਕੇ ਮਾਰਿਆ ਮੱਥੇ ਤੇ ਹੱਥ ਵੀ, ਆਹ ਕੀ ਬਣਿਆ? ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਕਾਫੀ ਕਾਵਿ ਰੂਪ ਨੂੰ ਕਿਹੜੇ ਕਿਹੜੇ ਰਾਗਾਂ ਵਿੱਚ ਪੇਸ਼ ਕੀਤਾ ਗਿਆ ਹੈ? ਤੁਹਾਨੂੰ ਪਤਾ ਹੀ ਹੈ ਵੀ ਗੁਰੂ ਗ੍ਰੰਥ ਸਾਹਿਬ ਵਿੱਚ ਜਾਂ ਕਹਿ ਲਓ ਵੀ ਤੁਸੀਂ ਪੰਜਾਬੀ ਸਾਹਿਤ ਦੇ ਵਿੱਚ ਸਭ ਤੋਂ ਪਹਿਲਾਂ ਕਾਫੀ ਕਾਵਿ ਰੂਪ ਦੀ ਰਚਨਾ ਹੈ ਜਿਹੜੀ ਇਹ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਕੀਤੀ ਹੈ। ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਕਾਫੀ ਨੂੰ ਸਭ ਤੋਂ ਪਹਿਲਾਂ ਆਰੰਭ ਦੇ ਵਿੱਚ ਲਿਆਂਦਾ, ਪਰ ਇਸ ਨੂੰ ਪ੍ਰਸਿੱਧ ਕੀਤਾ ਜਿਵੇਂ ਸ਼ਾਹ ਹੁਸੈਨ ਨੇ। ਸੂਫੀ ਕਾਵਿ ਦੇ ਵਿੱਚ ਵੀ ਸਭ ਤੋਂ ਪਹਿਲਾਂ ਵਰਤਣ ਵਾਲਾ ਸ਼ਾਹ ਹੁਸੈਨ ਹੀ ਹੈ ਇਸ ਨੂੰ, ਕਾਫੀ ਕਾਵਿ ਰੂਪ ਨੂੰ। ਗੁਰੂ ਗ੍ਰੰਥ ਸਾਹਿਬ ਜੀ ਦੇ 31 ਰਾਗਾਂ ਦੇ ਵਿੱਚੋਂ 4 ਰਾਗਾਂ ਦੇ ਵਿੱਚ ਕਾਫੀ ਦੀ ਵਰਤੋਂ ਹੋਈ ਹੈ। ਆਸਾ, ਸੂਹੀ, ਤਲੰਗ ਤੇ ਮਾਰੂ। ਪ੍ਰਸ਼ਨ ਔਖਾ ਥੋੜਾ ਜਿਹਾ, ਚਲੋ ਕੋਈ ਨਹੀਂ। ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਮਾਝ ਰਾਗ ਵਿੱਚ ਦਿਨ ਰਹਿਣ ਸਰਲੇਖ ਅਧੀਨ ਦਰਜ ਬਾਣੀ ਕਿਹੜੇ ਗੁਰੂ ਦੀ ਹੈ? ਇਹ ਹੈ ਜਿਹੜੀ ਜੀ, ਇਹ ਹੈਗੀ ਹੈ ਜੀ 5ਵੇਂ ਗੁਰੂ ਦੀ ਹੈ, ਗੁਰੂ ਅਰਜਨ ਦੇਵ ਜੀ ਦੀ। ਪ੍ਰਥਮ ਗੁਰਮੁਖੀ ਲਿਪੀ ਵਿੱਚ ਰਚਨਾ ਹੈ। ਪ੍ਰਥਮ ਗੁਰਮੁਖੀ ਦੇਵਾਸ਼ੇਸ਼ ਜਿਹਨੂੰ ਆਪਾਂ ਕਹਿ ਦਿੰਦੇ ਹਾਂ, ਦੇਵਾਸ਼ੇਸ਼। ਉਹਦੀ ਸਭ ਤੋਂ ਪਹਿਲੀ ਲਿਪੀ ਰਚਨਾ ਪ੍ਰਥਮ ਗੁਰਮੁਖੀ ਲਿਪੀ ਵਿੱਚ ਮਿਲਦੀ ਹੈ ਜਿਹੜੀ, ਉਹ ਹੈਗਾ ਜੀ ਤੁਹਾਡਾ ਉੱਤਰ ਪਦਮਾਵਤ ਦਾ ਪ੍ਰੇਮ ਕਿੱਸਾ ਜਿਹੜਾ ਇਹਦੇ ਵਿੱਚ ਮਿਲਦਾ ਪ੍ਰਥਮ ਗੁਰਮੁਖੀ 'ਚ।
ਅਰਦਾਸ ਸ਼ਬਦ ਦੀ ਉਤਪਤੀ, ਇਹ ਵੀ ਤੁਹਾਨੂੰ ਮੈਂ ਇੱਕ ਵੀਡੀਓ ਦੇ ਵਿੱਚ ਦੱਸਿਆ ਸੀ ਨਾ। ਅਰਦਾਸ ਸ਼ਬਦ ਦੀ ਉਤਪਤੀ ਹੈ ਜਿਹੜੀ, ਇਹ ਅਰਜ਼ ਪਲਸ ਦਾਸਤ, ਦੋ ਸ਼ਬਦਾਂ ਦੇ ਮੇਲ ਤੋਂ ਬਣੀ ਹੈ ਨਾ, ਅਰਜ਼ ਪਲਸ ਦਾਸਤ। ਗੁਰੂ ਅਰਜਨ ਦੇਵ ਜੀ ਨੇ ਅੰਜਲੀ ਸਰਲੇਖ ਅਧੀਨ ਰਾਗ ਮਾਰੂ ਵਿੱਚ ਬਾਣੀ ਰਚੀ ਹੈ। ਆ ਪ੍ਰਸ਼ਨ ਇੱਕ ਮਤਲਬ ਇੱਕ ਤੁਹਾਨੂੰ ਯਾਦ ਕਰਾਉਣ ਵਾਸਤੇ ਵੀ ਹੈ ਵੀ ਗੁਰੂ ਅਰਜਨ ਦੇਵ ਜੀ ਨੇ ਅੰਜਲੀ ਜਿਹੜੀ ਇਹ ਮਾਰੂ ਰਾਗ ਦੇ ਵਿੱਚ ਲਿਖਿਆ, ਇਹ ਧਿਆਨ 'ਚ ਰੱਖਣਾ, ਪ੍ਰਸ਼ਨ ਬਣਦਾ ਇੱਥੇ ਹੈ ਨਾ। ਦੂਸਰਾ, ਅੰਜਲੀ ਦਾ ਸ਼ਾਬਦਿਕ ਅਰਥ ਹੈ, ਅੰਜਲੀ ਦਾ ਸ਼ਾਬਦਿਕ ਅਰਥ ਹੁੰਦਾ ਜੁੜੇ ਹੋਏ ਹੱਥ। ਹੱਥ ਡੂਨੇ ਜਾਂ ਸ਼ਕਲ ਦੇ ਵਿੱਚ ਕੁਛ ਇਸ ਤਰ੍ਹਾਂ ਡੂਨੇ ਦੀ ਸ਼ਕਲ ਵਿੱਚ ਜੁੜੇ ਹੋਏ ਹੱਥ, ਉਸ ਨੂੰ ਕਿਹਾ ਜਾਂਦਾ ਹੈ ਅੰਜਲੀ। ਆਨੰਦ ਸਾਹਿਬ ਦੀਆਂ ਕਿੰਨੀਆਂ ਪੌੜੀਆਂ ਦੀ ਬਣਤਰ 6 ਤੁਕਾਂ ਵਾਲੀ ਹੈ। ਅਰੇ ਭਈਆ ਉਹ ਕੀ ਕਰ ਦਿਓ, ਮਤਲਬ ਬਹੁਤ ਹੀ ਖਤਰਨਾਕ ਪ੍ਰਸ਼ਨ ਹੈ ਇਹ ਪ੍ਰਸ਼ਨ ਤੁਸੀਂ ਅਨੁਮਾਨ ਦੇ ਨਾਲ ਵੀ ਸਹੀ ਨਹੀਂ ਕਰ ਸਕਦੇ। ਹਾਂ, ਇਹ 7 ਮਤਲਬ ਕੀ ਹੈ ਵੀ 7 ਇਸ ਤਰ੍ਹਾਂ ਦੀਆਂ ਆਨੰਦ ਸਾਹਿਬ ਦੀ ਬਾਣੀ ਹੈ ਜਿਹੜੀ, ਉਹਦੀਆਂ ਕੁੱਲ 40 ਪੌੜੀਆਂ, ਕੁੱਲ 40 ਪੌੜੀਆਂ। 40 ਦੇ ਵਿੱਚੋਂ 7 ਪੌੜੀਆਂ ਦੀਆਂ ਤੁਕਾਂ ਹੈ ਜਿਹੜੀਆਂ ਉਹ 6 ਹੈ, 7 ਦੀ ਤਾਂ 6 ਆ, ਬਾਕੀ ਕਿੰਨੀਆਂ ਰਹਿ ਗਈਆਂ? ਬਾਕੀ 33 ਹੈ ਜਿਹੜੀਆਂ, ਉਹਨਾਂ ਦੀ ਬਣਤਰ 5 ਵਾਲੀ ਹੈ। ਗੁਰੂ ਰਾਮਦਾਸ ਜੀ ਦੁਆਰਾ ਵਡਹੰਸ ਰਾਗ ਦੇ ਵਿੱਚ ਘੋੜੀਆਂ ਉਪ ਸਰਲੇਖ ਦਰਜ ਦੁਪਦਿਆਂ ਦੀ ਕਾਵ ਵੰਨਗੀ ਹੈ। ਕਿਹੜੇ ਕਾਵ ਦਾ ਪ੍ਰਕਾਰ ਹੈ ਇੱਕ ਜਿਹੜਾ ਲਿਖਿਆ, ਜਿਹੜਾ ਗੁਰੂ ਰਾਮਦਾਸ ਜੀ ਨੇ ਘੋੜੀਆਂ ਵਡਹੰਸ ਰਾਗ ਦੇ ਵਿੱਚ? ਘੋੜੀਆਂ ਤੁਹਾਨੂੰ ਪਤਾ ਹੀ ਇੱਕ ਲੋਕ ਕਾਵ ਰੂਪ ਹੈ। ਮੁੰਡੇ ਦੇ ਵਿਆਹ ਸਮੇਂ ਗਾਏ ਜਾਣ ਵਾਲੇ ਲੋਕ ਗੀਤਾਂ ਨੂੰ ਘੋੜੀਆਂ ਆਖਦੇ ਆ। ਇਹਦੇ ਵਿੱਚ ਕੀ ਹੈ ਕਿ ਆਪਣੇ ਸਰੀਰ ਨੂੰ ਘੋੜੀ ਰੂਪ ਵਿੱਚ ਦੱਸ ਕੇ ਗੁਰੂ ਰਾਮਦਾਸ ਜੀ ਨੇ ਬੜੇ ਸ਼ਾਨਦਾਰ ਤਰੀਕੇ ਨਾਲ ਇੱਕ ਵਿਆਖਿਆ ਕੀਤੀ ਹੈ ਮਨੁੱਖੀ ਜੀਵਨ ਦੀ। ਛੰਤ ਪਹਿਰੇ ਕਰ ਹਲੇ ਜਾਂ ਅਸ਼ਟਪਦੀ, ਇਹ ਹੈ ਜੀ ਛੰਤ ਹੈ ਇੱਕ, ਛੰਤ, ਇਹ ਛੰਤ ਹੈ ਮਤਲਬ ਲਿਖਿਆ ਹੋਇਆ ਜਿਵੇਂ ਵਡਹੰਸ ਰਾਗ ਦੇ ਵਿੱਚ ਛੰਤ ਘੋੜੀਆਂ ਹੈ ਨਾ, ਛੰਤ ਕਾਵ ਦਾ ਰੂਪ ਹੈ ਇੱਕ, ਛੰਤ ਹੈ ਇਹ। ਛੰਦ ਹੋਰ ਚੀਜ਼ ਹੁੰਦੀ ਹੈ, ਛੰਤ ਹੈ ਇਹ, ਛੰਤ। ਗੁਰੂ ਅਰਜਨ ਦੇਵ ਜੀ ਦੁਆਰਾ ਰਚਿਤ 52 ਅੱਖਰੀ ਵਿੱਚ ਕਿਹੜੇ ਅੱਖਰ ਬਾਰੇ 2 ਪੌੜੀਆਂ ਹਨ? ਮਾਂ ਨੂੰ 2 ਵਾਰੀ ਯਾਦ ਕੀਤਾ ਬਾਈ, ਮਾਤਾ ਨੂੰ, ਮਾਂ ਨੂੰ, ਸੋ ਮੰਮੇ ਅੱਖਰ ਬਾਰੇ 2 ਪੌੜੀਆਂ ਦਰਜ ਹੈ ਜੀ। ਕਿਹੜੇ ਗੁਰੂ ਸਾਹਿਬ ਆਪਣੀ ਬਾਣੀ ਵਿੱਚ ਸਭ ਤੋਂ ਪਹਿਲਾਂ ਬਾਣੀ ਗੁਰੂ ਦਾ ਉਪਦੇਸ਼ ਦਿੰਦੇ ਹਨ? ਸਭ ਤੋਂ ਪਹਿਲਾਂ ਬਾਣੀ ਗੁਰੂ ਦਾ ਉਪਦੇਸ਼ ਦੇਣ ਵਾਲੇ ਹਨ ਗੁਰੂ ਰਾਮਦਾਸ ਜੀ। ਗੁਰੂ ਰਾਮਦਾਸ ਜੀ ਨੇ ਦਿੱਤਾ ਹੈ ਜੀ। ਤਾਸ਼ ਦੀ ਬਾਜੀ ਨਾਟ ਰਚਨਾ ਦੀ ਮੂਲ ਸੁਰ ਹੈ। BA ਦੇ ਵਿੱਚੋਂ ਆਇਆ ਹੋਇਆ ਪ੍ਰਸ਼ਨ ਹੈ ਜੀ, ਆਤਮ ਅਭਿਮਾਨ ਹੈ ਜੀ ਇਹਦਾ ਉੱਤਰ। ਇਕੱਲੇ ਦੀ ਆਵਾਜ਼ ਭਾਵੇਂ ਉੱਚੀ ਦਿੱਤੀ ਉੱਚੀ ਹੋਵੇ ਸੁਣੀ ਨਹੀਂ ਜਾਂਦੀ, ਲੋੜਵੰਦ ਇਕੱਠੇ ਹੋ ਨਹੀਂ ਸਕਦੇ, ਜੇ ਹੋ ਜਾਣ ਤਾਂ ਰਹਿਣ ਨਹੀਂ ਦਿੰਦੇ। ਉਪਰੋਕਤ ਸ਼ਰਤਾਂ ਕਿਸ ਕਹਾਣੀ ਦੇ ਵਿੱਚੋਂ ਹਨ? ਉਪਰੋਕਤ ਸ਼ਰਤਾਂ ਨਹੀਂ ਹੋਏ, 17 ਸ਼ਰਤਾਂ ਲਿਖਿਆ ਇੱਥੇ, 17। ਇਹ ਲਾਈਨਾਂ ਜਿਹੜੀਆਂ ਤੁਹਾਨੂੰ ਮੈਂ ਦੱਸਿਆ ਸੀ ਵੀ BA ਦੇ ਵਿੱਚੋਂ ਕਹਾਣੀਆਂ ਦੇ ਵਿੱਚੋਂ ਪ੍ਰਸ਼ਨ ਆਉਣਗੇ। ਆ ਦੇਖ ਲਓ, 3 ਆ ਜਾਣ, 4 ਆ ਜਾਣ। ਇਹ ਕੁਲਫੀ ਕਹਾਣੀ ਦੇ ਵਿੱਚੋਂ ਲਈਆਂ ਗਈਆਂ ਇਹ 17। ਹੁਣ 17 ਤਾਂ ਤੁਹਾਨੂੰ ਕੀ ਯਾਦ ਕਰਵਾਈਏ ਹੈ ਨਾ, ਤੁਸੀਂ ਯਾਦ ਕੀਤੀਆਂ ਹੋਣੀ। ਜੋ ਸਮਝੇ ਮਹਿਰਮ ਦਿਲ ਦੇ ਸਨ, ਹੁਣ ਜਦੋਂ ਕਦੀ ਵੀ ਮਿਲਦੇ ਹਨ ਤਲਵਾਰ ਨਾਲ, ਸੰਗੀਨ ਨਾਲ ਜਾਂ ਕਲਮ ਦੀ ਨੋਕ ਮਹੀਨ ਨਾਲ। ਇਹ ਸ਼ਰਤਾਂ ਕਿਸ, ਇਹ ਸ਼ਰਤਾਂ ਇੱਥੇ ਵੀ ਸ਼ਰਤਾਂ ਹੀ ਲਿਖੀਆਂ 17। ਇਹ 17 ਕਿਸ ਕਵੀ ਦੀਆਂ ਹਨ? ਕਿਸ ਕਵਿਤਾ ਦੀਆਂ? ਚੁਰਸਤਾ, ਲੀਕ, ਰਾਤ ਮੇਰੀ ਜਾਗਦੀ ਜਾਂ ਯਾਦ, ਕਿਹੜੀ ਕਵਿਤਾ ਚੋਂ ਲਈਆਂ ਗਈਆਂ? BA ਦੇ ਵਿੱਚ ਇਹ ਦਿੱਤੀਆਂ ਹੋਈਆਂ ਕਵਿਤਾਵਾਂ ਜੇ ਤੁਸੀਂ ਪੜ੍ਹੀਆਂ ਹੋਣ ਤਾਂ ਇਹ ਹੈ ਜੀ ਲੀਕ। ਮਤਲਬ ਕੀ ਹੈ? ਲੇਖਕ ਹੈ ਜਿਹੜਾ ਆਪਣੇ ਤੋਂ ਜਿਹੜੇ ਵੱਖਵਾਦੀ ਵਿਚਾਰਾਂ ਵਾਲੇ ਆ ਜਿਹੜੇ, ਉਹਨਾਂ ਦੇ ਦਰਮਿਆਨ ਲੀਕ ਹੈ। ਮਤਲਬ ਇੱਧਰ ਜੇ ਲੋਕਾਂ ਦਾ ਵਿਚਾਰ ਹੋਰ ਹੈ, ਲੇਖਕ ਦੇ ਵਿਚਾਰ ਹੋਰ ਹੈ, ਉਹਨਾਂ ਦੇ ਅੰਦਰ ਦਰਮਿਆਨ ਜਿਹੜੀ ਲੀਕ ਦੀਵਾਰ ਹੈ ਜਿਹੜੀ, ਉਹਨੂੰ ਲੈ ਕੇ ਇਹ ਜਿਹੜੀ ਕਵਿਤਾ ਲਿਖੀ ਹੈ। ਮੈਨੂੰ ਲੱਗਦਾ ਵੀ ਇਹ ਕਵਿਤਾ ਜਿਹੜੀ ਇਹ ਹੈਗੀ ਹੈ ਜੀ ਇਸ ਸ਼ਖਸ ਦੀ ਹੈ, ਸੋਹਣ ਸਿੰਘ ਮੀਸ਼ਾ ਦੀ। ਆ ਦੇਖ ਲਿਓ ਤੁਸੀਂ, ਸਾਰੀਆਂ ਹੀ ਮੈਨੂੰ ਤਾਂ ਲੱਗੀ ਜਾਂਦੀਆਂ ਉਸੇ ਦੀਆਂ ਬਈ, ਸੋਹਣ ਸਿੰਘ ਮੀਸ਼ਾ ਦੀਆਂ। ਮੈਂ ਮੁਰਗਾਈ ਮਾਨਸਰਾਂ ਦੀ ਜੋ ਫੜ ਲਈ ਕਿਸੇ ਸ਼ਿਕਰੇ, ਜਾਂ ਕੋਈ ਲਾਲੀ ਪੈਰ ਸੰਧੂਰੀ ਲੋਚ ਲਏ ਜਿਹਦੇ ਕਾਗਾ। ਅੱਛਾ, ਇਹ ਹੈ ਜਿਹੜਾ, ਇਹ ਕਿਹੜਾ ਅਲੰਕਾਰ ਵਰਤਿਆ ਗਿਆ ਇਹ ਤੁਹਾਨੂੰ ਪਤਾ ਹੀ ਹੈ। ਮੈਂ ਕੰਡਿਆਲੀ ਥੋਰਵੇ ਸੱਜਣਾ, ਸ਼ਿਵ ਕੁਮਾਰ ਬਟਾਲਵੀ ਦੀ ਕਵਿਤਾ ਚਲੇ। ਇਹ ਜਿਹੜੀ ਕਵਿਤਾ ਹੈ ਇਹ ਪੂਰੀ ਦੀ ਪੂਰੀ ਦੇ ਵਿੱਚ ਰੂਪਕ ਅਲੰਕਾਰ ਭਰ ਕੇ ਹੈ। ਬਹੁਤ ਜ਼ਿਆਦਾ ਰੂਪਕ ਅਲੰਕਾਰਾਂ ਦੀ ਵਰਤੋਂ ਕੀਤੀ ਗਈ, ਰੂਪਕਾਂ ਦੀ ਵਰਤੋਂ ਕੀਤੀ ਗਈ। ਇਹਦਾ ਸਹੀ ਉੱਤਰ ਰੂਪਕ ਹੈ। ਪਰੀਏ ਨਹੀਂ ਪਰੀਏ ਉਮਰਾਂ ਦੇ ਪੁਲਾਂ ਹੇਠੋਂ ਲੰਘ ਗਿਆ ਪਾਣੀ ਰੇਤੜ ਵਿੱਚ ਕਿੰਜ ਤਰੀਏ। ਇਹ ਕਵਿਤਾ ਦਾ ਕਿਹੜਾ ਕਾਵ ਰੂਪ ਬਣਦਾ ਬਾਈ? ਔਰ ਰਬਾਈ ਤਾਂ ਨਹੀਂ ਬਣਦੀ, ਨਜ਼ਮ ਹੀ ਨਹੀਂ ਬਣਦੀ, ਗਜ਼ਲ ਵੀ ਨਹੀਂ ਬਣਦੀ, ਇਹ ਬਣਦਾ ਗੀਤ। ਇਹ ਗੀਤ ਰੂਪ ਵਿੱਚ ਲਿਖਿਆ ਗਿਆ। ਵੈਸੇ ਵੀ ਤੁਸੀਂ ਪੜ੍ਹੋ ਨਾ, ਜੇ ਅੱਜ ਜਦੋਂ ਪੜ੍ਹੋਗੇ ਤੁਸੀਂ ਸ਼ਿਵ ਕੁਮਾਰ ਬਟਾਲਵੀ ਦਾ, ਪਤਾ ਨਹੀਂ ਕਿਹਦਾ ਹੈ, ਵੇਖ ਲਿਓ ਤੁਸੀਂ ਮਾੜਾ ਜਿਹਾ, ਮੈਨੂੰ ਤਾਂ ਧਿਆਨ ਨਹੀਂ ਗਾ। ਹਾਂ, ਤੁਸੀਂ ਯਾਦ ਮਾੜਾ, ਪਰੀਏ ਨਹੀਂ ਪਰੀਏ ਉਮਰਾਂ ਦੇ ਪੁਲਾਂ ਹੇਠੋਂ ਲੰਘ ਗਿਆ ਪਾਣੀ ਰੇਤੜ ਵਿੱਚ ਕਿੰਜ ਤਰੀਏ। ਇਹ ਗੀਤ ਰੂਪ ਵਿੱਚ ਲਿਖਿਆ ਗਿਆ। ਇੱਕੋ ਦਿਹਾੜਾ ਯਾਰ
ਉਮਰ ਗੰਢ ਖੁੱਲ ਚੱਲੀ ਵੇ, ਹਿੱਕੋ ਰਾਤੜੀ ਪਿਆਰ ਕਥੂਰੀ ਹੁੱਲ ਚੱਲੀ ਵੇ। ਹਿੱਕੋ ਸ਼ਬਦ ਹੈ ਜਿਹੜਾ ਇਹ ਕਿਹੜੀ ਉਪਭਾਸ਼ਾ ਦਾ ਹੈ? ਇਹ ਪੋਠੋਹਾਰੀ ਦਾ। ਬਈ ਜਦੋਂ ਆਪਾਂ ਉਪਭਾਸ਼ਾਵਾਂ ਦਾ ਹੈ ਨਾ ਕੀਤਾ ਸੀ ਤਾਂ ਉਹਦੇ ਵਿੱਚ ਤੁਹਾਨੂੰ ਦੱਸਿਆ ਸੀ ਵੀ ਹੈ ਵੱਲ ਜ਼ਿਆਦਾ ਰੁਝਾਨ ਹੈ ਨਾ ਹਿੱਕੋ। ਕਾਵਦੂਤ ਕਵਿਤਾ ਦਾ ਰਚਨਾ ਹੈਗਾ ਜੀ, ਰਚਨਾਕਾਰ ਸੰਤ ਸਿੰਘ ਸੇਖੋਂ ਹੈ ਬਈ। ਬਾਕੀ ਤਾਂ ਹੋ ਹੀ ਨਹੀਂ ਸਕਦੇ, ਬਾਕੀ ਤਾਂ ਮੋਹਨ ਸਿੰਘ ਤੇ ਪ੍ਰੀਤਮ ਸਿੰਘ ਸਫੀਰ ਆਪਾਂ ਦੋਵੇਂ ਪੜ੍ਹੇ ਸੀਗੇ, ਇਹਨਾਂ ਦੇ ਤੇ ਆਪਾਂ ਸੁਣਿਆ ਨਹੀਂ ਕੋਈ ਕਾਵਦੂਤ ਤੇ ਕੋਈ ਕਵਿਤਾ ਲਿਖੀ ਹੈ ਜਿਹੜੀ ਇਹਨੇ। ਦਵਿੰਦਰ ਸਤਿਆਰਥੀ ਤਾਂ ਵੈਸੇ ਹੀ ਵਿਚਾਰਾ ਲੋਕਧਾਰਾ ਦੇ ਨਾਲ ਸੰਬੰਧਿਤ ਹੈ। ਤੁਸੀਂ ਚੰਗਾ ਖੱਤ ਖੇਡਿਆ ਮੇਰੇ ਨਾਲ, ਇੱਕ ਕਾਸਾ ਖੇਲ ਰਚਾ ਦਿੱਤਾ ਹੈ, ਮੇਰਾ ਚੰਗੀ ਤਰ੍ਹਾਂ ਮੌਜੂ ਬਣਾਇਆ ਹੈ। ਉਪਰੋਕਤ ਵਾਰਤਾਲਾਪ ਕਿਹੜੇ ਇਕਾਂਗੀ ਦੇ ਵਿੱਚੋਂ ਲਿਆ ਗਿਆ ਜੀ? ਇਹ ਬੇਈਮਾਨ ਇਕਾਂਗੀ ਦੇ ਵਿੱਚੋਂ ਲਿਆ ਗਿਆ ਹੈ। ਜ਼ਿੰਦਗੀ ਮੋੜੀ ਜਾ ਸਕਦੀ ਹੈ, ਮੌਤ ਨਹੀਂ ਕਹਾਣੀ ਦੀ ਪਾਤਰ ਜਿਹੜੀ ਚੇਤਨਾ ਗਾਉਣ ਦੇ ਨਾਲ ਨਾਲ ਕਿਹੜੇ ਸਾਜ਼ ਦੀ ਵਰਤੋਂ ਕਰਦੀ ਹੈ ਜੀ? ਤੰਬੂਰੇ ਦੀ ਵਰਤੋਂ ਕਰਦੀ ਹੈ। ਪਵਿੱਤਰ ਮਾਸੀ, ਅੱਛਾ ਪਵਿੱਤਰ ਪਾਪੀ ਹੈ ਵੈਸੇ ਤਾਂ, ਪਵਿੱਤਰ ਮਾਸੀ, ਤਾਂ ਹੀ ਤਾਂ ਪ੍ਰਸ਼ਨ ਡਿਲੀਟ ਹੋ ਗਿਆ ਸੀ। ਹੈ ਪਵਿੱਤਰ ਮਾਸੀ ਨਹੀਂ, ਪਵਿੱਤਰ ਪਾਪੀ ਨਾਵਲ ਹੈ ਜਿਹੜਾ, ਉਹਦਾ ਪ੍ਰਕਾਸ਼ਨ ਕਦੋਂ ਹੋਇਆ? ਲਓ ਜੀ ਤੁਸੀਂ ਇਹਦਾ ਉੱਤਰ ਆਪੇ ਦੇਣਾ, ਮੈਨੂੰ ਦੱਸਣਾ ਹੈ। ਇਹਦਾ ਪ੍ਰਸ਼ਨ ਦਾ ਉੱਤਰ ਬਹੁਤ ਸੌਖਾ ਹੈ, ਠੀਕ ਹੈ ਬਈ। ਵੈਸੇ ਤਾਂ ਸਹੀ ਸੀਗਾ ਪਰ ਇਹਦੀ ਪ੍ਰਿੰਟਿੰਗ ਮਿਸਟੇਕ ਕਰਕੇ ਪ੍ਰਸ਼ਨ ਡਿਲੀਟ ਹੋਇਆ। ਪਵਿੱਤਰ ਪਾਪੀ ਲਿਖਣਾ ਸੀਗਾ, ਪਵਿੱਤਰ ਮਾਸੀ ਨਹੀਂ। ਪ੍ਰਸਿੱਧ ਪੰਜਾਬੀ ਆਲੋਚਕ ਸੰਤ ਸਿੰਘ ਸੇਖੋਂ ਕਿਸ ਮੱਧਕਾਲੀ ਕਵੀ ਨੂੰ ਇਨਕਲਾਬੀ ਦੀ ਥਾਂ ਰੋਮਾਂਟਿਕ ਸੁਧਾਰਕ ਕਹਿੰਦਾ ਹੈ? ਕਿਵੇਂ ਆ ਗਿਆ ਯਾਦ ਜਿਨ੍ਹਾਂ ਨੇ ਆਪਣੀ ਐਪ ਲੈ ਰੱਖੀ ਹੈ ਨਾ? ਰੋਮਾਂਟਿਕ ਸੁਧਾਰਕ ਕਿਹਨੂੰ ਕਿਹਾ ਉਹਨੇ? ਵੀ ਉਹਦੀ ਉਹ ਇੱਕ ਨਾਅਰੇਬਾਜ਼ੀ ਆ ਬਸ ਉਹਦੀ। ਵਾਰਿਸ ਸ਼ਾਹ ਨੂੰ ਕਿਹਾ ਵੀ ਉਸਨੇ। ਕਿਹੜੇ ਮੱਧਕਾਲੀ ਕਵੀ ਨੂੰ? 78 ਨੰਬਰ ਪ੍ਰਸ਼ਨ ਤੇ ਆ ਗਏ ਆਪਾਂ, ਠੀਕ ਹੈ। ਰੂਪਵਾਦੀ ਚਿੰਤਨ ਬੋਰਿਸ ਤੋਮਾਸ਼ੇਵਸਕੀ ਅਨੁਸਾਰ ਕਿਸੇ ਘਟਨਾ ਦਾ ਸਿੱਧ ਪੱਧਰਾ ਬਿਆਨ ਹੁੰਦਾ ਫੇਬੂਲਾ। ਰੂਪਵਾਦੀ ਆਪਾਂ ਪੂਰੀ ਗੱਲ ਪ੍ਰੋਪਰ ਕੀਤੀ ਸੀ ਖੁੱਲ੍ਹ ਕੇ, ਇਹਦਾ ਉੱਤਰ ਫੇਬੂਲਾ ਬਈ, ਫੇਬੂਲਾ। ਕਿਹੜਾ ਚਿੰਤਕ ਸਾਹਿਤਕਾਰ ਦੁਆਰਾ ਪ੍ਰਸੰਗ ਵਿਹੂਣੇ ਭਾਵਾਂ ਦੀ ਪੇਸ਼ਕਾਰੀ ਨੂੰ ਉਸਨੇ ਬਾਂਦਰੀ ਕਰਤੱਵ ਕਿਹਾ ਹੈ? ਲੋਨ ਜਾਈਨਸ ਨੇ ਉਦਾਤ ਦਾ ਸੰਕਲਪ ਦਿੱਤਾ। ਉਦਾਤ ਦੇ ਸੰਕਲਪ ਦੇ ਵਿੱਚ ਉਸਨੇ ਪ੍ਰਸੰਗ ਵਿਹੂਣੇ ਭਾਵਾਂ ਦੀ ਗੱਲ ਕੀਤੀ ਹੈ। ਤੇ ਪ੍ਰਸੰਗ ਵਿਹੂਣੇ ਭਾਵ ਉਹ ਭਾਵ ਜਿਹੜੇ ਪ੍ਰਸੰਗ ਤੋਂ ਬਿਨਾਂ, ਪ੍ਰਸੰਗ ਜਿਹੜਾ ਚੱਲਦਾ ਹੈ ਉਹਨਾਂ ਤੋਂ ਬਿਨਾਂ ਹੋ ਜਾਣ, ਉਹ ਭਾਵਾਂ ਨੂੰ ਉਸਨੇ ਬਾਂਦਰੀ ਕਰਤੱਵ ਕਿਹਾ ਹੈ, ਐਂਟਿਕਸ। ਲੋਜਾਈਨਸ ਉੱਤਰ ਸਹੀ ਹੈ। ਸ਼ੋਮਿਊਰ ਅਨੁਸਾਰ ਭਾਸ਼ਾ ਹੈ, ਸ਼ੋਮਿਊਰ ਨਹੀਂ ਸੋਸ਼ਿਊਰ, ਸੋਸ਼ਿਊਰ ਅਨੁਸਾਰ ਭਾਸ਼ਾ ਹੈ। ਇਹ ਤਾਂ ਹੀ ਤਾਂ ਪ੍ਰਸ਼ਨ ਇਹ ਵੀ ਡਿਲੀਟ ਹੋਇਆ ਮੈਨੂੰ ਲੱਗਦਾ। ਹਾਂ ਇਹ ਡਿਲੀਟ ਹੋ ਗਿਆ ਸੀ। ਤੱਤ ਹੈ, ਟੋਟਮਵਾਦ ਹੈ, ਫਾਰਸ ਹੈ ਜਾਂ ਸਿਸਟਮ ਹੈ? ਸੋਸ਼ਿਊਰ ਦੀ ਪਰਿਭਾਸ਼ਾ ਤੁਹਾਨੂੰ ਦਿੱਤੀ ਸੀ ਹੈ ਨਾ, ਪਰਿਭਾਸ਼ਾ ਸੋਸ਼ਿਊਰ ਅਨੁਸਾਰ ਕੀ ਹੈ ਪਰਿਭਾਸ਼ਾ ਜਿਹੜੀ ਉਹ ਇਹਦੀ ਭਾਸ਼ਾ ਦੀ ਪਰਿਭਾਸ਼ਾ ਹੈ ਨਾ। ਸ਼ੋਮਿਊਰ ਲਿਖਿਆ ਇੱਥੇ, ਸੋਸ਼ਿਊਰ ਹੈ ਇਹਦਾ ਸਹੀ। ਸੋਸ਼ਿਊਰ ਦੇ ਬਾਰੇ ਤੁਸੀਂ ਪੜ੍ਹ ਹੀ ਲਿਆ ਹੋਊਗਾ ਨਾ ਪੂਰਾ ਪ੍ਰੋਪਰ ਤਰੀਕੇ ਨਾਲ। ਸੋਸ਼ਿਊਰ, ਸੋ ਸੋਸ਼ਿਊਰ ਦੀ ਆਪਾਂ ਗੱਲ ਥੋੜ੍ਹੀ ਜਿਹੀ ਕਲੀਅਰ ਕਰ ਹੀ ਲੈਂਦੇ ਹਾਂ। ਮੈਂ ਤਾਂ ਕਹਿੰਦਾ ਥੋੜ੍ਹੀਆਂ ਤੁਹਾਨੂੰ ਗੱਲਾਂ ਮੈਂ ਦੱਸਦਾ 2-4 ਸੋਸ਼ਿਊਰ ਬਾਰੇ। ਆ ਜਾ ਵੀ ਸੋਸ਼ਿਊਰ। ਆਪਦੇ ਵੱਲੋਂ ਤਾਂ ਬਣਾਇਆ ਸੀਗਾ, ਬਾਕੀ ਦੇਖੋ। ਹਾਂਜੀ ਸੋਸ਼ਿਊਰ ਦੀ ਗੱਲ ਹੈ ਨਾ ਆਪਾਂ ਕਰ ਰਹੇ ਸੀਗੇ। ਜਦੋਂ ਆਪਾਂ ਭਾਸ਼ਾ ਵਿਗਿਆਨ ਪੜ੍ਹਦੇ ਹਾਂ ਉਦੋਂ ਆਪਾਂ ਪੜ੍ਹਦੇ ਹਾਂ ਇੱਕ ਸੰਰਚਨਾਤਮਕ ਭਾਸ਼ਾ ਵਿਗਿਆਨ। ਸੋ ਸੋਸ਼ਿਊਰ ਨੇ ਆਪਣੀ ਇੱਕ ਪੁਸਤਕ ਸੀਗੀ, ਪ੍ਰਸਿੱਧ ਭਾਸ਼ਾ ਵਿਗਿਆਨੀ ਹੈ ਸੋਸ਼ਿਊਰ, ਉਹਦੀ ਪੁਸਤਕ ਕੋਰਸ ਇਨ ਜਨਰਲ ਲਿੰਗੁਇਸਟਿਕ। ਸੋ ਇਸ ਪੁਸਤਕ ਦੇ ਵਿੱਚ ਉਸਨੇ ਸੰਰਚਨਾਤਮਕ ਭਾਸ਼ਾ ਵਿਗਿਆਨ ਦੀ ਗੱਲ ਕੀਤੀ ਹੈ ਅਤੇ ਉਹਦੇ ਵਿੱਚ ਉਸਨੇ ਦੱਸਿਆ ਹੈ ਕਿ ਭਾਸ਼ਾ ਹੈ ਜਿਹੜੀ ਉਹ ਇੱਕ ਚਿੰਨ੍ਹਾਂ ਦਾ ਪ੍ਰਬੰਧ ਹੈ, ਚਿੰਨ੍ਹਾਂ ਦੀ ਵਿਵਸਥਾ ਹੈ। ਸੋ ਭਾਸ਼ਾ ਨੂੰ ਚਿੰਨ੍ਹਾਂ ਦਾ ਪ੍ਰਬੰਧ ਜਾਂ ਚਿੰਨ੍ਹਾਂ ਦੀ ਵਿਵਸਥਾ ਦੱਸਿਆ ਉਸਨੇ। ਸੋ ਇਹਦੇ ਕਰਕੇ ਹੈ ਨਾ ਵੀ ਚਿੰਨ੍ਹ ਤਾਂ ਸ਼ਬਦ ਕਿਤੇ ਹੈ ਹੀ ਨਹੀਂ ਗਾ ਇਹਦੇ ਵਿੱਚ, ਹੈ ਨਾ। ਇਸ ਕਰਕੇ ਜਿਹੜਾ ਹੈਗਾ ਵੈਸੇ ਵੀ ਸੋਮਿਊਰ ਲਿਖਿਆ ਇੱਥੇ, ਸੋਸ਼ਿਊਰ ਇਹਦਾ ਸਹੀ ਜਿਹੜਾ ਹੋਣਾ ਚਾਹੀਦਾ। ਅਗਲਾ ਪ੍ਰਸ਼ਨ ਹੈ ਭਾਸ਼ਾ ਵਿਗਿਆਨ ਦਾ ਪਹਿਲਾ ਵਿਗਿਆਨਿਕ ਪੜਾਵ ਹੈ ਜਿਹੜਾ ਉਹ ਸੀਗਾ ਜੀ, ਇਹਦਾ ਸਹੀ ਉੱਤਰ ਹੈ ਜਿਹੜਾ ਇਹ 3 ਨੰਬਰ ਆਪਸ਼ਨ ਸਾਡਾ ਇਹਦਾ ਸਹੀ ਉੱਤਰ ਹੈ। ਇਹ ਹੈਗਾ ਜੀ ਪਹਿਲਾਂ ਭਾਸ਼ਾ ਦੇ ਜਦੋਂ ਭਾਸ਼ਾ ਦਾ ਪਹਿਲਾ ਪੜਾਵ ਹੈ ਜਿਹੜਾ ਉਹ ਇਤਿਹਾਸਕ ਭਾਸ਼ਾ ਵਿਗਿਆਨ ਨਹੀਂ ਹੈ, ਤੁਸੀਂ ਧਿਆਨ 'ਚ ਰੱਖਣਾ ਹੈ। ਦੋਨਾਂ ਦਾ ਭੁਲੇਖਾ ਪੈਂਦਾ ਹੈ, ਇਤਿਹਾਸਕ ਭਾਸ਼ਾ ਵਿਗਿਆਨ ਅਤੇ ਵਿਆਕਰਣ ਦਾ, ਹੈ ਨਾ। ਵਿਆਕਰਣ ਹੈ ਜੀ ਭਾਸ਼ਾ ਦਾ ਪਹਿਲਾ ਪੜਾਵ। ਧੁਨੀ ਉਚਾਰਨ ਵਿੱਚ ਸੁਰ ਤੰਦਾਂ ਦੇ 2 ਕਾਰਜ ਹੈ ਜੀ, 2 ਮੁੱਖ ਕਾਰਜ ਹੈ ਨਾ, ਤੁਹਾਨੂੰ ਦੱਸਿਆ ਹੋਇਆ ਸੀਗਾ ਇਹ। ਲਾਂਘ ਅਤੇ ਪੈਰੋਲ ਦਾ ਰਿਸ਼ਤਾ ਹੈ।
अच्छा ਇਹਦੇ ਵਿੱਚ ਵੀ ਥੋੜੀ ਜੀ ਦਿੱਕਤ ਹੈ ਇਸ ਪ੍ਰਸ਼ਨ ਦੇ ਵਿੱਚ ਵੀ। ਇਹਦਾ ਸਹੀ ਉੱਤਰ ਹੈ ਜਿਹੜਾ ਉਹ ਆਰਪੀਐਸਸੀ ਨੇ ਦਵੰਦਾਤਮਕ ਮੰਨਿਆ ਸੀ, ਹੈ ਨਾ। ਦਵੰਦ ਦਾ ਮਤਲਬ ਹੁੰਦਾ ਹੈ ਵੀ ਆਪਸ ਦੇ ਵਿੱਚ, ਮਤਲਬ ਇੱਕ ਯੁੱਧ ਕਹਿ ਲਓ, ਲੜਾਈ ਕਹਿ ਲਓ। ਲਾਂਗ ਤੇ ਪੈਰੋਲ ਆਪਾਂ ਜਦੋਂ ਪੜ੍ਹਦੇ ਹਾਂ ਸ਼ੋਸ਼ਿਊਰ ਦਾ ਸੰਰਚਨਾਤਮਕ ਭਾਸ਼ਾ ਵਿਗਿਆਨ, ਉਦੋਂ ਉਸਨੇ ਲਾਂਗ ਤੇ ਪੈਰੋਲ ਦਾ ਮਤਲਬ ਕੀ ਹੈ ਵੀ ਇੱਕ ਸੰਕਲਪ ਪੇਸ਼ ਕੀਤਾ, ਜਿਹਦੇ ਵਿੱਚ ਉਸਨੇ ਲਾਂਗ ਨੂੰ ਭਾਸ਼ਾ ਤੇ ਪੈਰੋਲ ਉਸਦੇ ਉਚਾਰ ਨੂੰ, ਉਸਦੇ ਨਿਭਾਅ ਨੂੰ, ਯੋਗਤਾ ਤੇ ਨਿਭਾਅ ਨਾ। ਲਾਂਗ ਮਤਲਬ ਭਾਸ਼ਾ, ਜਿੰਨੀ ਯੋਗਤਾ ਮਨੁੱਖ ਦੇ ਵਿੱਚ ਭਾਸ਼ਾ ਦੀ ਹੁੰਦੀ ਹੈ ਉਸ ਨੂੰ ਉਸਨੇ ਨਾਮ ਦਿੱਤਾ ਲਾਂਗ ਦਾ। ਤੇ ਉਸ ਜਿੰਨੀ ਭਾਸ਼ਾ ਦਾ ਨਿਭਾਅ ਆਪਾਂ ਕਰਦੇ ਹਾਂ ਉਹਦੇ ਵਿੱਚੋਂ ਜਿੰਨੀ ਆਪਾਂ ਯੂਜ਼ ਕਰਦੇ ਹਾਂ ਉਸ ਨੂੰ ਉਸਨੇ ਪੈਰੋਲ ਦਾ ਨਾਮ ਦਿੱਤਾ ਸੀ। ਦਵੰਦਾਤਮਕ ਵੈਸੇ ਤਾਂ ਤੁਹਾਨੂੰ ਪਤਾ ਕਈ ਬੁੱਕਸ ਦੇ ਵਿੱਚ ਨਾ ਮੈਂ ਦੇਖਿਆ ਵਿਰੋਧਾਰਥਕ ਵੀ ਲਿਖਿਆ, ਵਿਰੋਧਾਰਥਕ ਵੀ ਲਿਖਿਆ ਵੀ ਇੱਕ ਦੂਸਰੇ ਦੇ ਵਿਰੋਧੀ ਹੈ ਲਾਂਗ ਤੇ ਪੈਰੋਲ, ਦੋਵੇਂ ਇੱਕ ਦੂਜੇ ਦੇ ਵਿਰੁੱਧ ਨਹੀਂ। ਦਵੰਦਾਤਮਕ ਜ਼ਿਆਦਾ ਬਿਹਤਰ ਹੈ, ਦਵੰਦਾਰਥਕ ਸਹੀ ਹੈ। ਸਮਾਨਾਰਥੀ ਤੇ ਆਪ ਹੁਦਰਾ ਜਾਂ ਮਨਮਾਨਾ ਤਾਂ ਨਹੀਂਗਾ। ਰਸ ਸੰਪਰਦਾਇ ਨਾਲ ਸੰਬੰਧਿਤ ਜਿਹੜਾ ਮਤ ਉਹਦੇ ਵਿੱਚ ਆਰੋਪਵਾਦ ਦਾ ਪ੍ਰਤੀਪਾਦਕ ਕੌਣ ਹੈ ਜੀ? ਉਹ ਹੈਗਾ ਜੀ ਭੱਟ ਲੋਲਟ। ਭੱਟ ਲੋਲਟ ਨੇ ਆਰੋਪਵਾਦ ਦਾ ਸਿਧਾਂਤ ਦਿੱਤਾ ਅਤੇ ਭੱਟ ਸ਼ੰਕੁਕ ਨੇ ਅਨੁਮਾਨਵਾਦ ਦਾ ਸਿਧਾਂਤ ਦਿੱਤਾ ਹੈ। ਤੁਹਾਡੇ ਨਾਲ ਸਾਰੀਆਂ ਗੱਲਾਂ ਕਲੀਅਰ ਕੀਤੀਆਂ ਹੋਈਆਂ ਮੈਂ। ਨੋਆਮ ਚਮਸਕੀ ਨੇ ਕਿੰਨੇ ਮੂਲ ਸੰਕਲਪ ਪੇਸ਼ ਕੀਤੇ ਆ ਜੀ? ਉਸਨੇ ਨੋਆਮ ਚਮਸਕੀ ਨੇ ਰੂਪਾਂਤਰੀ ਸਿਰਜਣਾਤਮਕ ਜਿਹੜੀ ਸੰਕਲਪ ਪੇਸ਼ ਕੀਤਾ ਹੈ, ਰੂਪਾਂਤਰੀ ਸਿਰਜਣਾਤਮਕ ਵਿਆਕਰਣ ਜਿਹੜਾ, ਉਹਦੇ ਵਿੱਚ ਉਸਨੇ ਬੇਟਾ ਜੀ 3 ਮੂਲ ਸੰਕਲਪ ਪੇਸ਼ ਕੀਤੇ ਹੈ। ਇੱਕ ਸਤਹੀ ਸੰਰਚਨਾ, ਸਤਹੀ ਸੰਰਚਨਾ। ਇੱਕ ਉਹਨੇ ਦਿੱਤਾ ਹੈ ਜੀ ਇੱਕ ਗਹਿਨ ਸੰਰਚਨਾ। ਇੱਕ ਉਸਨੇ ਦਿੱਤਾ ਰੂਪਾਂਤਰੀ ਨਿਯਮ। ਇੱਕ ਉਸਨੇ ਦਿੱਤਾ ਜੀ ਰੂਪਾਂਤਰੀ ਨਿਯਮ। ਥੋੜ੍ਹਾ ਸੁਣ ਲਓ ਇਹਦੇ ਵਿੱਚ ਕੀ ਆ। ਉਸਨੇ ਸਤਹੀ ਸੰਰਚਨਾ ਉਸਨੇ ਕਿਹਾ ਹੈ ਜੀ ਕਿਸੇ ਵਾਕ ਦੀ ਅੰਤਕ ਬਣਤਰ, ਅੰਤਿਮ ਬਣਤਰ, ਉਸ ਨੂੰ ਉਸਨੇ ਸਤਹੀ ਸੰਰਚਨਾ ਕਿਹਾ ਹੈ। ਅੰਤਿਕ ਬਣਤਰ ਨੂੰ, ਕਿਸੇ ਵਾਕ ਦੀ ਨੂੰ ਅੰਤਿਕ ਬਣਤਰ ਨੂੰ ਉਸਨੇ ਸਤਹੀ ਸੰਰਚਨਾ ਕਿਹਾ। ਗਹਿਣ, ਗਹਿਣ ਦਾ ਮਤਲਬ ਉਸਨੇ ਕਿਸੇ ਵਾਕ ਦੀ ਪ੍ਰਾਰੰਭਿਕ ਜਾਂ ਆਰੰਭਿਕ ਬਣਤਰ ਨੂੰ ਉਸਨੇ ਗਹਿਣ ਸੰਰਚਨਾ ਕਿਹਾ ਹੈ। ਤੇ ਰੂਪਾਂਤਰੀ ਮਤਲਬ ਕੀ ਹੁੰਦਾ ਹੈ? ਆਰੰਭ ਤੋਂ ਲੈ ਕੇ ਅੰਤ ਤੱਕ ਹੋਈਆਂ ਤਬਦੀਲੀਆਂ ਨੂੰ ਉਸਨੇ ਰੂਪਾਂਤਰੀ ਵਿਆਕਰਣ ਦਾ ਨਾਮ ਦਿੱਤਾ ਹੈ। ਸੋ ਇਸਨੇ 3 ਮੂਲ ਸੰਕਲਪ ਪੇਸ਼ ਕੀਤੇ ਹਨ। 87 ਨੰਬਰ ਹੈ ਜਿਹੜਾ, ਇਹਦੇ ਵਿੱਚੋਂ ਗੱਲਾਂ ਬਹੁਤ ਇੰਪੋਰਟੈਂਟ ਨਿਕਲਣਗੀਆਂ ਪਰਿਭਾਸ਼ਾ ਦੇ ਵਿੱਚੋਂ। ਇਹ ਪਰਿਭਾਸ਼ਾ ਹੈ ਜਿਹੜੀ ਇਹ ਦੁਖਾਂਤ ਜਾਂ ਤਰਾਸਦੀ ਦੀ ਪਰਿਭਾਸ਼ਾ ਦਿੱਤੀ ਹੈ ਉਸਨੇ ਕਿਹਨੇ ਦਿੱਤੀ ਹੈ ਜੀ? ਅਰਸਤੂ ਨੇ। ਤੁਹਾਨੂੰ ਪਤਾ ਹੀ ਹੈ ਤਰਾਸਦੀ ਦਾ ਸੰਕਲਪ ਹੈ ਜਿਹੜਾ ਉਹ ਅਰਸਤੂ ਦੇ ਨਾਲ ਸੰਬੰਧਿਤ ਹੈ ਨਾ। ਅਰਸਤੂ ਨੇ ਦਿੱਤਾ ਵੀ ਦੁਖਾਂਤ ਕਿਸੇ ਗੰਭੀਰ, ਮੁਕੰਮਲ ਤੇ ਨਿਸ਼ਚਿਤ ਆਕਾਰ ਵਾਲੇ ਕਾਰਜ ਦੀ ਅਨੁਕ੍ਰਿਤੀ ਦਾ ਨਾਮ ਹੈ। ਅਨੁਕ੍ਰਿਤੀ ਨਕਲ ਨੂੰ ਕਿਹਾ ਜਾਂਦਾ ਹੈ, ਜਿਸ ਦਾ ਮਾਧਿਅਮ ਨਾਟਕ ਦੇ ਭਿੰਨ-ਭਿੰਨ ਹਿੱਸਿਆਂ ਵਿੱਚ ਭਿੰਨ-ਭਿੰਨ ਰੂਪਾਂ ਨਾਲ ਵਰਤੀ ਗਈ ਸਭ ਪ੍ਰਕਾਰ ਦੇ ਕਲਾਤਮਕ ਗਹਿਣਿਆਂ ਨਾਲ ਅਲੰਕ੍ਰਿਤ ਭਾਸ਼ਾ ਹੁੰਦੀ ਹੈ, ਜਿਸ ਵਿੱਚ ਕਰੁਣਾ ਤੇ ਤਰਾਸ ਰਾਹੀਂ ਇਹਨਾਂ ਮਨੋਵਿਕਾਰਾਂ ਦਾ ਉਚਿਤ ਵਿਵੇਚਨ, ਵਿਵੇਚਨ ਨਹੀਂ ਵਿਰੇਚਨ ਹੁੰਦਾ ਹੈ ਜੀ। ਇਹ ਵਿਵੇਚਨ ਲਿਖਿਆ ਇੱਥੇ ਸ਼ਬਦ ਗਲਤ ਹੈ। ਜਿਹੜਾ ਪਰਿਭਾਸ਼ਾ ਦੇ ਵਿੱਚ ਸ਼ਬਦ ਲਿਖਿਆ ਹੋਇਆ ਉਹ ਹੈਗਾ ਜੀ ਵਿਰੇਚਨ। ਵਿਰੇਚਨ ਦਾ ਮਤਲਬ ਹੁੰਦਾ ਹੈ ਵਿਕਾਰਾਂ ਨੂੰ ਦੂਰ ਕਰਨਾ। ਅਰਸਤੂ ਹੈ ਜਿਹੜਾ ਉਹ ਇੱਕ ਆਪ ਵੈਦ ਦਾ ਪੁੱਤਰ ਹੈ, ਇਸ ਕਰਕੇ ਇਹ ਹੈ ਜਿਹੜਾ ਇਹ ਡਾਕਟਰੀ ਚੋਂ ਲਿਆ ਗਿਆ ਹੈ, ਇਹ ਵੈਦ ਪੁਣੇ ਚੋਂ ਲਿਆ ਗਿਆ ਸ਼ਬਦ ਹੈ ਵਿਰੇਚਨ। ਵਿਰੇਚਨ ਦਾ ਮਤਲਬ ਹੁੰਦਾ ਵੀ ਰੇਚਕ ਦਵਾਈ ਦੀ ਸਹਾਇਤਾ ਦੇ ਨਾਲ ਮਹਿਦੇ ਦੇ ਵਿਕਾਰਾਂ ਨੂੰ ਦੂਰ ਕਰਨਾ। ਬੇਲੋੜੇ ਪਦਾਰਥ ਜਦੋਂ ਆਪਾਂ ਬੜਾ ਖਾਈ ਪੀ ਜਾਂਦੇ ਹਾਂ ਵੰਨ ਸੁਵੰਨਾ, ਅਤੇ ਉਦੋਂ ਅੰਦਰ ਬੇਲੋੜੇ ਪਦਾਰਥ ਇਕੱਠੇ ਹੋ ਜਾਂਦੇ ਆ, ਉਦੋਂ ਵਿਰੇਚਨ ਦੀ ਸਹਾਇਤਾ ਦੇ ਨਾਲ ਉਹਨਾਂ ਨੂੰ ਵਿਕਾਰਾਂ ਨੂੰ ਦੂਰ ਕੀਤਾ ਜਾਂਦਾ ਹੈ। ਵਿਰੇਚਕ ਦਵਾਈ ਦੀ ਸਹਾਇਤਾ ਨਾਲ ਉਸ ਕਿਰਿਆ ਨੂੰ ਵਿਰੇਚਨ ਕਿਹਾ ਜਾਂਦਾ ਹੈ। ਵੀ ਤਰਾਸਦੀ ਹੈ ਜਿਹੜੀ ਉਹ ਕਰੁਣਾ, ਜਿਹੜੀ ਹੈ ਕਰੁਣਾ ਤਰਾਸਦੀ ਦੁਖਾਂਤ ਹੈ ਜਿਹੜਾ ਉਹ ਸਾਡੇ ਮਨੋਵਿਕਾਰਾਂ ਦਾ ਵਿਰੇਚਨ ਕਰਦਾ ਹੈ। ਮਹੱਤਵ ਬਹੁਤ ਹੈ ਨਾ। ਯੂਨਾਨੀ ਨਾਟ ਪਰੰਪਰਾ ਦੇ ਵਿੱਚ ਹੀ ਦੁਖਾਂਤ ਦੀ ਪਰੰਪਰਾ ਸ਼ੁਰੂ ਹੋਈ ਹੈ। ਅਰਸਤੂ ਹੈ ਜਿਹੜਾ ਉਹ ਯੂਨਾਨ ਦਾ ਹੈ ਨਾ, ਯੂਨਾਨ ਦਾ ਪ੍ਰਸਿੱਧ ਆਲੋਚਕ ਹੈ। ਪੱਛਮੀ ਆਲੋਚਕਾਂ ਦੇ ਵਿੱਚ ਆਪਾਂ ਸਭ ਤੋਂ ਪਹਿਲਾਂ ਜੇ ਕਿਸੇ ਨੂੰ ਪੜ੍ਹਦੇ ਹਾਂ ਤਾਂ ਉਹ ਕੀ ਹੈ ਵੀ ਉਹ ਇੱਕ ਅਰਸਤੂ ਨੂੰ ਆਪਾਂ ਜ਼ਿਆਦਾ ਪੜ੍ਹਦੇ ਹਾਂ ਨਾ। ਸ਼ੋਸ਼ਿਊਰ ਦਾ ਵੀ ਨਾਮ ਹੈ, ਲੋਨਜਾਈਨਸ ਵੀ, ਨੋਆਮ ਚਮਸਕੀ ਵੀ। ਸ਼ੋਸ਼ਿਊਰ ਨੇ ਦਿੱਤਾ ਸੰਰਚਨਾਤਮਕ ਜਿਹੜਾ ਵਿਗਿਆਨ ਦਿੱਤਾ ਹੈ ਨਾ, ਉਹ ਦਿੱਤਾ। ਅਤੇ ਨੋਆਮ ਚਮਸਕੀ ਨੇ ਤੁਹਾਨੂੰ ਪਤਾ ਹੀ ਹੈ ਜਿਹੜਾ ਹੁਣੇ ਹੀ ਆਪਾਂ ਪਿੱਛੇ ਗੱਲ ਕਰ ਚੁੱਕੇ ਹਾਂ, ਨੋਆਮ ਚਮਸਕੀ ਦੇ ਜਿਹੜੇ ਆਪਾਂ 3 ਮੂਲ ਸੰਕਲਪ ਪੇਸ਼ ਕੀਤੇ ਜਿਹੜੇ ਉਹ ਵੀ ਆਪਸ਼ਨ 'ਚ ਦਿੱਤਾ ਹੋਇਆ। ਲੋਨਜਾਈਨਸ ਦਾ ਉਦਾਤ ਦਾ ਸੰਕਲਪ ਦਿੱਤਾ ਹੈ ਨਾ, ਜਿਹਦੇ ਵਿੱਚ ਆਪਾਂ ਉਹ ਬਾਂਦਰੀ ਕਰਤੱਵ ਵਾਲਾ ਇਹਦੇ ਵਿੱਚ ਉੱਤਰ ਆਇਆ ਉਹ ਜਿਹੜਾ ਲੋਨਜਾਈਨਸ ਦਾ ਹੀ ਸੀਗਾ ਪ੍ਰਸ਼ਨ। ਅਰਸਤੂ ਦੀ ਗੱਲ ਵੀ ਆ ਗਈ। ਅਰਸਤੂ ਦੇ ਆ ਧਿਆਨ ਰੱਖਣ ਵਾਲੇ ਤੁਸੀਂ ਆਕਾਰ ਦੀ ਅਨੁਕ੍ਰਿਤੀ ਕਿਸੇ ਗੰਭੀਰ, ਮੁਕੰਮਲ, ਨਿਸ਼ਚਿਤ ਸ਼ਬਦ ਆ ਜਿਹੜੇ ਧਿਆਨ 'ਚ ਰੱਖਣ ਵਾਲੇ ਆ।
ਮਾਤ ਭਾਸ਼ਾ ਅਜਿਹੀ ਭਾਸ਼ਾ ਹੈ ਜੋ ਮਨੁੱਖ ਨੂੰ ਮਾਂ ਤੋਂ ਕੁੱਖ ਵਿੱਚ ਤੇ ਪਿਓ ਤੋਂ ਗੁੜਤੀ ਵਿੱਚ ਮਿਲਦੀ ਹੈ ਅਤੇ ਕੁੱਖ ਤੋਂ ਕਬਰ ਤੱਕ ਪਰਛਾਵੇਂ ਵਾਂਗ ਮਨੁੱਖ ਦੇ ਨਾਲ ਰਹਿੰਦੀ ਹੈ ਜੀ। ਇਹ ਹੈ ਜੀ ਪ੍ਰਸਿੱਧ ਵਾਰਤਕਕਾਰ, ਪ੍ਰਸਿੱਧ ਨਿਬੰਧਕਾਰ ਪ੍ਰਿੰਸੀਪਲ ਤੇਜਾ ਸਿੰਘ ਦਾ ਇਹ ਕਥਨ ਹੈ। ਡਾਕਟਰ ਹਰਕੀਰਤ ਸਿੰਘ ਮਾਤ ਭਾਸ਼ਾ ਦੀ ਪਰਿਭਾਸ਼ਾ ਦਿੰਦਾ ਹੈ। ਮਾਤ ਭਾਸ਼ਾ ਉਹ ਭਾਸ਼ਾ ਹੈ ਜੋ ਬੱਚਾ ਅਨੁਕਰਨ ਰਾਹੀਂ ਸਿੱਖਦਾ ਹੈ। ਇਹ ਤਾਂ ਹਰਕੀਰਤ ਸਿੰਘ ਨੇ ਦਿੱਤੀ ਹੈ ਪਰਿਭਾਸ਼ਾ, ਅਨੁਕਰਨ। ਰਸੂਲ ਹਮਜ਼ਾ ਤੋਬ ਦੀ ਪ੍ਰਸਿੱਧ ਪੁਸਤਕ ਹੈ ਮੇਰਾ ਦਾਗਿਸਤਾਨ। ਮੇਰਾ ਦਾਗਿਸਤਾਨ ਪੁਸਤਕ ਦੇ ਵਿੱਚ ਉਹ ਲਿਖਦਾ ਹੈ ਵੀ ਜੇ ਆਪਾਂ ਕਿਸੇ ਨੂੰ ਕੋਈ ਸ਼ਰਾਪ ਦੇਣਾ ਹੋਵੇ, ਸਭ ਤੋਂ ਮਤਲਬ ਵੱਡਾ ਸ਼ਰਾਪ ਜੇ ਦੇਣਾ ਹੋਵੇ ਤਾਂ ਆਪਾਂ ਉਹਨੂੰ ਇਹ ਕਹਿ ਦਈਏ ਵੀ ਜਾ ਤੈਨੂੰ ਤੇਰੀ ਮਾਂ ਬੋਲੀ ਭੁੱਲ ਜਾਵੇ। ਇਹ ਉਹਨੇ ਮਾਂ ਬੋਲੀ ਦੀ ਪਰਿਭਾਸ਼ਾ ਦਿੱਤੀ ਹੈ। ਕਿਹੜੀ ਸਿੱਖਿਆ ਬੜੀ ਮਹੱਤਵਪੂਰਨ ਤੇ ਲਾਭਕਾਰੀ ਹੁੰਦੀ ਹੈ, ਜਿਸ ਦੀ ਵਕਾਲਤ ਰੂਸੋ ਵੀ ਕਰਦਾ। ਗੈਰ ਰਸਮੀ ਸਿੱਖਿਆ ਜਿਹੜੀ ਘਰ ਦੇ ਵਿੱਚ ਬੱਚੇ ਨੂੰ ਦਿੱਤੀ ਜਾਂਦੀ ਹੈ, ਜਿਹੜੀ ਪੜ੍ਹਾਈ ਬੱਚਾ ਘਰੇ ਰਹਿ ਕੇ ਕਰਦਾ, ਪੜ੍ਹਾਈ ਕਿਤਾਬਾਂ ਵਾਲੀ ਨਹੀਂ ਹੁੰਦੀ, ਉਹ ਵਿਵਹਾਰਿਕ ਸਿੱਖਿਆ ਜਿਹੜੀ ਘਰ ਦੇ ਵਿੱਚ, ਗੈਰ ਰਸਮੀ। ਵਾਰਤਕ ਸਿੱਖਿਆ ਦੇ ਦੋ ਮੁੱਖ ਰੂਪ ਵਿੱਚ ਕਿਹੜਾ ਅੰਗ ਸ਼ਾਮਲ ਨਹੀਂ ਹੈ? ਮੁੱਖ ਰੂਪਾਂ ਵਿੱਚ ਮੁਲਾਂਕਣ ਨਹੀਂ ਹੁੰਦਾ। ਆਹ ਤਾਂ ਹੁੰਦਾ ਹੀ ਹੈ ਵਾਰਤਕ ਸਿੱਖਿਆ 'ਚ, ਪੜ੍ਹਨਾ ਵੀ ਹੈ, ਵਿਆਖਿਆ ਵੀ ਕਰਨੀ ਹੈ, ਵਿਚਾਰ ਵਿਸ਼ਲੇਸ਼ਣ ਵੀ ਕਰਨਾ, ਮੁਲਾਂਕਣ ਨਹੀਂ ਹੁੰਦਾ, ਮੁੱਖ ਰੂਪ ਵਿੱਚ ਨਹੀਂ ਹੁੰਦਾ ਹੈ। ਗੈਰ ਰਸਮੀ ਵਿਆਕਰਣ ਦੀ ਸਿੱਖਿਆ ਕਿਹੜੀ ਵਿਧੀ ਦੁਆਰਾ ਕੀਤੀ ਜਾਂਦੀ ਹੈ? ਦੀ ਗੈਰ ਰਸਮੀ ਸਿੱਖਿਆ ਜਿਹੜੀ ਉਹ ਅਵਿਆਕ੍ਰਿਤੀ ਵਿਧੀ ਨਾਲ ਦਿੱਤੀ ਜਾਂਦੀ ਹੈ। ਗੈਰ ਰਸਮੀ ਸਿੱਖਿਆ ਬਹੁਤ ਹੀ ਸ਼ਾਨਦਾਰ ਹੈ, ਬੜੇ ਸ਼ਾਨਦਾਰ ਪ੍ਰਸ਼ਨ ਹੈ। ਸਿੱਖਿਆ ਸ਼ਾਸਤਰੀ ਜੈਕਸਨ ਨੇ ਅਧਿਆਪਨ ਦੀਆਂ 3 ਅਵਸਥਾਵਾਂ ਦੱਸੀਆਂ, ਪੂਰਵ ਅਧਿਆਪਨ, ਅਧਿਆਪਨ ਤੇ ਉੱਤਰ ਅਧਿਆਪਨ, ਪਤਾ ਹੀ ਹੈ ਤੁਹਾਨੂੰ 3 ਅਵਸਥਾਵਾਂ। ਹਾਂ, ਅਗਲਾ ਪ੍ਰਸ਼ਨ ਹੈ ਜਿਹੜਾ ਕਾਰ ਰਾਹੀਂ ਸਿੱਖਣ ਦਾ ਮਹਾਨ ਸਿਧਾਂਤ। ਕਾਰ ਮਤਲਬ ਕਰਕੇ ਸਿੱਖਣਾ, ਲਰਨਿੰਗ ਬਾਈ ਡੂਇੰਗ, ਇਹ ਫਰੋਬੇਲ ਨੇ ਦਿੱਤਾ ਜੀ ਇਹ ਸਿਧਾਂਤ। ਪ੍ਰਤੱਖ ਭਾਸ਼ਾ ਵਿਧੀ ਕਿਸ ਦੀ ਸਿੱਖਿਆ ਵਿਧੀ ਵਜੋਂ ਅਪਣਾਈ ਜਾਂਦੀ ਹੈ? ਪ੍ਰਤੱਖ ਭਾਸ਼ਾ ਵਿਧੀ ਆਪਾਂ ਵਿਆਕਰਣ 'ਚ ਅਪਣਾਉਂਦੇ ਹਾਂ ਜੀ। ਪ੍ਰਤੱਖ ਭਾਸ਼ਾ ਵਿਧੀ ਆਪਾਂ ਵਿਆਕਰਣ ਦੇ ਨਾਲ ਸੰਬੰਧਿਤ ਹੈ। ਗਦ ਸਿੱਖਿਆ ਵਿੱਚ ਵਿਦਿਆਰਥੀਆਂ ਨੂੰ ਦਿੱਤਾ ਜਾਣ ਵਾਲਾ ਘਰ ਦਾ ਕੰਮ ਕਿਹੜੇ ਤੱਥ ਉੱਪਰ ਆਧਾਰਿਤ ਹੈ? ਵੀ ਘਰ ਦਾ ਕੰਮ ਕਿਉਂ ਦਿੱਤਾ ਜਾਂਦਾ ਹੈ? ਉਹਨਾਂ ਦੇ ਗਿਆਨ ਵਿੱਚ ਵਾਧਾ ਕਰਨ ਵਾਸਤੇ। ਇਹਦਾ ਉੱਤਰ ਜਿਹੜਾ ਸਹੀ ਹੈ। ਅਗਲਾ ਪ੍ਰਸ਼ਨ ਹੈ ਜਿਹੜਾ 96 ਨੰਬਰ ਪ੍ਰਸ਼ਨ ਹੈ, ਵਾਰਤਕ ਸਿੱਖਿਆ ਨਾਲ ਸੰਬੰਧਿਤ ਕਿਹੜਾ ਤੱਥ ਸਹੀ ਨਹੀਂ ਹੈ? ਉਹ ਹੈਗਾ ਜੀ, ਹਾਂ, ਵਾਰਤਕ ਦੇ ਵਿੱਚ ਤੁਹਾਨੂੰ ਪਤਾ ਹੈ ਭਾਵ ਗ੍ਰਹਿਣਤਾ ਜਿਹੜੀ ਨਹੀਂ ਹੁੰਦੀ ਹੈ ਨਾ, ਕਿਉਂਕਿ ਵਾਰਤਕ ਹੈ ਜਿਹੜਾ ਉਹਦਾ ਸੰਬੰਧ ਬੁੱਧੀ ਦੇ ਨਾਲ ਹੈ ਨਾ, ਤੇ ਬੁੱਧੀ ਹੈ ਜਿਹੜੀ ਉਹ ਦਿਮਾਗ ਦੀ ਉਪਜ ਹੈ। ਵੀ ਬੁੱਧੀ ਜਾਂ ਦਿਮਾਗ, ਸੌਰੀ, ਬੁੱਧੀ ਹੈ ਜਿਹੜੀ ਉਹ ਵਿਚਾਰਾਂ ਦੀ ਉਪਜ ਹੈ। ਵਿਚਾਰ ਮਤਲਬ ਕੀ ਹੈ? ਵਿਚਾਰ ਹੈ ਜਿਹੜੇ ਉਹ ਬੁੱਧੀ ਦੇ ਵਿੱਚੋਂ ਉਪਜਦੇ ਹਨ। ਕਹਿਣ ਦਾ ਮਤਲਬ ਭਾਵ ਹੈ ਜਿਹੜੇ ਇਹਨਾਂ ਦਾ ਸੰਬੰਧ ਸਾਡੀ ਮਾਨਸਿਕਤਾ ਨਾਲ ਹੈ, ਸਾਡੇ ਮਨ ਦੇ ਨਾਲ, ਭਾਵ ਗ੍ਰਹਿਣਤਾ। ਇਹ ਉੱਤਰ ਜਿਹੜਾ ਤੁਹਾਡਾ ਸਹੀ ਹੈ। 3 ਵਾਰ ਆਦਰਸ਼ ਵਾਚਨ ਕਿਹੜੇ ਸਾਹਿਤ ਰੂਪ ਸਿੱਖਿਆ ਵਿਧੀ ਲਈ? ਕਵਿਤਾ ਦਾ 3 ਵਾਰ ਵਾਚਨ ਕਰਨਾ ਚਾਹੀਦਾ ਹੈ ਅਧਿਆਪਕ ਨੂੰ ਜੇ ਤੁਸੀਂ ਕਵਿਤਾ ਪੜ੍ਹਾ ਰਹੇ ਹੋ ਤਾਂ। ਕਿਸੇ ਵੀ ਸਿੱਖਿਆ ਪ੍ਰੋਗਰਾਮ ਦਾ ਆਧਾਰ ਚੰਗਾ ਅਧਿਆਪਨ ਹੈ। ਦੇਖਣ ਸੁਣਨੇ ਸਾਧਨ ਇਸ ਆਧਾਰ ਦਾ ਜ਼ਰੂਰੀ ਅੰਗ ਹਨ। ਇਹ ਪਰਿਭਾਸ਼ਾ W ਨਾਇਲ ਦੀ ਹੈ ਜੀ, ਇਹ ਆਈ ਵੀ ਹੈ ਪਰਿਭਾਸ਼ਾ ਰੀਡ 'ਚ ਵੀ। ਸਿੱਖਿਆ ਤੋਂ ਮੇਰਾ ਭਾਵ ਹੈ ਬੱਚੇ ਜਾਂ ਬਾਲਗ ਦੇ ਸਰੀਰ, ਮਨ ਅਤੇ ਆਤਮਾ ਦਾ ਸਮੁੱਚਾ ਤੇ ਸਰਵਸ਼੍ਰੇਸ਼ਟ ਵਿਕਾਸ। ਇਹ ਪਰਿਭਾਸ਼ਾ ਜਿਹੜੀ ਹੈ ਮਹਾਤਮਾ ਗਾਂਧੀ ਦੀ ਦਿੱਤੀ ਹੋਈ ਹੈ। ਅਗਲਾ ਪ੍ਰਸ਼ਨ ਹੈ ਲੋਕਧਾਰਾ ਤੇ ਸੱਭਿਆਚਾਰ ਨੂੰ ਪੜ੍ਹਾਉਣ ਲਈ ਕਿਹੜਾ ਢੰਗ ਹੈ ਜਿਹੜਾ ਉਹ ਢੁਕਵਾਂ ਨਹੀਂ ਗਾ? ਲੋਕ ਗੀਤਾਂ ਦੁਆਰਾ ਆਪਾਂ ਲੋਕਧਾਰਾ ਤੇ ਸੱਭਿਆਚਾਰ ਬਾਰੇ ਪੜ੍ਹਾ ਸਕਦੇ ਹਾਂ, ਕੋਈ ਦਿੱਕਤ ਨਹੀਂ। ਲੋਕ ਕਹਾਣੀਆਂ ਦੁਆਰਾ ਬਿਲਕੁਲ। ਇਤਿਹਾਸਕ ਸਥਾਨਾਂ ਦੀ ਸੈਰ ਦੁਆਰਾ ਆਪਾਂ ਪੜ੍ਹਾ ਸਕਦੇ ਹਾਂ। ਲੋਕਧਾਰਾ ਦੀ ਸਿਰਜਣਾ ਦੁਆਰਾ ਨਹੀਂ। ਲੋਕਧਾਰਾ ਦੀ ਸਿਰਜਣਾ ਤਾਂ ਪਹਿਲਾਂ ਤੋਂ ਹੀ ਚੱਲੀ ਆ ਰਹੀ ਹੈ, ਸਿਰਜਣਾ ਪਹਿਲਾਂ ਦੀ ਹੋ ਚੁੱਕੀ ਆ, ਆਪਾਂ ਤੇ ਉਹਦੇ ਵਿਕਾਸ ਦੇ ਵਿੱਚ ਯੋਗਦਾਨ ਦੇ ਸਕਦੇ ਹਾਂ। ਸਿਖਾਂਦਰੂਆਂ ਨੂੰ ਪੜ੍ਹਨਾ ਸਿਖਾਉਣ ਦੀ ਕਿਹੜੀ ਵਿਧੀ ਦੀ ਵਿਆਖਿਆ ਪ੍ਰਸਿੱਧ ਸਿੱਖਿਆ ਸ਼ਾਸਤਰੀ ਰਾਏਬਰਨ ਕਹਾਣੀ ਵਿਧੀ ਦੇ ਰੂਪ ਵਿੱਚ ਕਰਦਾ ਹੈ? ਵਾਕ ਵਿਧੀ ਹੈ ਨਾ ਜਿਹੜੀ ਆਪਾਂ ਪੜ੍ਹਦੇ ਹਾਂ, ਵਾਕ ਵਿਧੀ ਆਪਾਂ ਕਹਿੰਦੇ ਹਾਂ ਨਾ, ਇਹ ਕਹਾਣੀ ਵਿਧੀ ਦਾ ਜਾਂ ਵਿਕਸਿਤ ਰੂਪ ਆ ਨਾ, ਕਿਹੜੀ ਆਪਾਂ ਪੜ੍ਹਦੇ ਹਾਂ। ਜਦੋਂ ਆਪਾਂ ਤੁਸੀਂ ਪੜ੍ਹਿਓ ਥੋੜ੍ਹਾ ਜਿਹਾ ਇਹਨੂੰ, ਇੰਦਰਦੇਵ ਸਿੰਘ ਨੰਦਰਾ ਵਾਲੀ ਬੁੱਕ ਦੇ ਵਿੱਚੋਂ ਆਏ ਹੋਏ ਆ ਸਾਰੇ ਪ੍ਰਸ਼ਨ। ਇਹ ਇਸ ਵਾਰ ਵੀ ਹੈ ਨਾ ਸਾਈਕੋਲੋਜੀ ਵਾਲੇ 'ਚ ਜਿਹੜੇ ਤੁਸੀਂ ਕਾਮਨ ਆ ਪੜ੍ਹੀ ਜਾਏ ਉਹਨਾਂ ਨੂੰ, ਅਤੇ ਜਿਹੜੇ ਹੈਗੇ ਆ ਦੂਸਰੇ ਪੈਡਾਗੋਜੀ ਵਾਲੇ ਉਹ ਇੰਦਰਦੇਵ ਸਿੰਘ ਨੰਦਰਾ ਵਾਲੇ। ਬਾਕੀ ਮੈਂ ਕਲਾਸਾਂ ਵੀ ਅਪਲੋਡ ਇਹਦੀਆਂ ਕਰਤੀਆਂ ਸੀ, ਉਹੋ ਹੀ ਹੈ ਕਾਮਨ ਉਹੀ ਚੱਲੀ ਆਉਂਦਾ ਹੈ, ਕੋਈ ਇਹਦੇ ਵਿੱਚ ਕੋਈ ਅਲੱਗ ਨਹੀਂ ਗਾ ਕੁਛ ਵੀ। ਆਦਰਸ਼ ਵਾਰਤਾਲਾਪ ਬੋਲਚਾਲ ਦਾ ਕਿਹੜਾ ਗੁਣ ਨਹੀਂ ਹੈ? ਆਦਰਸ਼ ਵਾਰਤਾਲਾਪ ਦੇ ਵਿੱਚ ਸ਼ੁੱਧਤਾ ਹੋਣੀ ਚਾਹੀਦੀ ਹੈ, ਸਪਸ਼ਟਤਾ ਹੋਣੀ ਚਾਹੀਦੀ ਹੈ, ਸੁਭਾਵਿਕਤਾ ਹੋਣੀ ਚਾਹੀਦੀ ਹੈ, ਸਾਹਿਤਕਤਾ ਦੀ ਕੋਈ ਲੋੜ ਨਹੀਂ ਹੁੰਦੀ। ਆਦਰਸ਼ ਵਾਰਤਾਲਾਪ ਆਮ ਬੋਲੀ ਦੇ ਵਿੱਚ ਵੀ ਹੋ ਸਕਦਾ, ਸਾਹਿਤਕ ਭਾਸ਼ਾ ਦਾ ਕੋਈ ਸੰਬੰਧ ਨਹੀਂ ਹੁੰਦਾ, ਕਿਸੇ ਵੀ ਭਾਸ਼ਾ ਦੇ ਵਿੱਚ ਆਪਾਂ ਹੋ ਸਕਦਾ। ਸਾਹਿਤਕਤਾ ਇਹਦਾ ਉੱਤਰ ਸਹੀ ਹੈ ਜਿਹੜਾ। ਅਗਲਾ ਪ੍ਰਸ਼ਨ ਹੈ ਲਿਖਣਾ ਸਿਖਾਉਣ ਦੀ ਕਿਹੜੀ ਅਵਸਥਾ ਵਿੱਚ ਸ਼ਬਦ ਰਚਨਾ ਤੇ ਵਾਕ ਰਚਨਾ ਦਾ ਅਭਿਆਸ? ਇਹ ਤਾਂ ਰੀਟ ਦੇ ਵਿੱਚ ਵੀ ਮੈਂ ਬੜੀ ਵਾਰੀ ਕਲੀਅਰ ਕਰਾਇਆ ਸੀ ਹੈ ਨਾ, ਤੀਜੀ ਅਵਸਥਾ ਦੇ ਵਿੱਚ ਹੈ। 4 ਅਵਸਥਾਵਾਂ ਜਿਹੜੀਆਂ ਉਹਦੇ ਵਿੱਚੋਂ ਤੀਜੀ ਅਵਸਥਾ ਦੇ ਵਿੱਚ ਲਿਖਣਾ ਸਿਖਾਉਣ ਦੀ ਸ਼ਬਦ ਰਚਨਾ ਤੇ ਵਾਕ ਰਚਨਾ ਜਿਹੜਾ ਬੱਚਾ ਹੈ ਉਹ ਤੀਜੀ ਅਵਸਥਾ ਦੇ ਵਿੱਚ ਸਿੱਖਦਾ ਹੈ।
ਪ੍ਰਗਟਾ ਦੀ ਪਰਖ ਲਈ ਕਿਹੜੀ ਪ੍ਰੀਖਿਆ ਰਾਹੀਂ ਉਚਿਤ ਢੰਗ ਨਾਲ ਹੋ ਸਕਦੀ ਹੈ? ਪ੍ਰਗਟਾ ਦੀ ਪਰਖ ਕੀ ਆਪਾਂ ਆਪਣੇ ਵਿਚਾਰਾਂ ਨੂੰ ਪ੍ਰਗਟ ਆਪਾਂ ਕਿਹੜੀ ਮਤਲਬ ਕਿਹੜੀ ਪ੍ਰੀਖਿਆ ਦੇ ਵਿੱਚ ਆਪਾਂ ਕਰ ਸਕਦੇ ਹਾਂ? ਅਤੀ ਲਘੂ ਜਾਂ ਨਿਬੰਧਾਤਮਕ ਜਾਂ ਤਿੰਨੋਂ ਹੀ ਤੁਹਾਨੂੰ ਪਤਾ ਹੀ ਹੈ। ਪ੍ਰਗਟ ਕਰਨ ਦਾ ਮੌਕਾ ਤੇ ਨਿਬੰਧਾਤਮਕ ਵੱਡੇ ਪ੍ਰਸ਼ਨਾਂ ਦੇ ਵਿੱਚ ਹੀ ਮਿਲਦਾ ਹੈ ਆਪਣੇ ਵਿਚਾਰਾਂ ਨੂੰ ਪ੍ਰਗਟ ਕਰਨ ਦਾ। ਇਹਦਾ ਸਹੀ ਉੱਤਰ ਨਿਬੰਧਾਤਮਕ। ਵਿਸਤ੍ਰਿਤ ਦੈਨਿਕ ਪਾਠ ਯੋਜਨਾ ਦੇ ਨਿਰਮਾਣ ਲਈ ਕਿਹੜੀ ਵਿਧੀ ਦੀ ਵਰਤੋਂ ਵਿੱਚ ਨਹੀਂ ਆਉਂਦੀ? ਆਪਾਂ ਨੂੰ ਪਤਾ ਹੀ ਆ, ਆਹ 3 ਵਿਧੀਆਂ ਤਾਂ ਆਪਾਂ ਪੜ੍ਹਦੇ ਹੀ ਹਾਂ। ਦੈਨਿਕ ਪਾਠ ਯੋਜਨਾ, ਵਿਸਤ੍ਰਿਤ, ਹਰਬਰਟ ਸਪੈਂਸਰ ਦੀ, ਮੋਰੀਸਨ ਦੀ ਇਕਾਈ ਵਿਧੀ, ਬਲੂਮ ਦੀ ਮੁਲਾਂਕਣ ਵਿਧੀ। ਆਹ ਹਿਊਰਿਸਟਿਕ ਵਿਧੀ ਨਹੀਂ ਆਪਾਂ ਪੜ੍ਹਦੇਗੇ। ਸੋ ਇਹਦਾ ਸਹੀ ਉੱਤਰ ਹੈ ਜਿਹੜਾ ਹਿਊਰਿਸਟਿਕ ਵਿਧੀ ਹੈ। ਪਾਠ ਯੋਜਨਾ ਅਧਿਆਪਕ ਤੋਂ ਪੂਰਵ ਅਵਸਥਾ ਵਿੱਚ ਕੀਤੇ ਗਏ ਨਿਯੋਜਨ ਦਾ ਸੁਭਾਵਿਕ ਪ੍ਰਤੀਫਲ ਹੈ। ਇਹ ਪਰਿਭਾਸ਼ਾ ਜਿਹੜੀ ਇਹ ਦੇਖੋ ਜੀ, ਇਹਦਾ ਉੱਤਰ RPSC ਨੇ ਤਾਂ ਮੰਨਿਆ ਸੀ IK ਡਿਵੀਜ਼, ਪਰ ਇਹਦਾ ਤੁਸੀਂ ਦੇਖ ਲਿਓ ਬੁੱਕ ਹੈ ਜਿਹੜੀ ਆਪਣੀ PhD ਸੀ ਉਹਦੇ ਵਿੱਚ ਇਹਦਾ ਉੱਤਰ ਹੈ ਜਿਹੜਾ ਇਹ ਬਾਸਿੰਗ ਦੇ ਰੱਖਿਆ। ਮੈਨੂੰ ਲੱਗਦਾ ਵੀ ਇਹ ਤੇ ਰਿਟ ਵੀ ਲੱਗੀ ਸੀ ਤੇ ਇਹਦਾ ਸਹੀ ਉੱਤਰ ਜਿਹੜਾ ਇਹ ਬਾਸਿੰਗ ਹੀ ਹੈ। 106 ਦਾ 3 ਨੰਬਰ ਉੱਤਰ ਹੈ ਬਾਸਿੰਗ। ਸਕੂਲ ਦੀ ਵਰਤਮਾਨ ਪੜ੍ਹਾਈ ਵਿਧੀ ਤੇ ਸਿੱਖਿਆ ਰੂਮ ਦੇ ਵਿਰੋਧ ਵਜੋਂ ਕਿਹੜੀ ਵਿਧੀ ਹੋਂਦ ਦੇ ਵਿੱਚ ਆਈ ਹੈ? ਇਹ ਆਈ ਹੈ ਜੀ 107 ਨੰਬਰ ਸਾਡਾ ਪ੍ਰਸ਼ਨ ਹੈ ਜਿਹੜਾ ਇਹ ਪ੍ਰੋਜੈਕਟ ਵਿਧੀ ਹੈ ਜਿਹੜੀ ਇਹ ਸਕੂਲ ਦੀ ਵਰਤਮਾਨ ਪੜ੍ਹਾਈ ਤੇ ਸਿੱਖਿਆ ਰੂਪ ਦੇ ਵਿਰੋਧ ਵਿੱਚੋਂ ਇਹ ਪ੍ਰੋਜੈਕਟ ਵਿਧੀ ਹੈ ਜਿਹੜੀ। ਆਗਮਨ ਪ੍ਰਣਾਲੀ ਕਿਹੜੇ ਸਿੱਖਿਆ ਸੂਤਰ ਉੱਪਰ ਆਧਾਰਿਤ ਨਹੀਂ ਹੈ? ਵੈਸੇ ਤਾਂ ਸਹੀ ਸੀਗਾ ਇਹਦਾ ਇਹ ਹੈ ਜਿਹੜਾ ਇਹ ਪ੍ਰਸ਼ਨ ਡਿਲੀਟ ਹੋ ਗਿਆ ਸੀਗਾ। ਇਹ ਪ੍ਰਸ਼ਨ ਵੈਸੇ ਤਾਂ ਸਹੀ ਬਣਦਾ, ਕੋਈ ਦਿੱਕਤ ਨਹੀਂ, ਪਰ ਇਹ ਡਿਲੀਟ ਕਿਉਂ ਹੋਇਆ? ਕਾਰਨ ਕਿਉਂਕਿ ਸਖੂਲ ਲਿਖਿਆ, ਸਖੂਲ ਤੋਂ ਸੂਖਮ, ਸਖੂਲ ਨਹੀਂ ਸਥੂਲ। ਸਹੀ ਉੱਤਰ ਆਹੀ ਬਣਨਾ ਸੀ ਇਹਦਾ ਜੇ ਆ ਹੁੰਦਾ। ਨਹੀਂ ਬਣਦਾ ਸੀਗਾ ਫਿਰ ਵੀ ਇਹਦਾ, ਜੇ ਸੂਖਮ ਤੋਂ ਸਥੂਲ ਹੁੰਦਾ ਇੱਕੋ ਜਿਹੀ ਆਪਸ਼ਨ ਪੈ ਗਏ ਸੀਗੇ। ਮੰਨ ਲਓ ਇੱਕ ਅੱਧਾ ਪਲਟ ਕੇ ਲਿਖਿਆ ਹੁੰਦਾ ਤਾਂ ਫੇਰ ਸੀ, ਹੈ ਨਾ। ਸੂਖਮ ਤੋਂ ਸਥੂਲ ਹੁੰਦਾ ਫੇਰ ਹੈ। ਆਗਮਨ ਪ੍ਰਣਾਲੀ ਹੈ ਜਿਹੜੀ ਉਹ ਕਿਹੜੇ ਸਿੱਖਿਆ ਸੂਤਰ ਉੱਪਰ ਆਧਾਰਿਤ ਨਹੀਂ ਹੈ? ਇਹਨਾਂ ਦੇ ਵਿੱਚੋਂ ਸਾਰਿਆਂ ਦੇ ਉੱਪਰ ਹੀ ਆਧਾਰਿਤ ਹੈ ਇਹ, ਪਰ ਇਸ ਕਰਕੇ ਸਾਰੇ ਹੀ ਸਹੀ ਬਣੀ ਜਾਂਦੇ ਸੀ ਤਾਂ ਡਿਲੀਟ ਹੋ ਗਿਆ ਹੈ। ਦ੍ਰਿਸ਼ਟੀ ਅਤੇ ਸਰੋਤ ਸਾਧਨਾਂ ਦਾ ਸੁਮੇਲ ਕਿਹੜਾ ਜਿਹੜਾ ਸਾਧਨ ਹੈ ਜਿਹੜਾ ਦ੍ਰਿਸ਼ਟੀ ਅਤੇ ਸਰੋਤ ਮਤਲਬ ਦੇਖਣ ਅਤੇ ਸੁਣਨ ਦੋਨਾਂ ਦੀ ਸ਼੍ਰੇਣੀ 'ਚ ਆਉਂਦਾ ਉਹ ਹੈਗਾ ਜੀ ਟੈਲੀਵਿਜ਼ਨ। ਬਾਕੀ ਟੇਪ ਰਿਕਾਰਡਰ, ਲਿੰਗਵਾ ਫੋਨ ਅਤੇ ਗ੍ਰਾਮੋਫੋਨ ਇਹ ਤਿੰਨੋਂ ਹੈ ਜਿਹੜੇ ਇਹ ਸਰੋਤ ਸਾਧਨ ਹੈ, ਠੀਕ ਹੈ ਜੀ, ਦ੍ਰਿਸ਼ਟੀ ਸਾਧਨ ਨਹੀਂ ਹੈ। ਅਗਲਾ ਪ੍ਰਸ਼ਨ ਦੇਖੋ ਜੀ, ਕਿਹੜੀ ਸਹਾਇਕ ਸਮੱਗਰੀ ਸਭ ਤੋਂ ਸਸਤੀ ਤੇ ਸਭ ਤੋਂ ਵੱਧ ਵਰਤੋਂ ਵਿੱਚ ਆਉਂਦੀ ਹੈ? ਓਬਵੀਅਸਲੀ ਕਾਮਨ ਗੱਲ ਹੈ ਬਲੈਕ ਬੋਰਡ। ਕਿਹੜੇ ਸਿੱਖਿਆ ਵਿਧੀਆਂ ਰਾਹੀਂ ਕਹੋ ਤੇ ਬੋਲੋ ਵਿਧੀ ਚੰਗੀ ਤਰ੍ਹਾਂ ਵਰਤੋਂ ਵਿੱਚ ਆ ਸਕਦੀ ਹੈ? ਇਹ ਪ੍ਰਸ਼ਨ ਡਿਲੀਟ ਹੋ ਗਿਆ ਸੀਗਾ। ਕਹੋ ਤੇ ਬੋਲੋ ਤਾਂ ਇੱਕੋ ਹੀ ਸ਼ਬਦ ਹੋ ਗਏ, ਪ੍ਰਸ਼ਨ ਹੀ ਮਤਲਬ ਪ੍ਰਸ਼ਨ ਦੀ ਸ਼ਬਦਾਵਲੀ ਗਲਤ ਹੋ ਗਈ ਸੀ। ਕਹੋ ਤੇ ਬੋਲੋ, ਇਹ ਦੇਖੋ ਵੀ ਕੀ ਕਹਿਣਾ ਚਾਹੁੰਦਾ ਵੀ ਕਹੋ ਤੇ ਬੋਲੋ ਮਤਲਬ ਕਹੋ ਜਾਂ ਦੇਖੋ ਤੇ ਬੋਲੋ ਹੋ ਸਕਦਾ ਸੀਗਾ। ਦੇਖੋ ਤੇ ਬੋਲੋ ਵਰਤੋਂ ਵਿੱਚ ਆ ਸਕਦੀ ਹੈ ਨਾ, ਇਸ ਕਰਕੇ ਪ੍ਰਸ਼ਨ ਦੀ ਭਾਸ਼ਾ ਸਹੀ ਨਾ ਹੋਣ ਕਰਕੇ ਡਿਲੀਟ ਹੋ ਗਿਆ ਸੀ। ਪੜ੍ਹਨਾ ਸਿਖਾਉਣ ਲਈ ਕਿਹੜੀ ਵਿਧੀ ਵਰਤੋਂ ਵਿੱਚ ਨਹੀਂ ਆਉਂਦੀ? ਸ਼ਬਦ ਜੋੜ, ਸ਼ਬਦ ਵਿਧੀ, ਸਵਰ ਵਿਧੀ ਜਾਂ ਤੁਲਨਾ ਵਿਧੀ। ਤੁਲਨਾ ਵਿਧੀ ਕੋਈ ਵਿਧੀ ਨਹੀਂ ਗੀ, ਤੁਲਨਾ ਵਿਧੀ ਨਹੀਂ ਪੜ੍ਹਨਾ ਸਿਖਾਉਣ ਲਈ। ਪੜ੍ਹਨ ਦੇ ਵਿੱਚ ਤੁਲਨਾ ਵਿਧੀ ਨਹੀਂ ਹੁੰਦੀ। ਨਿਰੰਤਰ ਅਤੇ ਵਿਆਪਕ ਮੁਲਾਂਕਣ ਵਿੱਚ ਕਿਹੜੇ ਪ੍ਰਮੁੱਖ ਤੱਤ ਸ਼ਾਮਿਲ ਹਨ? ਇਹ ਪ੍ਰਸ਼ਨ ਹੈ ਜਿਹੜਾ ਇਹ ਤੁਹਾਡਾ ਡਿਲੀਟ ਹੋ ਗਿਆ ਸੀ ਕਿਉਂਕਿ ਇਹ ਵੀ ਜਿਹੜਾ ਪ੍ਰਸ਼ਨ ਹੈ ਜਿਹੜਾ ਇਹਦੇ ਵਿੱਚ ਵੀ ਜਿਹੜੇ ਆਪਸ਼ਨ ਹੈ ਜਿਹੜੇ ਸਹੀ ਨਹੀਂ ਸੀਗੇ। ਕਿਹੜੇ ਪ੍ਰਮੁੱਖ ਹਨ ਇਹ ਜਿਹੜਾ ਇਹ ਡਿਲੀਟ ਹੋ ਗਿਆ ਸੀ। ਅਗਲਾ ਪ੍ਰਸ਼ਨ, ਚੰਗੀ ਪਾਠ ਯੋਜਨਾ ਵਿੱਚ ਕਿਹੜਾ ਤੱਤ ਸ਼ਾਮਿਲ ਨਹੀਂ ਹੁੰਦਾ? ਸਪਸ਼ਟ ਉਦੇਸ਼ ਹੁੰਦੇ ਆ, ਮੌਖਿਕ ਯੋਜਨਾਬੰਦੀ, ਵਿਅਕਤੀਗਤ ਅੰਤਰਾਂ ਵੱਲ ਧਿਆਨ ਜਾਂ ਲਚਕਦਾਰ ਯੋਜਨਾ। ਇਹਦੀ ਮੌਖਿਕ ਯੋਜਨਾਬੰਦੀ ਨਹੀਂ, ਲਿਖਤ ਯੋਜਨਾਬੰਦੀ ਹੁੰਦੀ ਹੈ। ਸਭ ਬੱਚਿਆਂ ਨੂੰ ਸਿੱਖਣ ਲਈ ਪ੍ਰੇਰਿਤ ਕਰਨਾ, ਸਿੱਖਣ ਵਾਸਤੇ ਉਤਸ਼ਾਹਿਤ ਕਰਕੇ ਸਹੀ ਮਾਹੌਲ ਦੇਣਾ, ਹਰੇਕ ਬੱਚੇ ਦੀ ਸਮਰੱਥਾ, ਉਮਰ ਅਤੇ ਪੱਧਰ ਨੂੰ ਧਿਆਨ ਵਿੱਚ ਰੱਖਦੇ ਹੋਏ ਇੱਕ ਨਿਸ਼ਚਿਤ ਪੱਧਰ 'ਤੇ ਪਹੁੰਚਾਉਣ ਵਿੱਚ ਸਹਾਇਤਾ ਕਰਨੀ। ਨਿਰੰਤਰ ਅਤੇ ਵਿਆਪਕ ਮੁਲਾਂਕਣ ਦੇ ਕਿਹੜੇ ਪ੍ਰਮੁੱਖ ਤੱਤ ਵਿੱਚ ਇਸ ਦੀ ਨਿਸ਼ਾਨਦੇਹੀ ਕੀਤੀ ਜਾਂਦੀ ਹੈ? ਆਕਲਨ ਹੀ ਹੈ ਵੀ ਹਰ ਇੱਕ ਬੰਦੇ ਦੀ ਮਤਲਬ ਉਹਦੀ ਸਮਰੱਥਾ, ਐਬਿਲਿਟੀ, ਉਹਦੀ ਉਮਰ ਪੱਧਰ ਨੂੰ ਧਿਆਨ ਵਿੱਚ ਰੱਖਣਾ, ਇਸ ਚੀਜ਼ ਦਾ ਆਕਲਨ ਦੀ ਸ਼੍ਰੇਣੀ 'ਚ ਹੀ ਹੁੰਦਾ। ਸੂਖਮ ਪੜ੍ਹਾਈ ਕਿੰਨੇ ਢੰਗ ਨਾਲ ਕੀਤੀ ਜਾ ਸਕਦੀ ਹੈ? ਇਹ 2 ਤਰ੍ਹਾਂ ਨਾਲ ਕੀਤੀ ਜਾ ਸਕਦੀ ਹੈ, ਤੁਹਾਨੂੰ ਦੱਸੀ ਹੋਈ ਹੈ ਨਾ ਇਹ ਗੱਲ। ਸਥੂਲ ਪੜ੍ਹਾਈ ਲਈ ਸਹਾਇਕ ਕਿਹੜੀ ਚੀਜ਼ ਹੈ? ਰੀਡਿੰਗ ਰੂਮ, ਪੁਸਤਕਾਲਾ, ਅਖਬਾਰਾਂ ਅਤੇ ਰਸਾਲੇ ਜਾਂ ਤਿੰਨੋਂ ਹੀ। ਸੋ ਇਹਦੇ ਵਿੱਚ ਕੀ ਹੈ ਵੀ ਕੀ ਦੱਸਣਾ ਚਾਹੁੰਦਾ ਸੀਗਾ? ਇਹਦੇ ਮਤਲਬ ਅੱਡ ਦੇ ਰੱਖਿਆ ਵੀ ਪੁਸਤਕਾਲਾ ਦੇ ਵਿੱਚ ਮਤਲਬ ਰੀਡਿੰਗ ਰੂਮ ਅਲੱਗ ਚੀਜ਼ ਹੋ ਗਈ, ਪੁਸਤਕਾਲਾ ਅਲੱਗ ਹੋ ਗਿਆ, ਅਖਬਾਰਾਂ ਅਤੇ ਰਸਾਲੇ ਅਲੱਗ ਹੋ ਗਿਆ, ਮਤਲਬ ਸ਼੍ਰੇਣੀ ਇੱਕ ਨਹੀਂ ਗੀ। ਇਸ ਕਰਕੇ ਪ੍ਰਸ਼ਨ ਡਿਲੀਟ ਹੋ ਗਿਆ ਸੀਗਾ ਵੀ ਸੂਖਮ ਪੜ੍ਹਾਈ ਵਾਸਤੇ, ਸਥੂਲ ਪੜ੍ਹਾਈ ਵਾਸਤੇ ਵੈਸੇ ਅਖਬਾਰਾਂ ਅਤੇ ਰਸਾਲੇ ਹੈ ਸਹਾਇਕ, ਪਰ ਅਖਬਾਰਾਂ ਅਤੇ ਰਸਾਲੇ ਪੁਸਤਕਾਲਾ ਦੇ ਵਿੱਚ ਵੀ ਹੋ ਸਕਦੇ ਆ, ਰੀਡਿੰਗ ਰੂਮ ਦੇ ਵਿੱਚ ਵੀ ਹੋ ਸਕਦੇ ਆ। ਇਸ ਕਰਕੇ ਇਹ ਮਤਲਬ ਸਹੀ ਵੀ ਕੀ ਪੁੱਛਣਾ ਚਾਹੁੰਦਾ ਸੀਗਾ? ਪੜ੍ਹਾਈ ਲਈ ਸਹਾਇਕ ਹੈ,
ਵੀ ਕੀ ਸਹਾਇਕ ਹੈ, ਤਿੰਨੇ ਹੀ ਸਹਾਇਕ ਤਾਂ ਤਿੰਨੋਂ ਬਣ ਰਹੇ ਹੈ ਨਾ। ਇਸ ਕਰਕੇ ਮਤਲਬ ਕੀ ਹੈ ਵੀ ਇਹਦਾ ਸਹੀ ਨਹੀਂ, ਮਤਲਬ ਇਹਦੀ ਥੱਲੇ ਆਪਸ਼ਨ ਆ ਜਿਹੜੇ ਉਹ ਸਹੀ ਨਹੀਂ ਗਏ, ਆਪਸ਼ਨਾਂ ਤੇ ਸਹੀ ਸ਼੍ਰੇਣੀ ਦੇ ਵਿੱਚ ਨਹੀਂ ਗਏ, ਇਸ ਕਰਕੇ ਇਹ ਪ੍ਰਸ਼ਨ ਗਲਤ ਡਿਲੀਟ ਹੋ ਗਿਆ ਸੀ। ਗੁਰਮੁਖੀ ਦੇ ਸੁਰ ਲਿਪਾਂਕਾਂ ਦੀਆਂ ਕਿਸਮਾਂ ਆ ਗਿਆ ਬਈ, ਲਿਪਾਂਕ ਪੜ੍ਹਾਤੇ ਹੁਣ ਤਾਂ ਨਹੀਂ ਛੱਡਦੇ ਇਹਨੂੰ, ਮੁਕਤ ਤੇ ਯੁਕਤ ਹੈ ਨਾ। ਗੁਰਮੁਖੀ ਦੇ ਸੁਰ ਲਿਪਾਂਕ ਜਿਹੜੇ ਮੁਕਤ ਤੇ ਯੁਕਤ ਹੁੰਦੇ ਆ। ਦੋ ਸੰਧੀ ਸਵਰਾਂ ਦੀ ਵਿਸ਼ੇਸ਼ਤਾ ਕਿਹੜੀ ਹੁੰਦੀ ਹੈ ਬਈ? ਦੋ ਸੰਧੀ ਸਵਰਾਂ ਦੇ ਵਿੱਚ ਦੋਵੇਂ ਦੀਰਘ ਹੁੰਦੇ ਆ, ਦੋਵੇਂ ਲਘੂ, ਪਹਿਲਾ ਲਘੂ ਤੇ ਦੂਜਾ ਦੀਰਘ ਹੁੰਦੇ ਆ। ਦੋ ਸੰਧੀ ਸਵਰਾਂ ਦੀ ਵਿਸ਼ੇਸ਼ਤਾ, ਦੋ ਸੰਧੀ ਸਵਰਾਂ ਦੀ ਵਿਸ਼ੇਸ਼ਤਾ, ਪਹਿਲਾ ਅੰਗ ਲਘੂ ਤੇ ਦੂਸਰਾ ਦੀਰਘ ਹੁੰਦਾ। ਕੈ ਵਰਗ ਟੋਲੀ ਵਿੱਚ ਆਗੋਸ਼ ਅਲਪ ਪ੍ਰਾਣ ਧੁਨੀ ਕਿਸ ਲਿਪਾਂਕ ਦੀ ਹੈ? ਬਹੁਤ ਹੀ ਸ਼ਾਨਦਾਰ ਤਰੀਕੇ ਨਾਲ ਕੀਤੀਆਂ ਆਪਾਂ ਐਪ ਦੇ ਵਿੱਚ, ਇਸ ਤੋਂ ਸ਼ਾਨਦਾਰ ਕੁਝ ਨਹੀਂ ਹੋ ਸਕਦਾ। ਸਭ ਤੋਂ ਸ਼ਾਨਦਾਰ ਮੈਨੂੰ ਲੱਗੀਆਂ ਕਲਾਸਾਂ ਜਿਹੜੀਆਂ ਧੁਨੀ ਵਿਗਿਆਨ ਦੀਆਂ ਕੀਤੀਆਂ ਆਪਾਂ। ਇਹਦੇ ਵਿੱਚ ਆ ਜਿਹੜੀ ਤੁਹਾਡੀ ਕੈ ਧੁਨੀ ਹੈ, ਜਿਹੜੀ ਕੈ ਵਰਗ ਟੋਲੀ ਵਿੱਚ, ਇਹ ਆਗੋਸ਼ ਅਲਪ ਪ੍ਰਾਣ ਧੁਨੀ ਹੈ ਕੈ ਵਰਗ ਟੋਲੀ ਦੇ ਵਿੱਚ। ਕੈ ਸ਼ਬਦ ਜੋੜਾਂ ਦੇ ਵਿੱਚ ਕਿਹਨਾਂ ਅੱਖਰਾਂ ਦੀ ਵਰਤੋਂ ਦੇ ਚੋਖੇ ਵਾਦ ਵਿਵਾਦ ਦਾ ਬਿੰਦੂ ਹੈ? ਆਪਾਂ ਜਦੋਂ ਸ਼ਬਦ ਜੋੜ ਪੜ੍ਹਦੇ ਆ, ਸ਼ਬਦ ਜੋੜਾਂ ਦੇ ਨਿਯਮਾਂ 'ਚ ਆ ਤਾਂ ਨਹੀਂ ਪੜ੍ਹਦੇ ਨਾ, ਲਾ ਕੈ ਸੈ ਹੈ ਊੜਾ ਐੜਾ, ਇਹਨਾਂ ਦੀ ਕੋਈ ਆਪਾਂ ਪੜ੍ਹਦੇ ਆ ਨੰਨੇ ਤੇ ਨਾਲੇ ਦੀ ਵਰਤੋਂ ਵਾਲਾ ਨਿਯਮ ਪੜ੍ਹਦੇ ਹੁੰਦੇ ਆ ਨਿਯਮ ਤਾਂ ਨਹੀਂ ਪੜ੍ਹਦੇ ਨਾ, ਪਹਿਲੇ ਤਿੰਨ ਦੇਖ ਲਓ ਚਾਹੇ ਤੁਸੀਂ, ਨੰਨੇ ਤੇ ਨਾਣੇ ਵਾਲਾ ਆਪਾਂ ਨਿਯਮ ਪੜ੍ਹਦੇ ਆ। ਇਸ ਕਰਕੇ ਸਹੀ ਉੱਤਰ ਆ ਜਿਹੜਾ ਉਹ ਨੰਨੇ ਤੇ ਨਾਣੇ ਵਾਲਾ ਹੈ। ਗੁਰਮੁਖੀ ਲਿਪੀ ਦੇ ਸਵਰੀ ਲਿਪਾਂਕਾਂ ਵਿੱਚੋਂ ਕਿਹੜੇ ਲਿਪਾਂਕ ਨੂੰ ਲੱਗ ਬਗੈਰ ਵੀ ਲਿਖਿਆ ਜਾ ਸਕਦਾ ਹੈ? ਗੁਰਮੁਖੀ ਲਿਪੀ ਦੇ ਸਵਰ ਲਿਪਾਂਕ, ਗੁਰਮੁਖੀ ਲਿਪੀ ਦੇ ਸਵਰ ਲਿਪਾਂਕ ਊੜਾ ਐੜਾ ਤੇ ਈੜੀ, ਇਹਨਾਂ ਦੇ ਵਿੱਚੋਂ ਕਿਹੜੇ ਨੂੰ? ਵੈਸੇ ਤਾਂ ਦੇਖੋ ਵੀ ਚਾਰ ਆਪਸ਼ਨ ਦਿੱਤੇ, ਦੋਵਾਂ ਨੂੰ ਬਗੈਰ ਲਿਪਾਂਕ ਲਿਖ ਸਕਦੇ ਆ। ਊੜਾ ਐੜਾ ਤੇ ਈੜੀ ਤੇ ਸੱਸਾ, ਇਹਦੇ ਵਿੱਚੋਂ ਐੜਾ ਤੇ ਸੱਸਾ ਦੋਨਾਂ ਨੂੰ ਆਪਾਂ ਬਿਨਾਂ ਲੱਗ ਤੋਂ ਲਿਖ ਸਕਦੇ ਹਾਂ। ਦੋ ਆਪਸ਼ਨ ਪਾਏ ਆ, ਪਰ ਆ ਸੱਸਾ ਜਿਹੜਾ ਇਹ ਸਵਰ ਲਿਪਾਂਕ ਨਹੀਂ ਗਾ, ਇਹ ਵਿਅੰਜਨ ਲਿਪਾਂਕ ਹੈ। ਠੀਕ ਹੈ ਬੇਟਾ ਜੀ, ਸਮਝ ਆ ਗਈ ਕਹਾਣੀ? ਉਹਨੇ ਸਵਰ ਲਿਪਾਂਕਾਂ ਦਾ ਪੁੱਛਿਆ, ਸਵਰ ਲਿਪਾਂਕਾਂ ਦੇ ਵਿੱਚ ਇਹ ਉੱਤਰ। ਪ੍ਰਸ਼ਨ ਧਿਆਨ ਨਾਲ ਪੜ੍ਹਨੇ ਆ ਉੱਥੇ। ਪੈਰ ਲਿਪਾਂਕਾਂ ਵਿੱਚੋਂ ਕਿਹੜੇ ਪੈਰ ਲਿਪਾਂਕ ਦਾ ਲਿਪਾਂਕੀ ਰੂਪ ਅਖੰਡੀ ਧੁਨੀ ਸੁਰ ਦਾ ਸੂਚਕ ਬਣ ਜਾਂਦਾ ਹੈ? ਕਿਹੜੇ ਦਾ ਬਣਦਾ? ਸੁਰ ਯੰਤਰੀ ਕਿਹੜਾ? ਸੁਰ ਦਾ ਵਾਹਕ ਕਿਹੜਾ? ਉਹ ਜੀ ਹਾਹਾ। ਇਹਦਾ ਸਹੀ ਉੱਤਰ ਇਹ ਹੈ। ਅਗਲਾ ਪ੍ਰਸ਼ਨ, ਗੁਰਮੁਖੀ ਲਿਪੀ ਲਈ ਗੁਰਮੁਖੀ ਪਦ ਦੀ ਸਭ ਤੋਂ ਪਹਿਲਾਂ ਵਰਤੋਂ ਕਿਸ ਗ੍ਰੰਥ ਵਿੱਚ ਹੋਈ ਮਿਲਦੀ ਹੈ? ਬਾਬਾ ਮੋਹਨ ਦੀਆਂ ਪੋਥੀਆਂ ਦੇ ਵਿੱਚ ਹੋਈ ਮਿਲਦੀ ਹੈ ਜੀ, ਰੱਖਿਓ ਮਾੜਾ ਜਿਹਾ ਧਿਆਨ, ਵੈਸੇ ਦੱਸਿਆ ਵੀ ਸੀ ਤੁਹਾਨੂੰ ਹੈ। ਗੁਰਮੁਖੀ ਲਿਪੀ ਲਈ ਓ ਨੂੰ ਪਹਿਲੇ ਅੱਖਰ ਵਜੋਂ ਕਿਹੜੇ ਗੁਰੂ ਸਾਹਿਬਾਨ ਨੇ ਵਰਤਿਆ ਹੈ? ਓ ਨੂੰ ਪਹਿਲੇ ਅੱਖਰ ਵਜੋਂ ਵਰਤਣ ਵਾਲੇ ਗੁਰੂ ਨਾਨਕ ਦੇਵ ਜੀ ਤੇ ਗੁਰੂ ਅਰਜਨ ਦੇਵ ਜੀ ਦਾ ਪ੍ਰਸ਼ਨ ਥੋੜਾ ਜਿਹਾ ਔਖਾ ਹੈ, ਪਰ ਉਹ ਅੱਖਰ ਹੈ ਜਿਹੜਾ ਗੁਰੂ ਨਾਨਕ ਦੇਵ ਜੀ ਨੇ ਵਰਤਿਆ ਸੀ ਸਭ ਤੋਂ ਪਹਿਲਾਂ। ਇੰਨਾ ਕੁ ਧਿਆਨ ਆਪਾਂ ਰੱਖ ਲਈਏ ਤਾਂ ਬਹੁਤ ਹੈ। ਪੂਰਬੀ ਪੰਜਾਬੀ ਵਿੱਚ ਸਭ ਤੋਂ ਪੁਰਾਣੀ ਰਚਨਾ ਕਿਸ ਦੀ ਹੈ? ਪੂਰਬਾ ਪੰਜਾਬੀ, ਇਹ ਪ੍ਰਸ਼ਨ ਹੈ ਜਿਹੜਾ ਇਹ ਡਿਲੀਟ ਹੋ ਗਿਆ ਸੀਗਾ। ਪੂਰਬੀ ਪੰਜਾਬੀ ਵਿੱਚ ਸਭ ਤੋਂ ਪੁਰਾਣੀ ਰਚਨਾ, ਪੰਜਾਬੀ ਸਾਹਿਤ ਵਿੱਚ ਸਭ ਤੋਂ ਪੁਰਾਣੀ ਜਿਹੜੀ ਰਚਨਾ ਮਿਲਦੀ ਹੈ ਉਹ ਲਹਿੰਦੀ ਭਾਸ਼ਾ ਦੇ ਵਿੱਚ ਆ। ਬਾਬੇ ਫਰੀਦ ਦੀ ਭਾਸ਼ਾ ਹੈ ਜਿਹੜੀ ਉਹ ਮੁਲਤਾਨੀ ਹੈ, ਲਹਿੰਦੀ ਹੈ। ਪੰਜਾਬੀ ਸਾਹਿਤ ਦਾ ਆਰੰਭ ਹੈ ਜਿਹੜਾ ਉਹ ਮੁਲਤਾਨੀ ਜਾਂ ਲਹਿੰਦੀ ਭਾਸ਼ਾ ਤੋਂ ਹੁੰਦਾ ਹੈ। ਬਾਬਾ ਸ਼ੇਖ ਫਰੀਦ ਦੇ ਕਾਰਨ, ਬਾਬਾ ਸ਼ੇਖ ਫਰੀਦ ਦੀ ਪਹਿਲੀ ਭਾਸ਼ਾ ਉਹ ਹੈ। ਦਮੋਦਰ ਦੀ ਵੀ ਲਹਿੰਦੀ ਹੈ। ਗੁਰੂ ਨਾਨਕ ਦੇਵ ਜੀ ਹਰ ਤਰ੍ਹਾਂ ਦੀ ਭਾਸ਼ਾ ਦੀ ਵਰਤੋਂ ਕਰਦੇ ਆ। ਭਾਈ ਗੁਰਦਾਸ ਜੀ ਪੂਰਬੀ ਪੰਜਾਬੀ ਦੀ ਭਰਪੂਰ ਵਰਤੋਂ ਕਰਦੇ ਆ, ਪੂਰਬੀ ਪੰਜਾਬੀ ਦੀ। ਪਰ ਉਹਨੇ ਕਿਹਾ ਵੀ ਪੂਰਬਾ ਪੰਜਾਬੀ ਵਿੱਚ ਸਭ ਤੋਂ ਪੁਰਾਣੀ ਰਚਨਾ ਕਿਸ ਦੀ ਹੈ? ਸੋ ਇੱਥੇ ਪੂਰਬਾ ਪੰਜਾਬੀ ਲਿਖਿਆ ਗਿਆ ਨਾ, ਇੱਕ ਤਾਂ ਪੂਰਬਾ ਡਿਲੀਟ ਹੋ ਗਿਆ ਸੀ ਇਹ ਪ੍ਰਸ਼ਨ, ਇਹ ਪ੍ਰਸ਼ਨ ਸਹੀ ਨਹੀਂ ਸੀ। ਪੰਜਾਬੀ ਵਿੱਚ ਕਿਹੜੇ ਵਿਅੰਜਨ ਦੁੱਤ ਰੂਪ ਵਿੱਚ ਆ ਸਕਦੇ ਹਨ? ਕਿਹੜੇ ਵਿਅੰਜਨ ਆ ਜਿਹੜੇ ਮਤਲਬ ਕਿ ਜਿਨ੍ਹਾਂ ਨੂੰ ਦੁੱਤ ਅੱਖਰ ਲੱਗ ਜਾਂਦੇ ਆ? ਇਹ ਣਾਣਾ, ਰਾਰਾ, ਲੱਲਾ, ਰਾੜਾ ਤੇ ਸੱਸੇ ਪੈਰ ਬਿੰਦੀ, ਇਹਨਾਂ ਤੋਂ ਇਲਾਵਾ ਬਾਕੀ ਸਾਰੇ ਆ ਸਕਦੇ ਆ। ਪੰਜਾਬੀ ਵਿੱਚ ਕਿਹੜੇ ਵਿਅੰਜਨ ਆ ਜਿਹੜੇ ਦੁੱਤ ਰੂਪ ਵਿੱਚ ਆ ਸਕਦੇ ਹੈ? ਇਹਨਾਂ ਤੋਂ ਇਲਾਵਾ ਬਾਕੀ ਸਾਰੇ ਆ ਜਾਂਦੇ ਆ ਦੁੱਤ ਰੂਪ ਦੇ ਵਿੱਚ, ਇਹਨਾਂ ਤੋਂ ਇਲਾਵਾ। ਉਦੇਸ਼ ਕਿਹਨੂੰ ਕਹਿੰਦੇ ਆ ਜੀ? ਉਦੇਸ਼ ਤੇ ਵਿਦੇਹ ਵਾਕ ਨੂੰ ਦੋ ਭਾਗਾਂ 'ਚ ਵੰਡਿਆ ਜਾਂਦਾ ਹੈ, ਇੱਕ ਉਦੇਸ਼ ਤੇ ਵਿਦੇਹ। ਉਦੇਸ਼ ਦਾ ਸੰਬੰਧ ਨਾਮ ਤੇ ਪੜਨਾਂਵ ਦੇ ਨਾਲ ਹੁੰਦਾ ਹੈ ਨਾ, ਸੋ ਉਦੇਸ਼ ਦਾ ਉੱਤਰ ਹੈ ਜਿਹੜਾ ਉਹ ਨਾਮ ਤੇ ਪੜਨਾਂਵ ਹੈ। ਜਿਸ ਵਾਕ ਵਿੱਚ ਇੱਕ ਤੋਂ ਵਧੇਰੇ ਉਪਵਾਕ ਆਉਣ, ਇੱਕ ਤੋਂ ਵਧੇਰੇ ਉਦੇਸ਼ ਤੇ ਵਿਦੇਹ ਹੋਣ, ਉਸ ਨੂੰ ਗੰਢਵਾਂ ਵਾਕ ਕਿਹਾ ਜਾਂਦਾ ਹੈ। ਉਸ ਨੂੰ ਗੰਢਵਾਂ ਵਾਕ ਕਹਿੰਦੇ ਆ ਜੀ, ਸੰਯੁਕਤ ਨਹੀਂ ਕਹਿੰਦੇ ਗੇ, ਗੰਢਵਾਂ ਵਾਕ ਕਹਿੰਦੇ ਆ। ਡਾਕਟਰ ਹਰਕੀਰਤ ਸਿੰਘ ਪੰਜਾਬੀ ਦੀਆਂ ਉਪਭਾਸ਼ਾਵਾਂ ਨੂੰ ਕਿੰਨੇ ਮੁੱਖ ਵਰਗਾਂ ਵਿੱਚ ਵੰਡਦਾ ਹੈ? ਡਾਕਟਰ ਹਰਕੀਰਤ ਸਿੰਘ ਨੇ ਪੰਜਾਬੀ ਦੀ ਉਪਭਾਸ਼ਾਵਾਂ ਨੂੰ 3 ਵਰਗਾਂ ਦੇ ਵਿੱਚ ਵੰਡਿਆ ਹੈ। ਇੱਕ ਉਸਨੇ ਪੂਰਬੀ ਪੰਜਾਬੀ ਲਿਖਤਾ,
एक उसने पश्चिमी पंजाबी, एक उसने उत्तरी पंजाबी भी किया है। जिहड़ी जम्मू कश्मीर की बोली जिहड़ी डोगरी जां पुणछी इन्हां भाषावां नूं उसने उत्तरी पंजाबी दे विच रखता, पूर्वी पश्चिमी ते उत्तरी। अगला प्रश्न है जिहड़ा पंजाबी विच ने संबंधक इसकी उगी विशेषता है पंजाबी दा, इसकी वाक विच प्रधानता जिहड़ी है कर्म के अनुसार हुंदी है। मतलब कि भी ने जिहड़ा हैगा वो कर्म ते आधारित हुंदा है। कर्म किरिया करता कर्म किरिया किरिया वाकंश विच विचरण वाले किरिया रूप हुंदे हन। किहड़े हुंदे आ जी? ये हुंदे है कालकी ते अकालकी किरिया वाकंश। वो जिहड़ी क्लास है जिहड़ी एक मैं कीती सी वो तुसीं देखी होनी है। किसी वाक जां उपवाक दे मूल अर्थबोधक अंश किन्ने हुंदे हन? मूल अर्थबोधक अंश है जिहड़े वो हुंदे आ जी 4। ठीक है जी। अगला प्रश्न देखो, जिस गुरु साहिब ने अपनी बाणी विच अरबी फारसी की वरतों सब तो घट की है उसका नाम? आ तब थोड़ा जा प्रश्न सोचने वाला। इसका उत्तर बनता वैसे गुरु तेग बहादुर जी, क्योंकि बाकी गुरुओं ने अरबी फारसी की वरतों बहुत की है। गुरु नानक देव जी ने तो की है, गुरु अंगद देव जी ने कुछ की है, गुरु गोबिंद सिंह जी ने तो अरबी फारसी की भरपूर वरतों की है। पर इन्हां दे विचों गुरु तेग बहादुर जी ने वरतों जिहड़ी वो नहीं की। जप बाणी दीयां किन्नियां पौड़ियां विच नानक मोहर छाप नहीं वरती गई? जपजी साहिब दीयां किन्नियां पौड़ियां दे विच? औखा प्रश्न। 12 पौड़ियां दे विच नहीं की गई। अगला प्रश्न है जिहड़ा राय हसने महमे लोकवार की धुनी उपर किस अध्यात्मक वार नूं गाउण दा संकेत अंकित है? सारंग दी वार है जिहड़ी उन्होंने राय हसने महमे की धुनी के उपर गाया जाता है ना। ये सारिया दी धुनियां वालियां 9 वार है गुरु ग्रंथ साहिब जी के विच। सारियां दी धुनियां याद रखियो, एवें दा प्रश्न क्लीयर करियो। एक वार दुर्गा शाह विच दुर्गा की दैंता नाल कितनी वार लड़ाई हुंदी है? तुहानूं दस चुक्या मैं, 2 वार हुंदी है। श्री गुरु ग्रंथ साहिब विच मौजूद अध्यात्मक वारां विचों किस गुरु साहिब की वार सब तो वड्डी है? सब तो वड्डी वार है जिहड़ी ये हैगी है जी, हाँ इहदा उत्तर लिखिया होया है, हाँ जी गुरु रामदास जी। गुरु रामदास जी, हाँ बिल्कुल। गुरु रामदास जी वैसे भी सब तो वड्डे वारकार है ना। गुरु रामदास जी दियां सब तो वध वारां है ना, 8 वारां की रचना की है। गुरु ग्रंथ साहिब जी दे विच 22 वारां, 22 वारां दे विचों गुरुआं दियां 21 वारां है। एक है जिहड़ी वार वो गुरसिखां दी है, जिहड़ी हैगी आ राय बलवंड ते सत्ते दी, राय बलवंड ते सत्ता रबाबी दी, दोनों दी वो वार एक है। सो वो बाकी 21 वारां दे विचों 21 गुरुआं दियां वारां दे विचों 8 वारां जिहड़ियां गुरु रामदास दियां, सब तो वड्डी वार भी इन्हां ने लिखी है। जय घर कीरत आखिया करते कहोए विचारो, उपरोक्त पंक्ति विच वरते घर शब्द नूं सिहारी मंत्र किस कारण अधीन आई है? सिहारी किहड़ा कारण है? जय घर कीरत आखी है, जय घर जेड़े घर दे विच, अगर अर्थ आउंदा तां फिर बड़ा शानदार रकम। जेड़े घर विच आपां किहड़ा कारक वरतदे आ? विच शब्द अधिकरण कारक हुंदा है। ठीक है बई, प्रश्न वैसे सौखा ही लग्या है ना। श्री गुरु ग्रंथ साहिब विच वणजारा सिरलेख अधीन किहड़े गुरु की बाणी दर्ज है जी? ये वणजारा शब्द जिहड़ी अधीन है गुरु रामदास जी की है। किहड़े गुरु साहिब की रचना विच गनका, हाथी, अजामल, ध्रुव राजे बारे जिक्र आउंदा? पुराणिक हवालियां दा गुरु तेग बहादुर जी की बाणी विच जिक्र आउंदा। अध्यात्मिक वारां विचों हेठ लिखी किहड़ी वार विच रहाओ पद आया है? यह हैगा जी आसा दी वार विच। आसा जी की वार विच ही अध्यात्मिक वारां विचों किहड़ी वार विच रहाओ पद आया? आसा दी वार विच आया। आसा दी वार दे विच पूरा मूल मंत्र दिता होया शुरू दे विच। आसा दी वार दी धुनी है जिहड़ी टुंडे असराज दी धुनी है ना, गुरु नानक देव जी की रचना है, पहली अध्यात्मिक वार है। आपां बड़ा कुछ है ना, आसा दी वार दा जिहड़ा कीर्तन है जिहड़ा वो अमृत वेले हुंदा है गुरु घरां दे विच। हाँ जी, अगला प्रश्न, प्रेरणार्थक धातु जिहड़े किहड़े हुंदे आ? सकर्मक हुंदे आ प्रेरणार्थक धातु। हेठ लिखी किहड़ी वार दे आरंभ विच पूरा मूल मंत्र दर्ज है जी? तुहानूं दस्सिया सी ना हुणे, आसा दी वार दे आरंभ विच पूरा मूल मंत्र दर्ज है। भारती आर्या भाषावां विचों सिंधी सब तो वध संयोगात्मक है, तो दूजे स्थान ते किहड़ी भाषा है जिहड़ी किहड़ी उपभाषा संयोगात्मक है? सिंधी तो बाद दूसरी सब तो वड्डी पंजाबी दी संयोगात्मक उपभाषा वो किहड़ी है जी? वो हैगी है बेटा जी लहिंदी। लाइफ एंड टाइम्स ऑफ शेख फरीदुद्दीन दे करता डॉक्टर खलीक अहमद निज़ामी ने बाबा शेख फरीद का जीवन काल मन्निया है 1175 तो 1265। उन्होंने मन्निया 1175 तो 1265। आप पढ़ते हैं 1173 तो 1266।
ਸ਼ਾਹ ਹੁਸੈਨ ਦੀਆਂ ਕਾਫੀਆਂ ਸਭ ਤੋਂ ਪਹਿਲਾਂ ਸਨ 1901 ਵਿੱਚ ਕਿਹੜੀ ਪੁਸਤਕ ਦੇ ਵਿੱਚ ਪ੍ਰਕਾਸ਼ਿਤ ਕੀਤੀਆਂ ਗਈਆਂ? ਕਿਹੜੀ ਦੇ ਵਿੱਚ ਕੀਤੀਆਂ ਗਈਆਂ ਸੀ ਜੀ? ਉਹ ਸੀਗੀ ਜੀ ਸ਼ਬਦ ਤੇ ਸ਼ਲੋਕ ਭਗਤਾਂ ਦੇ। ਅਗਲਾ ਪ੍ਰਸ਼ਨ, ਪੰਜਾਬੀ ਵਿੱਚ 7 ਵਾਰਾ ਲੋਕ ਕਾਵਿ ਰੂਪ ਦੀ ਸਭ ਤੋਂ ਪਹਿਲਾ ਰਚਨਾ ਕਿਸ ਨੇ ਕੀਤੀ ਜੀ? 7 ਵਾਰਾ। ਵੈਸੇ ਤਾਂ ਇੱਥੇ ਲਿਖਿਆ ਤਾਂ ਇਹ ਉੱਤਰ ਆ ਜਿਹੜਾ, ਇਹਦੇ ਵਿੱਚ 7 ਵਾਰਾ ਜਿਹੜਾ ਗੁਰੂ ਅਮਰਦਾਸ ਜੀ ਨੇ ਰਚਿਆ ਸੀ। ਅੱਛਾ, ਇੱਕ 7 ਵਾਰਾ ਭਗਤ ਕਬੀਰ ਨੇ ਵੀ ਲਿਖਿਆ, ਪਰ ਭਗਤ ਕਬੀਰ ਜੀ ਦੀ ਭਾਸ਼ਾ ਪੰਜਾਬੀ ਨਹੀਂ ਗੀ। ਦੇਖੋ ਕਿੱਡਾ ਖਤਰਨਾਕ ਪ੍ਰਸ਼ਨ ਹੈ। ਮੇਰਾ ਪ੍ਰਸ਼ਨ ਹੈ ਜਿਹੜਾ ਇਹ ਜਿਹੜਾ ਹੈਗਾ ਇਹ ਮਤਲਬ ਕਿ ਇਹ ਮੇਰੇ ਤੋਂ ਗਲਤ ਹੋ ਗਿਆ ਸੀਗਾ। ਇਹਦੇ ਪਿੱਛੇ ਕਾਰਨ ਇਹੀ ਹੈ ਵੀ ਮੈਂ ਪੂਰਾ ਪ੍ਰੋਪਰ ਨਹੀਂ ਪੜ੍ਹਿਆ ਵੀ ਪੰਜਾਬੀ ਵਿੱਚ 7 ਵਾਰਾ ਲੋਕ ਕਾਵਿ ਦੀ ਰੂਪ ਸਭ ਤੋਂ ਪਹਿਲਾਂ। ਮੈਂ ਸੋਚਿਆ ਜਾਵਾਂ ਵੀ ਭਗਤ ਕਬੀਰ ਜੀ ਤਾਂ ਕਿਤੇ ਪਹਿਲਾਂ ਹੋਇਆ ਹੈ ਨਾ, ਗੁਰੂ ਨਾਨਕ ਦੇਵ ਜੀ ਤੋਂ ਵੀ ਲਗਭਗ ਪਹਿਲਾਂ ਦਾ ਥੋੜ੍ਹਾ ਜਿਹਾ ਹੈ ਨਾ, ਤਾਂ ਮੈਨੂੰ ਐ ਹੋ ਗਿਆ ਵੀ ਲੈ ਵੀ ਆਹ ਇਸੇ ਨਹੀਂ ਆ। ਮੈਂ ਕਿਹਾ ਬੁੱਲੇ ਸ਼ਾਹ ਤਾਂ ਬਹੁਤ ਬਾਅਦ 'ਚ ਆਉਂਦਾ, ਪਰ ਪੰਜਾਬੀ ਵਿੱਚ 7 ਵਾਰਾ ਜਿਹੜਾ ਪੰਜਾਬੀ ਭਾਸ਼ਾ ਵਿੱਚ ਲਿਖਣ ਵਾਲਾ ਉਹ ਹੈਗੇ ਹੈ ਜੀ ਸਭ ਤੋਂ ਪਹਿਲਾਂ ਗੁਰੂ ਅਮਰਦਾਸ ਜੀ ਹੈ। ਅਗਰ ਹੁੰਦਾ ਵੀ 7 ਵਾਰਾ ਲੋਕ ਕਾਵਿ ਦੀ ਰੂਪ ਦੀ ਰਚਨਾ ਸਭ ਤੋਂ ਪਹਿਲਾਂ ਕਿਸ ਨੇ ਕੀਤੀ ਹੈ ਪੰਜਾਬੀ ਵਿੱਚ ਨੂੰ ਛੱਡ ਕੇ, ਤਾਂ ਇਹਦਾ ਉੱਤਰ ਹੋਣਾ ਸੀਗਾ ਭਗਤ ਕਬੀਰ। ਭਾਸ਼ਾ ਵਿਭਾਗ ਪੰਜਾਬ ਵੱਲੋਂ ਸਨ 1970 ਵਿੱਚ ਪ੍ਰਕਾਸ਼ਿਤ ਸੁਲਤਾਨ ਬਾਹੂ ਵਿੱਚ ਉਸ ਦੀ ਰਚਨਾ ਦੇ ਕਿੰਨੇ ਬੰਦ ਹਨ? ਤੁਹਾਨੂੰ ਵੀ ਮੈਂ 186 ਦੱਸਿਆ। ਸੁਲਤਾਨ ਬਾਹੂ ਦਾ ਜਿਹੜਾ ਪਾਠ ਪੜ੍ਹਿਆ ਸੀ ਉਹ 'ਚ 186। ਡਾਕਟਰ ਮੋਹਨ ਸਿੰਘ ਦੀਵਾਨਾ ਤੇ ਡਾਕਟਰ ਲਾਜਵੰਤੀ ਰਾਮਾ ਕ੍ਰਿਸ਼ਨ ਅਨੁਸਾਰ ਕਿਹੜਾ ਸੂਫੀ ਯੋਗ ਸਾਧਨਾ ਦੇ ਧਿਆਨ ਪ੍ਰਾਣਾਯਾਮ ਤੇ ਅਨਾਦ ਸ਼ਬਦ ਨੂੰ ਅਪਣਾਉਂਦਾ ਹੈ? ਕਾਮਨ ਜੀ ਗੱਲ ਹੀ ਹੈ ਜੀ, ਬੁੱਲੇ ਸ਼ਾਹ ਨੂੰ ਉਹਨੇ ਜ਼ਿਆਦਾ ਪ੍ਰਸਿੱਧ ਦੱਸਿਆ ਹੈ ਨਾ, ਪੰਜਾਬੀ ਸੂਫੀ ਪੋਇਟਸ ਜਿਹੜੀ ਹੈਗੀ ਆ ਬੁੱਕ ਲਾਜਵੰਤੀ ਰਾਮਾ ਕ੍ਰਿਸ਼ਨ ਦੀ, ਉਹਦੇ ਵਿੱਚ ਹੈ ਨਾ। ਸੋ ਇਹ ਆ ਜਿਹੜਾ, ਲਓ ਜੀ ਸਾਡੀ ਜਿਹੜਾ ਹੈਗਾ ਇਹ ਪੇਪਰ ਸਾਰਾ ਹੋ ਗਿਆ ਕਲੀਅਰ। ਐਵੇਂ ਦੇ ਪ੍ਰਸ਼ਨ ਆਉਣੇ ਆ ਤੁਹਾਡੇ ਸਾਹਮਣੇ। ਕੁਝ ਮੈਂ ਕੋਸ਼ਿਸ਼ ਕਰਦਾ ਥੋੜ੍ਹਾ ਰੈਸਟ ਕਰਾਂ, ਮੇਰੀ ਆਵਾਜ਼ ਜਦੋਂ ਬੈਠਦੀ ਹੈ ਫਿਰ ਮੇਰੇ ਤੋਂ ਸ਼ਬਦ ਵੀ ਸਹੀ ਨਹੀਂ ਨਿਕਲਦੇ, ਤਾਂ ਥੋੜ੍ਹਾ ਜਿਹਾ ਮੈਂ ਇੱਕ ਵਾਰੀ ਰੈਸਟ 'ਤੇ ਆਉਣਾ, ਤਾਂ ਫਿਰ ਜਲਦੀ ਇੱਕ ਤੁਹਾਨੂੰ ਅੱਛੀ ਜੀ ਇੱਕ ਹੋਰ ਕਲਾਸ ਸ਼ਾਨਦਾਰ ਜੀ ਦਿੰਦਾ। ਮਿਲਦੇ ਹਾਂ ਜੀ ਜਲਦੀ। ਸਤਿ ਸ੍ਰੀ ਅਕਾਲ, ਰੱਬ ਰਾਖਾ।